ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਅੱਜ ਦੇ ਇਸ ਮੁਬਾਰਕ ਸਮੇਂ ਦੇ ਲਈ ਜੋ ਖੁਦਾਵੰਦ ਨੇ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ, ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਆਰਾਧਨਾ ਦੇ ਦੁਆਰਾ ਆਪਣੀ ਜ਼ਿੰਦਗੀਆਂ ਦੇ ਵਿੱਚ ਬਰਕਤ ਨੂੰ ਪ੍ਰਾਪਤ ਕੀਤਾ ਹੈ। ਸਮਾਂ ਹੁਣ ਆ ਪਹੁੰਚਿਆ ਆ ਖੁਦਾਵੰਦ ਦੇ ਹੱਥ ਪਵਿੱਤਰ ਕਲਾਮ ਨੂੰ ਸੁਣਨ ਦਾ, ਸਮਝਣ ਦਾ ਅਤੇ ਉਹਦੇ ਅਨੁਸਾਰ ਚੱਲਣ ਦਾ। ਔਰ ਮੈਂ ਚਾਹੁੰਦਾ ਹਾਂ ਕਿ ਆਪਣੇ ਆਪ ਨੂੰ ਖੁਦਾਵੰਦ ਦੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਸਮਰਪਿਤ ਕਰ दीजिए। खुदाबंद दे पवित्र आत्मा की अधीनगी दे विच अपने आप को दे दीजिए। आइए प्रार्थना की हालत दे विच चलते हैं। सब अपनी अखां नूं बंद करिए और प्रार्थना करते हैं। तुसीं खुद प्रार्थना करना है अपने होंठां नूं खोल के, तां जो पवित्र आत्मा तुहाडी आवाज़ नूं सुने और जो तुसीं मंग रहे हैं तुहाडी जिंदगियां दे विच मुहैया करे। हालेलूया। आइए अपनी अखां नूं बंद करिए। वचन नूं किस रीति दे नाल तुसीं ग्रहण करदे हैं, तुसीं प्रार्थना दे विच बोलना है खुदावंद दे सामने। आइए अपनी अखां नूं बंद करिए और प्रार्थना करते हैं। सच्चा जिंदा मेहरबान खुदाबंद पिता परमेश्वर प्रभु यीशु मसीह दे जिंदा नाम च तुहाडा धन्नवाद करते हैं खुदा बाप जी। अज दे इस मुबारक समय दे लई जो साडे सारिਆਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਬਖਸ਼ ਦਿੱਤਾ, ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਸ਼ੁਕਰਗੁਜ਼ਾਰ ਹਾਂ ਮੇਰੇ ਖੁਦਾਵੰਦ ਤੁਹਾਡੀ ਵੱਡੀ ਦਇਆ ਦੇ ਲਈ, ਤੁਹਾਡੀ ਵੱਡੀ ਕਿਰਪਾ ਦੇ ਲਈ, ਤੁਹਾਡੇ ਵੱਡੇ ਅਨੁਗ੍ਰਹਿ ਦੇ ਲਈ ਮੇਰੇ ਪ੍ਰਭੂ ਜੀ। जो साडे सारिਆਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਬਖਸ਼ ਦਿੱਤਾ ਹੈ, ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਬੀਤੇ ਸਮੇਂ ਦਿਨਾਂ ਪਲਾਂ ਸਕਿੰਟਾਂ ਮਿੰਟਾਂ ਦੇ ਵਿੱਚ ਸੰਭਾਲ ਕੇ ਰੱਖਿਆ ਆ ਖੁਦਾਵੰਦ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਤੋਂ ਬਚਾਇਆ ਮੇਰੇ ਪ੍ਰਭੂ, ਧੰਨਵਾਦ ਦੇ ਪਾਤਰ ਹਾਂ ਮੇਰੇ ਪ੍ਰਭੂ। ਦੁੱਖ ਤਕਲੀਫ ਪਰੇਸ਼ਾਨੀਆਂ ਅਗਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਈਆਂ ਵੀ ਆ, ਉਹਨਾਂ ਦੇ ਵਿੱਚੋਂ ਲੰਘਣ ਦਾ ਤੁਸੀਂ ਸਾਨੂੰ ਬਲ ਦਿੱਤਾ, ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਵੱਡੀ ਕਿਰਪਾ ਦੇ ਲਈ, ਵੱਡੀ ਦਇਆ ਦੇ ਲਈ, ਵੱਡੇ ਅਨੁਗ੍ਰਹਿ ਦੇ ਲਈ ਮੇਰੇ ਪ੍ਰਭੂ, ਜੋ ਤੁਸੀਂ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਖਸ਼ਿਆ, ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ। ਵੱਡੀ ਕਿਰਪਾ ਚਾਹੁੰਦੇ ਹਾਂ, ਵੱਡੀ ਦਇਆ ਨੂੰ ਚਾਹੁੰਦੇ ਹਾਂ, ਵੱਡੇ ਅਨੁਗ੍ਰਹਿ ਨੂੰ ਚਾਹੁੰਦੇ ਹਾਂ ਮੇਰੇ ਪ੍ਰਭੂ ਜੀ। ਪ੍ਰਾਰਥਨਾ ਕਰਦੇ ਹਾਂ ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ ਮੇਰੇ ਪ੍ਰਭੂ ਜੀ। ਜਾਂ ਤੁਹਾਡੇ ਲੋਕ, ਤੁਹਾਡੇ ਬੱਚੇ, ਤੁਹਾਡੇ ਧੀਆਂ ਪੁੱਤਰ ਵਚਨ ਨੂੰ ਅਹਿਮੀਅਤ ਦਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਔਰ ਖੁਦਾਵੰਦ ਵਚਨ ਦੀ ਪਿਆਸ ਰੱਖਦੇ ਆ ਮੇਰੇ ਪ੍ਰਭੂ। ਅੱਜ ਤੁਸੀਂ ਖੁਦਾਵੰਦ ਆਪਣੇ ਬੱਚਿਆਂ ਦੀ ਵਚਨ ਦੀ ਪਿਆਸ ਨੂੰ ਬੁਝਾਓ ਮੇਰੇ ਪ੍ਰਭੂ, ਤਾਂ ਜੋ ਅੱਜ ਦਾ ਵਚਨ ਜੋ ਪਵਿੱਤਰ ਆਤਮਾ ਦੇ ਦੁਆਰਾ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬੀਜਿਆ ਜਾਵੇ, 100 ਦਾ 100 ਗੁਣਾ ਫਲਦਾਇਕ ਹੋਵੇ ਪ੍ਰਭੂ ਜੀ। ਸਾਡੇ ਅੰਦਰੋਂ ਕਮੀਆਂ ਨੂੰ ਕੱਟਦਾ ਚਲਾ ਜਾਵੇ, ਮੰਦਗੀਆਂ ਨੂੰ ਕੱਟਦਾ ਚਲਾ ਜਾਵੇ, ਕਿਉਂਕਿ ਵਚਨ ਆਖਦਾ ਆ ਕਿ ਵਚਨ ਸੁਣਦੇ ਸੁਣਦੇ ਲੋਕ ਚੰਗੇ ਹੋ ਜਾਂਦੇ ਆ ਮੇਰੇ ਪਰਮੇਸ਼ਵਰ ਪਿਤਾ ਜੀ। ਲੋਕ ਡਿਲੀਵਰ ਹੋਣ, ਲੋਕ ਆਜ਼ਾਦ ਹੋਣ, ਲੋਕ ਚੰਗੇ ਹੋਣ, ਲੋਕ ਸ਼ਿਫਾ ਪਾਉਣ, ਲੋਕ ਆਤਮਕ ਤਰੱਕੀ ਪਾਉਣ, ਲੋਕ ਤੁਹਾਡੇ ਮਨ ਨੂੰ ਪਛਾਣ ਮੇਰੇ ਪਰਮੇਸ਼ਵਰ, ਲੋਕ ਤੁਹਾਨੂੰ ਪਿਆਰ ਕਰਨ ਮੇਰੇ ਖੁਦਾਵੰਦ। ਇਹ ਤੁਹਾਡੇ ਲੋਕ ਆ ਮੇਰੇ ਪਰਮੇਸ਼ਵਰ, ਜਿਨ੍ਹਾਂ ਦੇ ਲਈ ਤੁਸੀਂ ਆਪਣੀ ਜਾਨ ਨੂੰ ਦਿੱਤਾ ਆ ਮੇਰੇ ਖੁਦਾਵੰਦ, ਆਪਣੇ ਲਹੂ ਦੇ ਕੇ ਕਤਰੇ ਨੂੰ ਬਹਾਇਆ ਆ ਮੇਰੇ ਪ੍ਰਭੂ। ਅਸੀਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਵੱਡੀ ਕਿਰਪਾ ਦੇ ਲਈ, ਵੱਡੀ ਦਇਆ ਦੇ ਲਈ ਔਰ ਵੱਡੇ ਅਨੁਗ੍ਰਹਿ ਦੇ ਲਈ ਮੇਰੇ ਪ੍ਰਭੂ। ਮਦਦ ਕਰੇ ਖੁਦਾਵੰਦ, ਸਹਾਇਤਾ ਕਰੇ ਮੇਰੇ ਖੁਦਾਵੰਦ, ਔਰ तमाम ਜ਼ਰੂਰਤਾਂ ਨੂੰ ਤੁਸੀਂ ਅੱਜ ਤੱਕ ਪੂਰਾ ਕੀਤਾ, ਅਸੀਂ ਧੰਨਵਾਦ ਕਰਦੇ ਹਾਂ ਮੇਰੇ ਖੁਦਾ ਬਾਪ ਜੀ। ਹੁਣ ਮੇਰੀ ਪ੍ਰਾਰਥਨਾ ਆ ਕਿ ਹੁਣ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ, ਤਾਂ ਜੋ ਮਕਸਦ ਪੂਰਾ ਹੋ ਜਾਵੇ ਸਾਡੇ ਸਭਨਾਂ ਦਾ ਪ੍ਰਭੂ, ਤਾਂ ਜੋ ਪਵਿੱਤਰ ਆਤਮਾ ਦਾ ਪਲਾਨ ਪੂਰਾ ਹੋਵੇ ਖੁਦਾਵੰਦ। ਤੁਹਾਡਾ ਪਲਾਨ ਜੋ ਸਾਡੀ ਜ਼ਿੰਦਗੀਆਂ ਦੇ ਲਈ ਆ ਮੇਰੇ ਪ੍ਰਭੂ, ਉਹ ਪੂਰਾ ਹੋਵੇ ਮੇਰੇ ਖੁਦਾਵੰਦ। ਤੁਹਾਡੇ ਲੋਕ ਆਤਮਕ ਤਰੱਕੀ ਕਰਨ ਪ੍ਰਭੂ, ਤੁਹਾਡੇ ਮਨ ਨੂੰ ਪਛਾਣ ਪ੍ਰਭੂ, ਔਰ ਸਵਰਗ ਤੋਂ ਸੁੱਖ ਦੇ ਦਿਨ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਆ ਜਾਣ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਪ੍ਰਾਰਥਨਾ ਨੂੰ ਸੁਣਿਆ, ਧੰਨਵਾਦ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਤੁਸੀਂ ਬੜੇ ਅਦਬ ਦੇ ਨਾਲ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਬੇਤਾਬ ਹੋ ਔਰ ਪਿਆਸ ਰੱਖਦੇ ਹੋ ਮੇਰਾ ਪਰਮੇਸ਼ਵਰ। ਵਚਨ ਦੀ ਪਿਆਸ ਜੋ ਤੁਸੀਂ ਰੱਖੀ ਹੈ, ਤੁਹਾਡੀ ਪਿਆਸ ਨੂੰ ਬੁਝਾਏ ਔਰ ਤੁਹਾਨੂੰ ਆਤਮਕ ਤਰੱਕੀ ਦੇਵੇ ਔਰ ਤੁਹਾਨੂੰ ਪਰਮੇਸ਼ਵਰ ਆਪਣੇ ਰਾਜ ਦੇ ਅਧਿਕਾਰੀ ਬਣਾਵੇ। ਬੋਲੋ ਹਾਲੇਲੂਇਆ। ਉਮੀਦ ਕਰਦੇ ਹਾਂ ਕਿ ਤੁਸੀਂ ਸਿੱਖਣ ਦੀ ਇੱਛਾ ਦੇ ਵਿੱਚ। ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਣਾ ਆ। ਕੀ ਸਿੱਖਣਾ ਆ ਅੱਜ? ਕਿ ਬਾਈਬਲ ਸਾਨੂੰ ਕਹਿੰਦਾ ਕਿ ਅਸੀਂ ਇੱਕ ਦਿਨ ਹਿਸਾਬ ਦੇਣਾ ਆ ਖੁਦਾਬੰਦ ਨੂੰ। ਅੰਤਰੇ ਦਿਨ ਦੇ ਵਿੱਚ ਅਸੀਂ ਕੀ ਕਰਨਾ ਆ? ਖੁਦਾਬੰਦ ਨੂੰ ਹਿਸਾਬ ਦੇਣਾ ਆ। ਹਾਲੇਲੂਇਆ। ਔਰ ਕਿਹੜੀਆਂ ਗੱਲਾਂ ਦਾ ਹਿਸਾਬ ਦੇਣਾ ਆ, ਕਿਹੜੇ ਕੰਮਾਂ ਦਾ ਹਿਸਾਬ ਦੇਣਾ ਆ, ਔਰ ਬਾਈਬਲ ਸਾਨੂੰ ਕੀ ਕਹਿੰਦਾ ਆ ਵੀ ਕਾਹਦਾ ਅਸੀਂ ਹਿਸਾਬ ਦੇਣਾ ਆ ਪਰਮੇਸ਼ਵਰ ਨੂੰ। ਕਿਉਂਕਿ ਇਹ ਸਮਾਂ ਆਉਣਾ ਹਰ ਇੱਕ ਦੇ ਉੱਪਰ ਆ ਕਿ ਅਸੀਂ ਪਰਮੇਸ਼ਵਰ ਨੂੰ ਹਿਸਾਬ ਦੇਣਾ ਆ। ਹਾਲੇਲੂਇਆ। ਨਿਆਂ ਦੇ ਸਿੰਘਾਸਨ ਦੇ ਸਾਹਮਣੇ ਅਸੀਂ ਖੜੇ ਹੋਣਾ ਆ, ਕਿਉਂਕਿ ਕੋਈ ਬਿਨਾਂ ਇਹਨੂੰ ਪੂਰਾ ਕੀਤੇ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਤੁਸੀਂ ਤੇ ਮੈਂ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣਾ ਆ।
ਔਰ ਨਿਆਂ ਤੁਹਾਡਾ ਤੇ ਮੇਰਾ ਕੀ ਹੁੰਦਾ ਆ, ਫਿਰ ਰਿਜ਼ਲਟ ਤੁਹਾਨੂੰ ਤੇ ਮੈਨੂੰ ਪ੍ਰਾਪਤ ਹੁੰਦਾ ਆ। ਹਾਲੇਲੂਇਆ। ਬਾਈਬਲ ਕਹਿੰਦਾ ਸਾਨੂੰ ਹਿਸਾਬ ਦੇਣਾ ਪੈਣਾ ਆ। ਮੈਂ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਜਿਸ ਤਰ੍ਹਾਂ ਕਿਸ ਗੱਲ ਦਾ ਅਸੀਂ ਹਿਸਾਬ ਦੇਣਾ ਆ, ਸਮੇਂ ਦਾ। ਕਿ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਸਮੇਂ ਦਿੱਤਾ ਆ, ਫ੍ਰੀ ਸਮੇਂ ਦਿੱਤਾ ਆ, ਫੋਰ ਐਗਜ਼ਾਮਪਲ ਕਿ ਤੁਹਾਨੂੰ ਜੌਬ ਤੋਂ ਛੁੱਟੀ ਆ, ਤੁਹਾਡਾ ਪੂਰਾ ਦਿਨ ਫ੍ਰੀ ਆ। ਮੈਂ ਇਹ ਨਹੀਂ ਕਹਿੰਦਾ ਆਪਣੇ ਘਰ ਦੇ ਕੰਮ ਨਾ ਕਰੋ, ਮੈਂ ਇਹ ਨਹੀਂ ਕਹਿੰਦਾ ਆਪਣੀ ਰੂਟੀਨ ਦੇ ਕੰਮ ਨਾ ਕਰੋ, ਪਰ ਉਹ ਜਿਹੜਾ ਖਾਲੀ ਸਮੇਂ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ, ਉਹਦਾ ਹਿਸਾਬ ਸਾਨੂੰ ਦੇਣਾ ਪੈਣਾ। ਜਦੋਂ ਅਸੀਂ ਫ੍ਰੀ ਟਾਈਮ ਦੇਖ ਕੇ ਯਾਰਾਂ ਦੋਸਤਾਂ ਨਾਲ, ਮਿੱਤਰਾਂ ਨਾਲ, ਸਹੇਲੀਆਂ ਨਾਲ ਘੁੰਮਣ ਚੱਲ ਜਾਂਦੇ ਆ ਜਾਂ ਸਮੇਂ ਬਿਤਾਉਂਦੇ ਗੱਲਾਂ ਕਰਕੇ, ਜਾਂ ਅਸੀਂ ਫ੍ਰੀ ਟਾਈਮ ਮੋਬਾਈਲ ਦੇ ਉੱਪਰ ਯੂਜ਼ ਕਰਦੇ ਹਾਂ ਆਪਣੇ ਉਸ ਸਮੇਂ ਨੂੰ, ਉਹਦਾ ਹਿਸਾਬ ਦੇਣਾ ਪੈਣਾ। ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਇਹ ਸਮਾਂ ਮੋਬਾਈਲ ਯੂਜ਼ ਕਰਨ ਦੇ ਲਈ ਨਹੀਂ, ਤੁਹਾਨੂੰ ਆਪਣੇ ਨਾਲ ਸੰਗਤੀ ਕਰਨ ਦੇ ਲਈ ਉਹਨੇ ਇਹ ਸਮਾਂ ਦਿੱਤਾ। ਤੁਹਾਨੂੰ ਗੇਮਾਂ ਖੇਲਣ ਦੇ ਲਈ ਨਹੀਂ, ਤੁਹਾਨੂੰ ਰਿਸ਼ਤੇਦਾਰਾਂ ਦੇ ਜਾਣ ਦੇ ਲਈ ਨਹੀਂ, ਰਿਸ਼ਤੇਦਾਰ ਤੁਹਾਡੇ ਆ ਜਾਣ ਉਹਦੇ ਲਈ ਇਹ ਸਮਾਂ ਨਹੀਂ ਦਿੱਤਾ। ਤੁਹਾਨੂੰ ਹਿਸਾਬ ਦੇਣਾ ਪੈਣਾ। ਤੁਹਾਨੂੰ ਸਟ੍ਰਿਕਟਲੀ ਆਪਣੇ ਜ਼ਿੰਦਗੀ ਦੇ ਉੱਪਰ ਖੁਦ ਦਾ ਅਧਿਕਾਰ ਰੱਖਣਾ ਪੈਣਾ ਆ। ਬਾਈਬਲ ਕਹਿੰਦਾ ਖਬਰਦਾਰ ਰਵੋ, ਅਲਰਟ ਰਵੋ ਆਪਣੇ ਆਪ ਦੀ, ਆਪਣੇ ਜੀਵਨ ਦੀ, ਆਪਣੀਆਂ ਸੋਚਾਂ ਦੀ, ਆਪਣੇ ਖਿਆਲਾਂ ਦੀ। ਤੁਹਾਡੀ ਜ਼ਿੰਦਗੀ 'ਚ ਜੋ ਆ ਰਿਹਾ ਆ, ਤੁਹਾਡੀ ਜ਼ਿੰਦਗੀ 'ਚੋਂ ਜੋ ਜਾ ਰਿਹਾ ਆ, ਉਹਦੀ ਅਸੀਂ ਰਾਖੀ ਕਰਨੀ ਆ। ਕਹਿੰਦਾ ਖਬਰਦਾਰ ਹੋ ਜਾਓ। ਅਸੀਂ ਟੀਵੀ ਨੂੰ ਕਿੰਨਾ ਟਾਈਮ ਦਿੰਦੇ ਆ। ਮੈਂ ਇਹ ਨਹੀਂ ਕਹਿੰਦਾ ਮੋਬਾਈਲ ਨਾ ਯੂਜ਼ ਕਰੋ, ਟੀਵੀ ਨਾ ਦੇਖੋ, ਤੁਸੀਂ ਦੇਖੋ, ਪਰ ਉਹਨਾਂ ਜਿੰਨਾ ਚਾਹੀਦਾ ਆ ਮਨੋਰੰਜਨ ਕਰਨਾ। ਹਾਲੇਲੂਇਆ। ਪਰ ਜੋ ਖੁਦਾਵੰਦ ਨੇ ਤੁਹਾਨੂੰ ਸਮੇਂ ਦਿੱਤਾ ਨਾ ਪ੍ਰਾਰਥਨਾ ਕਰਨ ਦਾ, ਬਾਈਬਲ ਪੜ੍ਹਨ ਦਾ, ਸੰਗਤੀ ਕਰਨ ਦਾ, ਖੁਦਾਵੰਦ ਨੂੰ ਨਜ਼ਦੀਕੀ ਤੋਂ ਜਾਣਨ ਦਾ, ਬਟ ਉਸ ਸਮੇਂ ਦੇ ਵਿੱਚ ਤੁਸੀਂ ਮੋਬਾਈਲ ਯੂਜ਼ ਕਰ ਰਹੇ ਆ, ਟੀਵੀ ਯੂਜ਼ ਕਰ ਰਹੇ ਆ, ਯਾਰਾਂ ਦੋਸਤਾਂ ਦੇ ਨਾਲ ਸਮੇਂ ਬਿਤਾ ਰਹੇ ਆ, ਫੋਨ ਦੇ ਉੱਪਰ ਲੱਗੇ ਪਏ ਆ, ਸੋਸ਼ਲ ਮੀਡੀਆ ਦੇ ਉੱਪਰ ਲੱਗੇ ਪਏ ਆ। ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੀੜਾ ਆ ਜਿਹੜਾ ਕਦੀ ਵੀ ਨਹੀਂ ਮਰਦਾ। ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਕੀੜਾ ਹੈ ਨਾ, ਇਹ ਕਦੀ ਵੀ ਨਹੀਂ ਬੰਦੇ ਦਾ ਮਰਦਾ। ਔਰ ਇਹ ਭਾਵੇਂ ਸਵੇਰ ਤੋਂ ਸ਼ਾਮ ਤੱਕ ਬੰਦਾ ਦੇਖਦਾ ਰਵੇ, ਦੇਖਦਾ ਰਵੇ, ਦੇਖਦਾ ਰਵੇ, ਕਦੀ ਥੱਕਦਾ ਨਹੀਂ ਆ। ਹਾਲੇਲੂਇਆ। ਇੱਕ ਸ਼ੈਤਾਨੀ ਆ ਗਿਆ, ਇਹਨੂੰ ਖੁਦਾਵੰਦ ਦੀ ਮਹਿਮਾ ਦੇ ਲਈ ਇਸਤੇਮਾਲ ਕਰੋ, ਦੈਟਸ ਇਟ। ਇਸ ਤੋਂ ਜ਼ਿਆਦਾ ਨਹੀਂ। ਲੇਕਿਨ ਅਗਰ ਇਸ ਤੋਂ ਜ਼ਿਆਦਾ ਤੁਸੀਂ ਯੂਜ਼ ਕਰੋਗੇ ਤੇ ਤੁਹਾਨੂੰ ਉਹਦਾ ਹਿਸਾਬ ਦੇਣਾ ਪੈਣਾ ਆ ਪਰਮੇਸ਼ਵਰ ਨੂੰ, ਕਿ ਪਰਮੇਸ਼ਵਰ ਨੇ ਤੁਹਾਨੂੰ ਇਹ ਸਮਾਂ ਨਹੀਂ ਦਿੱਤਾ, ਇਹ ਕੰਮ ਕਰਨ ਦੇ ਲਈ ਸਮਾਂ ਨਹੀਂ ਦਿੱਤਾ। ਤੁਹਾਡਾ ਜੌਬ ਆ, ਤੁਹਾਨੂੰ ਅੱਛੀ ਜੌਬ ਨਾਲ ਖੁਦਾਵੰਦ ਨੇ ਬਲੈਸ ਕੀਤਾ, ਤੁਹਾਡੀ ਸੈਲਰੀ ਆ ਰਹੀ ਆ, ਅਗਰ ਬਿਜ਼ਨਸ ਆ ਤੋਂ ਪੈਸਾ ਆ ਰਿਹਾ, ਇਨਕਮ ਆ ਰਹੀ ਆ, ਤੇ ਉਹਦਾ ਵੀ ਤੁਹਾਨੂੰ ਖੁਦਾ ਨੂੰ ਹਿਸਾਬ ਦੇਣਾ ਪੈਣਾ। ਖੁਦਾ ਦੇ ਕੰਮਾਂ ਦੇ ਲਈ ਕਿੰਨਾ ਤੁਸੀਂ ਕੱਢਿਆ, ਖੁਦਾ ਦੇ ਕੰਮਾਂ ਦੇ ਉੱਪਰ ਕਿੰਨਾ ਲਗਾਇਆ, ਬਿਮਾਰ ਲੋਕਾਂ ਦੀ ਹੈਲਥ ਨੂੰ ਸਹੀ ਕਰਨ ਦੇ ਲਈ ਕਿੰਨਾ ਲਗਾਇਆ, ਯਤੀਮਾਂ ਦੇ ਲਈ ਕਿੰਨਾ ਲਗਾਇਆ। ਇਹ ਸਾਰਾ ਤੁਹਾਨੂੰ ਹਿਸਾਬ ਦੇਣਾ ਪੈਣਾ ਆ। ਬਿਨਾਂ ਹਿਸਾਬ ਦੇ ਤੁਸੀਂ ਛੁੱਟ ਨਹੀਂ ਸਕਦੇ। ਬਾਈਬਲ 'ਚ ਯਿਸੂ ਮਸੀਹ ਨੇ ਕਿਹਾ, ਕਹਿੰਦੇ ਮੈਂ ਨੰਗਾ ਸੀਗਾ ਤੁਸੀਂ ਮੈਨੂੰ ਕੱਪੜੇ ਨਹੀਂ ਪਵਾਏ, ਮੈਂ ਭੁੱਖਾ ਸੀਗਾ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ। ਹਾਲੇਲੂਇਆ। ਇਹ ਯਿਸੂ ਮਸੀਹ ਉਹਨਾਂ ਬੇਸਹਾਰਾ ਦੀ ਗੱਲ ਕਰਦੇ ਪਏ ਆ ਜਿਨ੍ਹਾਂ ਦਾ ਧਰਤੀ ਦੇ ਉੱਪਰ ਕੋਈ ਵੀ ਨਹੀਂ ਆ, ਔਰ ਅਸੀਂ ਜਾ ਕੇ ਅਗਰ ਉਹਨਾਂ ਨੂੰ ਖਾਣਾ ਖਿਲਾਉਂਦੇ ਆ ਤੇ ਖੁਦਾਵੰਦ ਦੇ ਵਚਨ ਨੂੰ ਪੂਰਾ ਕਰਦੇ ਆ। ਅਗਰ ਕਿਸੇ ਨੂੰ ਕੱਪੜੇ ਅਸੀਂ ਲੈ ਕੇ ਦੇ ਰਹੇ ਆ ਜਾਂ ਕਿਸੇ ਦੇ ਪਵਾ ਰਹੇ ਆ ਕੱਪੜੇ, ਤੇ ਇਟ ਮੀਨਸ ਅਸੀਂ ਯਿਸੂ ਮਸੀਹ ਦੇ ਨਾਲ ਉਸੇ ਰੀਤੀ ਦੇ ਨਾਲ ਕਰਦੇ ਪਏ ਆ। ਹਾਲੇਲੂਇਆ। ਅੰਤ ਦੇ ਦਿਨ, ਨਿਆਂ ਦੇ ਦਿਨ ਤੁਹਾਨੂੰ ਤੇ ਮੈਨੂੰ ਇਹਦਾ ਹਿਸਾਬ ਦੇਣਾ ਪੈਣਾ ਆ। ਜੋ ਖੁਦਾਵੰਦ ਨੇ ਸਾਨੂੰ, ਅਗਰ ਸਾਨੂੰ ਖੁਦਾ ਨੇ ਤੰਦਰੁਸਤੀ ਦਿੱਤੀ ਆ, ਇਹਦਾ ਵੀ ਸਾਨੂੰ ਹਿਸਾਬ ਦੇਣਾ ਪੈਣਾ ਕਿ ਅਸੀਂ ਤੰਦਰੁਸਤੀ ਦੇ ਵਿੱਚ ਕੀ ਕੀਤਾ ਖੁਦਾਵੰਦ ਦੇ ਲਈ। ਅਗਰ ਖੁਦਾਵੰਦ ਨੇ ਤੁਹਾਨੂੰ ਵਚਨ ਦਾ ਗਿਆਨ ਦਿੱਤਾ, ਬਾਈਬਲ ਪੜ੍ਹਨ ਦੀ ਸਮਝ ਦਿੱਤੀ ਹੈ, ਤੁਸੀਂ ਦੇਖੋ ਕਿੰਨੇ ਲੋਕ ਇਸ ਤਰ੍ਹਾਂ ਦੇ ਵੀ ਆ, ਕ੍ਰਿਸਚਨ ਲੋਕ ਜਿਹੜੇ ਬਾਈਬਲ ਪੜ੍ਹਦੇ ਆ ਪਰ ਉਹਨਾਂ ਨੂੰ ਸਮਝ ਨਹੀਂ ਆਉਂਦਾ, ਬਾਈਬਲ ਪੜ੍ਹਦੇ ਆ ਪਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ। ਪਰ ਤੁਸੀਂ ਮੁਬਾਰਕ ਲੋਕ ਆ, ਅਗਰ ਤੁਸੀਂ ਬਾਈਬਲ ਪੜ੍ਹ ਰਹੇ, ਤੁਹਾਨੂੰ ਸਮਝ ਆ ਰਿਹਾ, ਤੁਸੀਂ ਵਚਨ ਨੂੰ ਸੁਣਦੇ ਪਏ ਆ ਔਰ ਉੱਤੇ ਅਮਲ ਵੀ ਕਰਦੇ ਪਏ ਆ, ਔਰ ਵਿੱਚ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਵੀ ਆਪਣੇ ਫ੍ਰੀ ਟਾਈਮ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾਂ ਸ਼ੈਤਾਨੀ ਕੰਮਾਂ ਦੇ ਲਈ ਇਸਤੇਮਾਲ ਕਰਦੇ ਆ, ਤੇ ਤੁਹਾਨੂੰ ਉਹਦਾ ਹਿਸਾਬ ਦੇਣਾ ਪੈਣਾ ਆ। ਤੁਸੀਂ ਬਿਨਾਂ ਹਿਸਾਬ ਦੇ ਛੁੱਟ ਨਹੀਂ ਸਕਦੇ। ਚਾਹੇ ਤੁਹਾਨੂੰ ਖੁਦਾਵੰਦ ਨੇ ਥੋੜਾ ਸਮਾਂ ਦਿੱਤਾ, ਚਾਹੇ ਖੁਦਾਵੰਦ ਨੇ ਤੁਹਾਨੂੰ ਜ਼ਿਆਦਾ ਸਮਾਂ ਦਿੱਤਾ, ਜਾਂ ਖੁਦਾਵੰਦ ਨੇ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਦਿੱਤਾ, ਤੁਹਾਨੂੰ ਉਹਦਾ ਹਿਸਾਬ ਦੇਣਾ ਪੈਣਾ। ਬਾਈਬਲ ਦੇ ਵਿੱਚ ਤੋੜਿਆਂ ਦਾ ਜ਼ਿਕਰ ਆਂਦਾ, ਇੱਕ ਨੂੰ 1 ਦਿੱਤਾ, ਇੱਕ ਨੂੰ 2 ਦਿੱਤੇ, ਇੱਕ ਨੂੰ ਕਿੰਨੇ ਦਿੱਤੇ? 5 ਤੋੜੇ ਦਿੱਤੇ। ਔਰ ਤਿੰਨਾਂ ਦੇ ਕੋਲੋਂ ਖੁਦਾਵੰਦ ਨੇ ਹਿਸਾਬ ਲਿਆ। ਜਿਹਨੂੰ ਥੋੜਾ ਦਿੱਤਾ ਉਹਦੇ ਕੋਲ ਵੀ ਹਿਸਾਬ ਲਿਆ, ਜਿਹਨੂੰ ਜ਼ਿਆਦਾ ਦਿੱਤਾ ਉਹਦੇ ਕੋਲ ਵੀ ਹਿਸਾਬ ਲਿਆ, ਔਰ ਜਿਹਨੂੰ ਬਹੁਤ ਜ਼ਿਆਦਾ ਦਿੱਤਾ ਉਹਦੇ ਕੋਲੋਂ ਵੀ ਹਿਸਾਬ ਲਿਆ। ਅੱਜ ਖੁਦਾਵੰਦ ਤੁਹਾਨੂੰ ਕਿੰਨਾ ਸਮਾਂ ਦੇ ਰਿਹਾ? ਅਗਰ ਮੈਂ ਮੰਨਦਾ ਹਾਂ ਬਿਜ਼ੀ ਸ਼ੈਡਿਊਲ ਆ, ਫੈਮਿਲੀ ਦੇ ਵਿੱਚ, ਪਰਿਵਾਰ ਦੇ ਵਿੱਚ, ਬੱਚਿਆਂ ਦੇ ਵਿੱਚ, ਜੌਬ ਦੇ ਵਿੱਚ, ਬਿਜ਼ਨਸ ਦੇ ਵਿੱਚ, ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਝਾਤੀ ਮਾਰ ਕੇ ਦੇਖੋ, ਤੁਹਾਨੂੰ ਖੁਦਾ ਨੇ ਕਿੰਨਾ ਸਮੇਂ ਦਿੱਤਾ।
ਕਿੰਨਾ ਸਮੇਂ ਦਿੱਤਾ, ਔਰ ਉਹ ਸਾਡਾ ਸਮਾਂ ਕਿੱਦਾਂ ਇਸਤੇਮਾਲ ਹੋ ਰਿਹਾ ਆ। ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ, मूवी देख के, सोशल साइट्स देख के, टिकटॉक देख के, हासे ठट्ठे वालियां वीडियो देख के ਅਸੀਂ उस समय ਨੂੰ ਕਿੱਦਾਂ ਇਨਵੈਸਟ ਕਰਦੇ ਪਏ ਆ। ਬਾਈਬਲ ਕਹਿੰਦਾ ਮਨੁੱਖ ਜੋ ਬੀਜੂਗਾ ਉਹੀ ਵੱਢੂਗਾ। ਜੋ ਇਨਵੈਸਟ ਕਰਦੇ ਪਏ ਨਾ ਉਹੀ ਪੱਲੇ ਪੈਣਾ ਤੁਹਾਡੇ। ਹਾਲੇਲੂਇਆ। ਤੁਸੀਂ ਦੇਖੋ ਆਪਣੀ ਜ਼ਿੰਦਗੀ ਦੇ ਵੱਲ ਨਿਗਾਹ ਮਾਰੋ, ਤੁਹਾਡਾ ਪੈਸਾ ਕਿੱਥੇ ਇਸਤੇਮਾਲ ਹੋ ਰਿਹਾ ਆ। ਨਾਜਾਇਜ਼ ਖਰਚਿਆਂ ਦੇ ਵਿੱਚ। ਮੈਂ ਤੁਹਾਨੂੰ ਫਿਰ ਦੱਸਦਾ ਹਾਂ, ਤੁਹਾਨੂੰ ਤੇ ਮੈਨੂੰ ਹਿਸਾਬ ਦੇਣਾ ਪੈਣਾ ਆ ਖੁਦਾਵੰਦ। ਉਹਨਾਂ ਤਿੰਨਾਂ ਬੰਦੇ ਜਿਹੜੇ ਸੀਗੇ ਜਿਨ੍ਹਾਂ ਨੂੰ ਤੋੜੇ ਦਿੱਤੇ ਗਏ, ਤਿੰਨਾਂ ਨੂੰ ਹਿਸਾਬ ਦੇਣਾ ਪਿਆ। 5 ਵਾਲੇ ਨੇ ਕਮਾਏ, ਜੇ ਮਤਲਬ ਉਹਨੂੰ 5 ਘੰਟੇ ਵੀ ਖੁਦਾ ਨੇ ਦਿੱਤੇ, ਉਦਾਹਰਨ ਦੇ ਰਿਹਾ ਮੈਂ, 5 ਘੰਟੇ ਵੀ ਦਿੱਤੇ ਆ ਤੇ ਉਹਨੇ ਉਹਦੇ ਨਾਲ 5 ਘੰਟੇ ਹੋਰ ਕਮਾਏ, 10 ਘੰਟੇ ਉਹਨੇ ਖੁਦਾਵੰਦ ਨੂੰ ਦਿੱਤੇ। ਜਿਹਨੂੰ 2 ਘੰਟੇ ਦਿੱਤੇ ਖੁਦਾਵੰਦ ਨੇ, ਉਹਨੇ 2 ਘੰਟੇ ਹੋਰ ਖੁਦਾ ਦੀ ਮਹਿਮਾ ਕੀਤੀ, ਉਹਦੀ ਆਰਾਧਨਾ ਕੀਤੀ, ਉਹਦੇ ਵਚਨ ਦੇ ਉੱਪਰ ਅਧਿਐਨ ਕੀਤਾ, ਔਰ ਉਹਨੇ 4 ਘੰਟੇ ਕਰਕੇ ਖੁਦਾਵੰਦ ਦੀ ਮਹਿਮਾ ਕੀਤੀ, ਔਰ ਖੁਦਾਵੰਦ ਦੇ ਕੋਲ ਉਹਨੇ ਰਿਸਪੈਕਟ ਪਾਈ। ਔਰ ਜਿਹਦੇ ਕੋਲ 1 ਘੰਟਾ ਸੀ, 1 ਘੰਟਾ ਵੀ ਉਹ ਖੁਦਾਵੰਦ ਦੇ ਨਾਲ ਬਿਤਾ ਨਹੀਂ ਪਾਇਆ, 1 ਘੰਟਾ ਵੀ ਉਹ ਖੁਦਾਵੰਦ ਦੇ ਵਚਨਾਂ ਦੇ ਉੱਪਰ ਚੱਲ ਨਹੀਂ ਪਾਇਆ, 1 ਘੰਟਾ ਵੀ ਉਹ ਪ੍ਰਾਰਥਨਾ 'ਚ ਬਿਤਾ ਨਹੀਂ ਪਾਇਆ। ਔਰ ਬਾਈਬਲ ਕਹਿੰਦਾ ਉਹਨੂੰ ਖੁਦਾਵੰਦ ਨੇ ਕਿਹਾ, ਓਏ ਦੁਸ਼ਟ ਨੌਕਰ। ਹਾਲੇਲੂਇਆ। ਨਰਕ ਦੇ ਵਿੱਚ ਉਹਦਾ ਹਿੱਸਾ ਗਿਆ। ਅੱਜ ਸਾਡੇ ਕੋਲ ਉਹ ਸਮੇਂ ਆ, ਅਸੀਂ ਕਰ ਕੀ ਰਹੇ ਹਾਂ? ਅੱਜ ਸਾਡੇ ਕੋਲ ਉਹ ਸਮੇਂ ਅਸੀਂ ਸੋ ਕੇ ਬਿਤਾ ਰਹੇ। ਮੈਂ ਤੁਹਾਨੂੰ ਦੱਸਿਆ ਨਾ, ਪਰਮੇਸ਼ਵਰ ਨੇ ਤੁਹਾਨੂੰ ਸਮੇਂ ਦਿੱਤਾ ਆ, ਉਹਦਾ ਖੁਦਾਵੰਦ ਨੇ ਹਿਸਾਬ ਲੈਣਾ। ਅੱਜ ਖੁਦਾਵੰਦ ਨੇ ਤੁਹਾਨੂੰ ਪੈਸਾ ਦਿੱਤਾ ਨਾ, ਉਹਦਾ ਹਿਸਾਬ ਲੈਣਾ ਖੁਦਾਵੰਦ ਨੇ। ਉਹ ਤੁਹਾਨੂੰ ਬਲੈਸ ਕਰ ਰਿਹਾ ਤਾਂ ਜੋ ਚਰਚ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਖੁਦਾਵੰਦ ਦੇ ਲੋਕ ਜਿਹੜੇ ਖੁਦਾ ਦੇ ਕੋਲੋਂ ਮੰਗਦੇ ਆ, ਜਿਹੜੇ ਲੋਕ ਇਦਾਂ ਵੀ ਕਹਿੰਦੇ ਨਾ, ਜੇ ਕੋਈ ਸੱਚਾ ਰੱਬ ਹੈਗਾ ਤਾਂ ਸਾਡੀ ਜ਼ਰੂਰਤ ਨੂੰ ਪੂਰਾ ਕਰੇ, ਉਹ ਸੱਚਾ ਰੱਬ ਫਿਰ ਸਿੱਧਾ ਯਿਸੂ ਮਸੀਹ ਤੱਕ ਗੱਲ ਪਹੁੰਚਦੀ ਆ। ਬੇਸ਼ੱਕ ਉਹ ਭਿਖਾਰੀ ਆ ਜਾਂ ਲੋੜਵੰਦ ਆ, ਉਹ ਮਸੀਹ ਨਹੀਂ ਆ, ਲੇਕਿਨ ਜਦੋਂ ਸੱਚਾ ਰੱਬ ਕਹਿ ਕੇ ਉਹ ਪੁਕਾਰਦਾ ਤੇ ਖੁਦਾਵੰਦ ਯਿਸੂ ਮਸੀਹ ਤੱਕ ਆਵਾਜ਼ ਪਹੁੰਚਦੀ ਆ। ਕਿਉਂਕਿ ਬਾਈਬਲ ਦੇ ਅਨੁਸਾਰ ਸੱਚਾ ਰੱਬ ਸਿਰਫ ਇੱਕੋ ਹੀ ਆ, ਇਕਲੌਤਾ ਹੀ ਆ, ਉਹਦਾ ਨਾਮ ਖੁਦਾਵੰਦ ਯਿਸੂ ਮਸੀਹ ਆ। ਬੋਲੋ ਆਮੀਨ, ਹਾਲੇਲੂਇਆ। ਔਰ ਫਿਰ ਉਹ ਤੁਹਾਡੇ ਮੇਰੇ ਦੁਆਰਾ ਉਸ ਬੰਦੇ ਦੀ ਫਰਮਾਇਸ਼ ਨੂੰ, ਜ਼ਰੂਰਤ ਨੂੰ, ਉਹਦੀ ਪ੍ਰਾਰਥਨਾ ਨੂੰ ਪੂਰਾ ਕਰਦਾ ਜੋ ਮੰਗਦਾ ਆ। ਹਾਲੇਲੂਇਆ। ਤੁਹਾਨੂੰ ਤੇ ਮੈਨੂੰ ਹਿਸਾਬ ਦੇਣਾ ਪੈਣਾ ਆ। ਇਹ ਜਿਹੜੇ ਵਿੱਚ ਤੁਸੀਂ ਆਪਣੇ ਦਾਨ ਦਸਵੰਤ ਦੀ ਕਟੌਤੀ ਕਰਦੇ ਆ, ਇਹਦਾ ਹਿਸਾਬ ਦੇਣਾ ਪੈਣਾ। ਵਿੱਚ ਤੁਸੀਂ ਆਪਣੇ ਸਮੇਂ ਦੀ ਕਟੌਤੀ ਕਰਦੇ ਆ, ਉਹਦਾ ਤੁਹਾਨੂੰ ਹਿਸਾਬ ਦੇਣਾ ਪੈਣਾ। ਥੋੜਾ ਆਪਣੇ ਦਿਮਾਗ ਦੇ ਉੱਪਰ ਜ਼ੋਰ ਲਗਾਓ। ਸਵੇਰ ਜਦੋਂ ਤੁਸੀਂ ਉੱਠਦੇ ਆ ਔਰ ਪੂਰਾ ਦਿਨ ਬਿਤਾਉਂਦੇ ਆ, ਸ਼ਾਮ ਨੂੰ ਜਦੋਂ ਤੁਸੀਂ ਆਪਣੇ ਘਰ ਆਉਂਦੇ ਆ, ਉਹਦੇ ਵਿੱਚ ਤੁਹਾਡੇ ਕੋਲੋਂ ਕਿੰਨਾ ਟਾਈਮ ਆ ਖੁਦਾ ਦੇ ਨਾਮ ਨੂੰ ਆਦਰ ਦੇਣ ਦੇ ਲਈ? ਮਸਾ ਤਾਂ ਤੁਸੀਂ ਮੰਗ ਰਹੇ ਆ, ਅਭਿਸ਼ੇਕ ਤਾਂ ਤੁਸੀਂ ਮੰਗ ਰਹੇ ਆ, ਸੰਡੇ ਨੂੰ ਮਿਲਦਾ ਵੀ ਆ, ਪਰ ਉਹ ਠਹਿਰਦਾ ਕਿਉਂ ਨਹੀਂ ਆ ਤੁਹਾਡੀ ਜ਼ਿੰਦਗੀਆਂ ਦੇ ਵਿੱਚ? ਉਹਦਾ ਕਾਰਨ ਇਹੀ ਆ ਕਿ ਤੁਸੀਂ ਜਿਹੜਾ ਸਮੇਂ ਆ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਦ ਦਿੰਦੇ ਆ, ਉਹਦੇ ਵਿੱਚ ਉਹਦੀ ਰਾਖੀ ਨਹੀਂ ਕਰਦੇ, ਉਹਦੇ ਵਿੱਚ ਉਹਦੀ ਕੇਅਰ ਨਹੀਂ ਕਰਦੇ, ਉਹਦੇ ਵਿੱਚ ਉਹਦੀ ਸਾਂਭ ਨਹੀਂ ਕਰਦੇ। ਹਾਲੇਲੂਇਆ। ਔਰ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਹਿਸਾਬ ਦੇਣਾ ਪੈਣਾ। ਸੀਰੀਅਸ ਹੋ ਜਾਓ ਆਤਮਾ ਦੇ ਵਿੱਚ, ਸੀਰੀਅਸ ਹੋ ਜਾਓ ਕ੍ਰਿਸਚੈਨਿਟੀ ਦੇ ਵਿੱਚ, ਸੀਰੀਅਸ ਹੋ ਜਾਓ ਪ੍ਰਭੂ ਦੇ ਵਿੱਚ। ਅਗਰ ਤੁਸੀਂ ਅੱਜ ਵੀ ਸੀਰੀਅਸ ਨਹੀਂ ਹੋ ਰਹੇ ਆ ਤੇ ਬਾਈਬਲ ਦੇ ਅਨੁਸਾਰ ਸਮੇਂ ਆ ਪਹੁੰਚਿਆ ਹੈ ਯਿਸੂ ਮਸੀਹ ਦੇ ਆਉਣ ਦਾ। ਜਦੋਂ ਤੁਸੀਂ ਹੁਣ ਲੜਾਈਆਂ ਦੀਆਂ ਗੱਲਾਂ ਸੁਣਦੇ ਆ ਤੇ ਦਿਲ ਘਬਰ ਜਾਂਦਾ ਆ, ਕਿਉਂਕਿ ਤੁਸੀਂ ਤਾਂ ਨਹੀਂ ਘਬਰੇ ਕਿਉਂਕਿ ਤੁਹਾਡਾ ਕੋਈ ਰਿਸ਼ਤੇਦਾਰ ਹੈ ਨਹੀਂ ਯੂਕਰੇਨ ਦੇ ਵਿੱਚ। ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਉੱਥੋਂ ਦੇ ਕੀ ਹਾਲਾਤ ਆ। ਬਾਈਬਲ ਜੋ ਕਹਿੰਦਾ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਜੋ ਹੋਣਾ ਆ ਉਹ ਹੋ ਕੇ ਰਹਿਣਾ ਆ, ਟਲਣਾ ਨਹੀਂ ਆ। ਬਾਈਬਲ ਕਹਿੰਦਾ ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਉਹਦੇ ਬੋਲੇ ਹੋਏ ਵਚਨ ਨਹੀਂ ਟਲਣੇ ਆ। ਇਹ ਉਹਦੇ ਬੋਲੇ ਹੋਏ ਵਚਨ ਆ ਜਿਹੜੇ ਪੂਰੇ ਹੋ ਰਹੇ ਆ। ਘਬਰਾਉਣ ਦੀ ਗੱਲ ਨਹੀਂ। ਜਿਹੜੇ ਆਤਮਿਕ ਲੋਕ ਆ ਉਹ ਘਬਰਾਉਂਦੇ ਨਹੀਂ ਆ ਇਦਾਂ ਦੀਆਂ ਅਫਵਾਹਾਂ ਸੁਣ ਕੇ, ਇਦਾਂ ਦੀਆਂ ਗੱਲਾਂ ਸੁਣ ਕੇ। ਉਹ ਇਟਰਨਲੀ ਅੰਦਰੋਂ ਖੁਸ਼ੀ ਮਨਾਉਂਦੇ ਆ ਕਿ ਯਿਸੂ ਮਸੀਹ ਆਉਣ ਵਾਲੇ ਆ। ਹਾਲੇਲੂਇਆ। ਮਰਨਾ ਹਰ ਇੱਕ ਨੇ ਆ, ਇਹ ਸਰੀਰ ਨੂੰ ਛੱਡਣਾ ਹਰ ਇੱਕ ਨੇ ਆ, ਪਰ ਜਿਹੜੇ ਆਤਮਿਕ ਲੋਕ ਆ, ਖੁਦਾਵੰਦ ਨਾਲ ਦਿਲੋਂ ਪਿਆਰ ਕਰਨ ਵਾਲੇ ਆ, ਉਹ ਆਨੰਦਿਤ ਹੁੰਦੇ ਆ ਕਿ ਯਿਸੂ ਮਸੀਹ ਦਾ ਆਉਣਾ ਹੋਰ ਨਜ਼ਦੀਕ ਹੋ ਗਿਆ ਹੈ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਯਿਸੂ ਮਸੀਹ ਦਾ ਆਉਣਾ ਹੋਰ ਵੀ ਜ਼ਿਆਦਾ ਕਰੀਬ ਹੋ ਗਿਆ ਹੈ। ਹਾਲੇਲੂਇਆ। ਸਾਨੂੰ, ਮੈਂ ਤੁਹਾਨੂੰ ਦੱਸ ਦਿੱਤਾ ਕਿ ਸਾਨੂੰ ਹਿਸਾਬ ਦੇਣਾ ਪੈਣਾ। ਖੁਦਾਵੰਦ ਦੇ ਸਿੰਘਾਸਨ ਦੇ ਸਾਹਮਣੇ ਤੁਹਾਨੂੰ ਤੇ ਮੈਨੂੰ ਖੜੇ ਹੋਣਾ ਪੈਣਾ ਆ। ਖੁਦਾਵੰਦ ਨੇ ਇਹ ਤੁਹਾਨੂੰ ਜ਼ਿੰਦਗੀ ਦਿੱਤੀ ਆ। ਖੁਦਾਵੰਦ ਨੇ ਤੁਹਾਨੂੰ ਮੂਰਤੀ ਪੂਜਾ ਦੇ ਵਿੱਚੋਂ ਕੱਢਿਆ। ਖੁਦਾਵੰਦ ਨੇ ਤੁਹਾਨੂੰ ਨਸ਼ੇ ਚੋਂ ਕੱਢਿਆ। ਖੁਦਾਵੰਦ ਨੇ ਤੁਹਾਨੂੰ ਪਾਪ ਚੋਂ ਕੱਢਿਆ। ਖੁਦਾਵੰਦ ਨੇ ਤੁਹਾਨੂੰ ਵਿਭਚਾਰ ਚੋਂ ਕੱਢਿਆ। ਖੁਦਾਵੰਦ ਨੇ ਤੁਹਾਨੂੰ ਮਾੜੀ ਸੰਗਤੀ ਦੇ ਵਿੱਚੋਂ, ਮਾੜੇ ਕੰਮ ਦੇ ਵਿੱਚੋਂ ਕੱਢਿਆ ਆ। ਔਰ ਅੱਜ ਜੋ ਕੁਝ ਖੁਦਾਵੰਦ ਨੇ ਤੁਹਾਨੂੰ ਦਿੱਤਾ ਉਹਦਾ ਹਿਸਾਬ ਦੇਣਾ ਪੈਣਾ। ਨਸ਼ਿਆਂ ਚੋਂ ਕੱਢ ਕੇ ਖੁਦਾਵੰਦ ਨੇ ਤੁਹਾਨੂੰ ਪਵਿੱਤਰ ਕਰ ਦਿੱਤਾ, ਔਰ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਦੇ ਰਹੇ ਆ ਖੁਦਾਵੰਦ ਨੂੰ?
ਉਹਦਾ ਹਿਸਾਬ ਦੇਣਾ ਪੈਣਾ। ਖੁਦਾਵੰਦ ਯਿਸੂ ਮਸੀਹ ਨੇ ਤੁਹਾਡੇ ਲਈ ਕੁਰਬਾਨੀ ਦੇ ਦਿੱਤੀ, ਆਪਣੀ ਜਾਨ ਦੇ ਦਿੱਤੀ, ਔਰ ਅੱਜ ਵਾਰੀ ਸਾਡੀ ਹੈ, ਅਸੀਂ ਕੀ ਕੁਰਬਾਨੀ ਦੇ ਰਹੇ ਹਾਂ, ਇਹਦਾ ਹਿਸਾਬ ਦੇਣਾ ਪੈਣਾ ਆ। ਦਿਲ ਨੂੰ ਜੋ ਚੰਗਾ ਲੱਗਦਾ ਅਸੀਂ ਕਰ ਰਹੇ ਹਾਂ, ਮਨ ਨੂੰ ਜੋ ਚੰਗਾ ਲੱਗਦਾ ਕਰ ਰਹੇ, ਰੂਹ ਨੂੰ ਜੋ ਚੰਗਾ ਲੱਗਦਾ ਉਹ ਕਰ ਰਹੇ ਹਾਂ। ਇਟ ਮੀਨਸ ਅਸੀਂ ਖੁਦਾ ਦੇ ਲਈ ਕੁਰਬਾਨੀ ਨਹੀਂ ਦੇ ਰਹੇ ਹਾਂ। ਖੁਦਾ ਦੇ ਲਈ ਕੁਰਬਾਨੀ ਦੇਣ ਦਾ ਮਤਲਬ ਆ ਸਾਨੂੰ ਜੋ ਚੰਗਾ ਲੱਗਦਾ ਪਰ ਉਹ ਖੁਦਾ ਨੂੰ ਨਹੀਂ ਚੰਗਾ ਲੱਗਦਾ, ਅਸੀਂ ਛੱਡ ਦਿੰਦੇ ਹਾਂ। ਬੋਲੋ ਆਮੀਨ, ਹਾਲੇਲੂਇਆ। ਇਟ ਮੀਨਸ ਅਸੀਂ ਖੁਦਾ ਨੂੰ ਕੁਰਬਾਨੀ ਦੇ ਰਹੇ ਹਾਂ ਕਿ ਹਾਂ ਪ੍ਰਭੂ ਮੈਂ ਤੇਰੇ ਲਈ ਇਹ ਕੁਰਬਾਨ ਕਰ ਰਿਹਾ, ਇਹ ਤੇਰੇ ਲਈ ਸੈਕਰੀਫਾਈਸ ਕਰ ਰਿਹਾ ਹਾਂ ਮੈਂ। ਹਾਲੇਲੂਇਆ। ਇਹਨਾਂ ਗੱਲਾਂ ਦੇ ਉੱਪਰ ਧਿਆਨ ਦਿਓ, ਸਮੇਂ ਨਜ਼ਦੀਕ ਆ ਪਹੁੰਚਿਆ ਆ ਖੁਦਾਵੰਦ ਨੂੰ ਹਿਸਾਬ ਦੇਣ ਦਾ। ਬਾਈਬਲ ਕਹਿੰਦਾ ਉਹ ਦਿਨ ਫਾਹੀ ਦੀ ਤਰ੍ਹਾਂ ਤੁਹਾਡੇ ਉੱਪਰ ਆ ਜਾਣਾ ਆ, ਵੇਲਾ ਨਹੀਂ ਆ, ਸਮੇਂ ਨਹੀਂ ਮਿਲਣਾ। ਅੱਜ ਲੜਾਈ ਦੀ ਗੱਲ ਤੁਹਾਡੇ ਤੱਕ ਪਹੁੰਚੀ ਆ ਕਿ ਦੇਸ਼ ਦੀ ਲੜਾਈ ਲੱਗ ਗਈ ਆ, ਵਰਲਡ ਵਾਰ ਲੱਗ ਗਈ ਆ, ਤੁਹਾਡੇ ਤੱਕ ਇਹ ਗੱਲ ਪਹੁੰਚੀ ਆ। ਹੁਣ ਤੁਹਾਡੇ ਕੋਲੋਂ ਸਮੇਂ ਹੈਗਾ ਆ, ਪਰ ਯਿਸੂ ਮਸੀਹ ਨੇ ਜਦੋਂ ਬੱਦਲਾਂ ਦੇ ਉੱਪਰ ਆਣਾ ਨਾ, ਉਦੋਂ ਤੁਹਾਡੇ ਕੋਲੋਂ ਸਮੇਂ ਨਹੀਂ ਹੋਣਾ, ਇੱਕ ਸੈਕਿੰਡ ਦਾ ਵੀ ਸਮੇਂ ਨਹੀਂ ਹੋਣਾ। ਅੱਜ ਤੁਹਾਡੇ ਕੋਲੋਂ ਕਲਾਮ ਸੁਣਨ ਦਾ ਸਮੇਂ ਆ, ਬਾਈਬਲ ਪੜ੍ਹਨ ਦਾ ਸਮੇਂ ਆ, ਬਾਈਬਲ ਦੇ ਅਨੁਸਾਰ ਚੱਲਣ ਦਾ ਸਮੇਂ ਆ, ਸਿਰਫ ਹਲੇ ਵਰਲਡ ਵਾਰ ਲੱਗੀ ਹੈ। ਅੱਜ ਸਮੇਂ ਹੈ ਤੌਬਾ ਕਰਨ ਦਾ, ਮੁੜ ਤੋਂ ਖੜਾ ਕਰਨ ਦਾ, ਕੁਝ ਡਿਸੀਜ਼ਨ ਲੈਣ ਦਾ। ਬਟ ਜਿਸ ਦਿਨ ਯਿਸੂ ਮਸੀਹ ਬਦਲਾਂ ਦੇ ਉੱਪਰ ਆ ਗਏ ਔਰ ਉਹ ਆਵਾਜ਼ ਤੁਹਾਡੇ ਤੱਕ ਪਹੁੰਚੀ, ਉਹ ਦਰਸ਼ਨ ਤੁਹਾਨੂੰ ਹੋਊਗਾ। ਜਦੋਂ ਤੁਸੀਂ ਆਪਣਾ ਸਿਰ ਤਾਂ ਨੂੰ ਉਠਾਓਗੇ, ਆਕਾਸ਼ ਦੀਆਂ ਧਰਤੀਆਂ ਸ਼ਕਤੀਆਂ ਜਦੋਂ ਹਿਲਾਈਆਂ ਜਾਣੀਆਂ ਆ ਔਰ ਤੁਹਾਨੂੰ ਪਤਾ ਲੱਗੇਗਾ ਕਿ ਯਿਸੂ ਮਸੀਹ ਆ ਰਹੇ ਆ, ਤੇ ਫਿਰ ਤੁਹਾਡੇ ਕੋਲੋਂ ਸਮੇਂ ਨਹੀਂ ਆ ਤੌਬਾ ਕਰਨ ਦਾ, ਫਿਰ ਤੁਹਾਡੇ ਕੋਲੋਂ ਸਮੇਂ ਨਹੀਂ ਆ ਤੌਬਾ ਕਰਨ ਦਾ। ਅੱਜ ਤੁਹਾਡੇ ਕੋਲੋਂ ਸਮੇਂ ਆ। ਅੱਜ ਤੁਹਾਡੇ ਕੋਲੋਂ ਆਪਣੇ ਉਸ ਸਮੇਂ ਨੂੰ, ਜੋ ਤੁਸੀਂ ਖੁਦਾਵੰਦ ਨੂੰ ਹਿਸਾਬ ਦੇਣਾ ਆ, ਉਸ ਸਮੇਂ ਨੂੰ ਆਪਣੇ ਨੂੰ ਪ੍ਰਪੇਅਰ ਕਰੀਏ, ਉਸ ਪੈਸੇ ਨੂੰ ਪ੍ਰਪੇਅਰ ਕਰੀਏ ਜੋ ਖੁਦਾਵੰਦ ਤੁਹਾਨੂੰ ਦੇ ਰਿਹਾ, ਉਸ ਤੰਦਰੁਸਤੀ ਨੂੰ ਪ੍ਰਪੇਅਰ ਕਰੀਏ, ਇਨਵੈਸਟ ਕਰੀਏ ਸਪਿਰਿਚੁਅਲਿਟੀ ਦੇ ਵਿੱਚ। ਆਪਣੀ ਤੰਦਰੁਸਤੀ ਨੂੰ, ਆਪਣੇ ਪੈਸੇ ਨੂੰ, ਆਪਣੇ ਸਮੇਂ ਨੂੰ ਖੁਦਾਵੰਦ ਦੇ ਵਿੱਚ ਇਨਵੈਸਟ ਕਰੀਏ, ਉਹ ਤੁਹਾਨੂੰ ਇਟਰਨਲੀ ਲਾਈਫ ਗਿਫਟ ਕਰੇਗਾ। ਬੋਲੋ ਆਮੀਨ, ਹਾਲੇਲੂਇਆ। ਤੁਸੀਂ ਆਪਣੇ ਸਮੇਂ ਨੂੰ ਇਨਵੈਸਟ ਕਰ ਰਹੇ ਆ ਖੁਦਾਵੰਦ ਦੇ ਲਈ, ਖੁਦਾਵੰਦ ਦੇ ਵਿੱਚ, ਆਤਮਾ ਦੇ ਵਿੱਚ, ਔਰ ਉਹ ਤੁਹਾਨੂੰ ਸਵਰਗ ਦਾ ਅਧਿਕਾਰੀ ਬਣਾਏਗਾ। ਬੋਲੋ ਆਮੀਨ, ਹਾਲੇਲੂਇਆ। ਉਮੀਦ ਕਰਦਾ ਤੁਹਾਡੀ ਸਮਝ ਦੇ ਵਿੱਚ ਆ ਰਿਹਾ ਹੈ ਅੱਜ ਦਾ ਵਚਨ, ਜੋ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਤੱਕ ਪਹੁੰਚਦਾ ਆ। ਹਾਲੇਲੂਇਆ। ਡਰਨਾ ਜਾਇਜ਼ ਆ, ਲੇਕਿਨ ਇਹ ਡਰ ਸਦਾ ਹੀ ਬਣਿਆ ਰਹਿਣਾ ਚਾਹੀਦਾ ਹੈ। ਇਹ ਨਹੀਂ ਕਿ ਜਦੋਂ ਕੋਈ ਅਫਵਾਹ ਸੁਣੋ ਤੁਸੀਂ ਤੇ ਉਦੋਂ ਤੁਹਾਨੂੰ ਡਰ ਲੱਗੇ, ਜਾਂ ਤੁਸੀਂ ਕਿਸੇ ਕੋਵਿਡ ਪੇਸ਼ੈਂਟ ਦੇ ਕੋਲੋਂ ਲੰਘ ਜਾਓ ਜਾਂ ਉਹਨਾਂ ਸ਼ੇਕ ਹੈਂਡ ਕਰ ਲਓ ਤੇ ਉਦੋਂ ਦਾ ਜਿਹੜਾ ਡਰ ਉਹ ਸਦਾ ਦਾ ਬਣਨਾ ਚਾਹੀਦਾ। ਜਿਹੜਾ ਤੁਸੀਂ ਬਾਈਬਲ ਦੇ ਵਿੱਚ ਪੜ੍ਹਦੇ ਆ, ਨਰਕ ਜਾਣ ਵਾਲਾ, ਸਦੂਮ ਤੇ ਅਮੂਰਾਂ ਦਾ ਜਿੱਦਾਂ ਨਾਸ਼ ਹੋਇਆ, ਨੀਨਵਾ ਦੇ ਲੋਕਾਂ ਦਾ ਜਿੱਦਾਂ ਨਾਸ਼ ਹੋਇਆ, ਤੁਹਾਨੂੰ ਇਹ ਦੇਖਣਾ ਪੈਣਾ ਔਰ ਡਰ ਬਰਕਰਾਰ ਰੱਖਣਾ ਪੈਣਾ ਆਪਣੀ ਜ਼ਿੰਦਗੀਆਂ ਦੇ ਵਿੱਚ। ਕਦੀ ਕਦੀ ਨਹੀਂ ਕਿ ਜਦੋਂ ਲੱਗੇ ਕਿ ਹਾਂ ਹੁਣ ਆਹ ਪ੍ਰੋਬਲਮ ਆ ਗਈ ਹੈ, ਹੁਣ ਡਰਨ ਦੀ ਜ਼ਰੂਰਤ ਹੈ, ਨਹੀਂ। ਇਹ ਡਰ ਹਮੇਸ਼ਾ ਹੀ ਬਣਿਆ ਰਹਿਣਾ ਚਾਹੀਦਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ। ਕਦੀ ਪਾਪ ਨਹੀਂ ਕਰੋਗੇ, ਕਦੀ ਸ਼ੈਤਾਨ ਤੁਹਾਡੇ ਕੋਲ ਨਹੀਂ ਆਏਗਾ, ਕਦੀ ਤੁਹਾਡੇ ਉੱਪਰ ਉਹ ਹੈਵੀ ਨਹੀਂ ਹੋਏਗਾ, ਅਗਰ ਪਰਮੇਸ਼ਵਰ ਦੇ ਵਚਨ ਦਾ ਡਰ ਔਰ ਪਰਮੇਸ਼ਵਰ ਦਾ ਡਰ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇਗਾ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ 3 ਰੈਫਰੈਂਸ ਦੇਣੇ ਆ, ਉਮੀਦ ਕਰਦਾ ਤੁਸੀਂ ਬੜੀ ਅਦਬ ਦੇ ਨਾਲ ਸੁਣੋਗੇ। ਹਿਸਾਬ ਦੇਣਾ ਪੈਣਾ ਆ ਤੁਹਾਨੂੰ ਤੇ ਮੈਨੂੰ, ਬਿਨਾਂ ਹਿਸਾਬ ਦੇ ਅਸੀਂ ਛੁੱਟ ਨਹੀਂ ਸਕਦੇ। ਜਿੱਦਾਂ ਇੱਕ ਸਟੂਡੈਂਟ ਨੂੰ ਪੂਰਾ ਸਾਲ ਪੜ੍ਹਨ ਤੋਂ ਬਾਅਦ ਉਹਦਾ ਲਾਸਟ ਤੇ ਜਾ ਕੇ ਐਗਜ਼ਾਮ ਹੁੰਦਾ ਆ, ਮਤਲਬ ਉਹਨੇ ਜੋ ਪੜ੍ਹਿਆ ਆ ਉਹਦਾ ਹਿਸਾਬ ਦੇ ਰਿਹਾ ਉਹ, ਕਿ ਮੈਂ ਨਲਾਇਕ ਆ ਜਾਂ ਮੈਂ ਹੁਸ਼ਿਆਰ ਆ, ਮੈਂ ਪਾਸ ਹੋਣ ਵਾਲਾ ਜਾਂ ਮੈਂ ਫੇਲ ਹੋਣ ਵਾਲਾ ਆ। ਹਾਲੇਲੂਇਆ। ਏਦਾਂ ਤੁਹਾਨੂੰ ਤੇ ਮੈਨੂੰ ਹਿਸਾਬ ਦੇਣਾ ਪੈਣਾ ਕਿ ਮੈਂ ਨਰਕ ਦੇ ਵਿੱਚ ਜਾਣ ਵਾਲੇ ਕੰਮ ਕਰ ਰਿਹਾ ਜਾਂ ਕਰ ਰਹੀ ਹਾਂ, ਜਾਂ ਮੈਂ ਸਵਰਗ ਜਾਣ ਵਾਲੇ ਕੰਮ ਕਰਦਾ ਤਾਂ ਕਰਦੀ ਪਈ ਹਾਂ। ਹਾਲੇਲੂਇਆ। ਸਾਨੂੰ ਹਿਸਾਬ ਦੇਣਾ ਪੈਣਾ। ਬਾਈਬਲ ਕਹਿੰਦਾ ਮਨੁੱਖ ਜਿਹੜਾ ਆ, ਪੇੜ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ, ਮਨੁੱਖ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ। ਫਿਰ ਪਤਾ ਲੱਗਦਾ ਕਿ ਉਹ ਕਿੱਥੇ ਆਪਣਾ ਸਮੇਂ ਇਨਵੈਸਟ ਕਰਦਾ। ਤੁਸੀਂ ਕਿਸੇ ਨੂੰ ਮਿਲੋ, ਬੇਸ਼ੱਕ ਉਹ ਕ੍ਰਿਸਚਨ ਆ, ਅਗਰ ਉਹ ਜ਼ਿਆਦਾ ਹਾਸਾ ਠੱਠਾ ਕਰਦਾ ਪਿਆ, ਇਟ ਮੀਨਸ ਉਹ ਆਪਣਾ ਸਮੇਂ ਖੁਦਾਵੰਦ ਦੇ ਵਿੱਚ ਘੱਟ ਇਨਵੈਸਟ ਕਰਦਾ ਪਿਆ। ਅਗਰ ਕਿਸੇ ਦੇ ਮੂੰਹ ਦੇ ਵਿੱਚੋਂ ਮੰਦਭਾਗੇ ਸ਼ਬਦ ਉਚਾਰੇ ਜਾਂਦੇ ਆ, ਇਟ ਮੀਨਸ ਉਹ ਖੁਦਾਵੰਦ ਦੇ ਨਾਲ ਸਮੇਂ ਜਿਹੜਾ ਘੱਟ ਇਨਵੈਸਟ ਕਰਦਾ ਪਿਆ। ਹਾਲੇਲੂਇਆ। ਅਗਰ ਤੁਸੀਂ ਪ੍ਰਾਰਥਨਾ ਦੇ ਵਿੱਚ ਸਮੇਂ ਘੱਟ ਇਨਵੈਸਟ ਕਰਦੇ ਪਏ ਆ ਤੇ ਤੁਹਾਨੂੰ ਫਿਰ ਸ਼ੈਤਾਨ ਦੇ ਦੁਆਰਾ ਜਿਹੜੀਆਂ ਚੁਣੌਤੀਆਂ ਦਿੱਤੀਆਂ ਜਾਣੀਆਂ, ਉਹਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਹੈ। ਤੁਸੀਂ ਜਿੱਤ ਨਹੀਂ ਸਕਦੇ, ਤੁਸੀਂ ਸ਼ੈਤਾਨ ਨੂੰ ਹਰਾ ਨਹੀਂ ਸਕਦੇ, ਤੁਸੀਂ ਸ਼ੈਤਾਨ ਨੂੰ ਆਪਣੀ ਜ਼ਿੰਦਗੀ ਚੋਂ ਭਜਾ ਨਹੀਂ ਸਕਦੇ ਆ। ਬਾਈਬਲ ਕਹਿੰਦਾ ਤੁਸੀਂ ਡਾਂਟੋ ਤੇ ਉਹ ਭੱਜ ਜਾਏਗਾ, ਪਰ ਏਦਾਂ ਨਹੀਂ ਭੱਜੇਗਾ।
ਜਦੋਂ ਮਿਰਗੀ ਵਾਲੇ ਬੰਦੇ ਨੂੰ ਚੇਲਿਆਂ ਨੇ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਏ, ਪਰ ਜਦੋਂ ਯਿਸੂ ਮਸੀਹ ਨੇ ਉਹਨੂੰ ਠੀਕ ਕਰ ਦਿੱਤਾ, ਫਿਰ ਚੇਲਿਆਂ ਨੇ ਪੁੱਛਿਆ ਅਸੀਂ ਕਿਉਂ ਨਹੀਂ ਕਰ ਪਾਏ? ਯਿਸੂ ਮਸੀਹ ਕਹਿੰਦੇ ਇਦਾਂ ਦੀ ਪ੍ਰਾਰਥਨਾ ਦੇ ਨਾਲ ਨਹੀਂ ਹੁੰਦਾ, ਇਦਾਂ ਦੀ ਪ੍ਰਾਰਥਨਾ ਦੇ ਨਾਲ ਡਿਲੀਵਰ ਨਹੀਂ ਹੁੰਦਾ ਬੰਦਾ। ਹਾਲੇਲੂਇਆ। ਫਾਸਟਿੰਗ ਕਰਨੀ ਪੈਂਦੀ ਆ, ਖੁਦਾਵੰਦ ਦੇ ਵਿੱਚ ਸਮੇਂ ਇਨਵੈਸਟ ਕਰਨਾ ਪੈਂਦਾ, ਖੁਦਾਵੰਦ ਦੇ ਵਿੱਚ ਜ਼ਿੰਦਗੀ ਨੂੰ ਇਨਵੈਸਟ ਕਰਨਾ ਪੈਂਦਾ ਹੈ। ਹਾਲੇਲੂਇਆ। ਕੁਰਬਾਨੀਆਂ ਦੇਣੇ ਪੈਂਦੀਆਂ ਆ, ਸੈਕਰੀਫਾਈਸ ਕਰਨਾ ਪੈਂਦਾ ਆ। ਦੈਨ ਫਿਰ ਜੋ ਤੁਸੀਂ ਤੋੜਨਾ ਚਾਹੁੰਦੇ ਟੁੱਟੇਗਾ, ਜੋ ਜੋੜਨਾ ਚਾਹੁੰਦੇ ਉਹ ਜੁੜੇਗਾ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਬਟ ਹਿਸਾਬ ਦੇਣਾ ਪੈਣਾ ਸਾਨੂੰ, ਯਾਦ ਰੱਖਣਾ ਹੈ ਮੇਰੀ ਗੱਲ ਨੂੰ, ਪੱਲੇ ਦੇ ਨਾਲ ਬੰਨ ਲਵੋ। ਹਿਸਾਬ ਦੇਣਾ ਪਏਗਾ। ਜੋ ਮੂੰਹ ਦੇ ਵਿੱਚੋਂ ਬੋਲ ਦਿੱਤਾ, ਜੋ ਇਹਨਾਂ ਕੰਨਾਂ ਦੇ ਨਾਲ ਸੁਣ ਲਿਆ, ਜੋ ਇਹਨਾਂ ਅੱਖਾਂ ਦੇ ਨਾਲ ਦੇਖ ਲਿਆ ਆ, ਜੋ ਇਸ ਸਰੀਰ ਦੇ ਨਾਲ ਕਰ ਲਿਆ ਆ, ਉਹਦਾ ਹਿਸਾਬ ਦੇਣਾ ਪੈਣਾ। ਇਹਨਾਂ ਹੱਥਾਂ ਦੇ ਨਾਲ ਜੋ ਕੀਤਾ ਉਹਦਾ ਹਿਸਾਬ ਦੇਣਾ ਪੈਣਾ। ਇਹਨਾਂ ਪੈਰਾਂ ਦੇ ਨਾਲ ਜੋ ਕੀਤਾ ਉਹਦਾ ਹਿਸਾਬ ਦੇਣਾ ਪੈਣਾ ਆ। ਇਹਨਾਂ ਇੰਦਰੀਆਂ ਦੇ ਨਾਲ ਜੋ ਕੀਤਾ, ਇਸ ਰੂਹ ਦੇ ਨਾਲ ਜੋ ਕੀਤਾ, ਇਸ ਸਰੀਰ ਦੇ ਨਾਲ ਜੋ ਕੀਤਾ, ਉਹਦਾ ਹਿਸਾਬ ਦੇਣਾ ਪੈਣਾ ਹੈ। ਬਾਈਬਲ ਪੜ੍ਹਨ ਦੇ ਲਈ, ਬਾਈਬਲ ਫੜਨ ਦੇ ਲਈ, ਖੁਦਾ ਦੇ ਕੰਮ ਕਰਨ ਦੇ ਲਈ ਇਹ ਹੱਥ ਪੈਰ ਤੁਹਾਨੂੰ ਤੇ ਮੈਨੂੰ ਦਿੱਤੇ ਆ। ਖੁਦਾ ਦੇ ਗੱਲਾਂ, ਪਵਿੱਤਰ ਗੱਲਾਂ ਸੁਣਨ ਦੇ ਲਈ ਕੰਨ ਦਿੱਤੇ ਆ। ਪਵਿੱਤਰ ਗੱਲਾਂ ਬੋਲਣ ਦੇ ਲਈ ਸਾਨੂੰ ਜ਼ੁਬਾਨ ਦਿੱਤੀ ਆ, ਬੁੱਲ ਦਿੱਤੇ ਆ, ਆਵਾਜ਼ ਦਿੱਤੀ ਆ। ਸਾਡੇ ਗਲੇ ਨੂੰ ਉਹਨੇ ਮਸਾ ਕੀਤਾ ਆ। ਹਾਲੇਲੂਇਆ। ਇਹ ਅੱਖਾਂ ਖੁਦਾਵੰਦ ਦੇ ਕੰਮ ਦੇਖਣ ਦੇ ਲਈ, ਬਲੂ ਫਿਲਮਾਂ ਦੇਖਣ ਦੇ ਲਈ ਨਹੀਂ, ਗੰਦੀਆਂ ਫਿਲਮਾਂ ਦੇਖਣ ਦੇ ਲਈ ਨਹੀਂ, ਟਿਕਟੌਕ ਦੇ ਉੱਪਰ ਅਸ਼ਲੀਲਤਾ ਦੇਖਣ ਦੇ ਲਈ ਨਹੀਂ। ਅਗਰ ਦੇਖ ਰਹੇ ਹੋ ਤੇ ਤੁਹਾਨੂੰ ਹਿਸਾਬ ਦੇਣਾ ਪੈਣਾ ਖੁਦਾਵੰਦ ਨੂੰ। ਯਾਦ ਰੱਖਣਾ ਮੇਰੀ ਗੱਲ ਨੂੰ, ਜੋ ਮੂੰਹ ਦੇ ਵਿੱਚੋਂ ਉਚਾਰਦੇ ਪਏ ਆ ਉਹਦਾ ਹਿਸਾਬ ਦੇਣਾ ਪੈਣਾ ਤੁਹਾਨੂੰ ਇੱਕ ਦਿਨ। ਬਿਨਾਂ ਹਿਸਾਬ ਦਿੱਤੇ ਤੁਸੀਂ ਛੁੱਟ ਨਹੀਂ ਸਕਦੇ, ਬਿਨਾਂ ਹਿਸਾਬ ਦਿੱਤੇ ਤੁਸੀਂ ਹੀਲਿੰਗ ਨਹੀਂ ਲੈ ਸਕਦੇ ਖੁਦਾਵੰਦ ਦੇ ਕੋਲੋਂ, ਸਵਰਗ ਦੇ ਅਧਿਕਾਰੀ ਨਹੀਂ ਹੋ ਸਕਦੇ। ਤੁਹਾਨੂੰ ਹਿਸਾਬ ਦੇਣਾ ਪਏਗਾ। ਸਿਆਣੇ ਬਜ਼ੁਰਗ ਕਹਿ ਗਏ ਆ, ਕਹਿੰਦੇ ਜੋ ਬੰਦਾ ਕਰਦਾ ਉਹੀ ਭਰਦਾ ਆ। ਜੋ ਅਸੀਂ ਹੁਣ ਕਰਨਾ ਆ ਉਹੀ ਫਿਰ ਸਾਡਾ ਰਿਜ਼ਲਟ ਆ। ਉਹੀ ਫਿਰ ਸਾਡਾ ਰਿਜ਼ਲਟ ਹੈ ਕਿ ਅਸੀਂ ਨਰਕ ਦੇ ਅਧਿਕਾਰੀ ਬਣਨਾ ਜਾਂ ਅਸੀਂ ਸਦਾ ਹੀ ਸਵਰਗ ਦੇ ਅਧਿਕਾਰੀ ਬਣਨਾ। ਹਾਲੇਲੂਇਆ। ਇਹ ਬਾਡੀ ਤੁਹਾਨੂੰ ਦਿੱਤੀ ਹੈ, ਇਹ ਰੂਹ ਤੁਹਾਨੂੰ ਦਿੱਤਾ ਹੈ। ਦੇਖੋ ਇਹ ਕਿੱਧਰ ਨੂੰ ਜਾ ਰਿਹਾ ਹੈ। 30% ਕਿੱਧਰ ਨੂੰ ਜਾ ਰਿਹਾ ਔਰ 70% ਕਿੱਧਰ ਨੂੰ ਜਾ ਰਿਹਾ? ਪਾਪ ਵੱਲ ਨੂੰ ਜ਼ਿਆਦਾ ਜਾ ਰਿਹਾ। ਤਕੜੀ ਹੈ ਦੇਖੋ ਤੁਹਾਡੀ, ਇਹ ਪਾਪ ਵੱਲ ਨੂੰ ਜ਼ਿਆਦਾ ਵੱਧ ਰਿਹਾ ਹੈ ਜਾਂ ਪਵਿੱਤਰਤਾਈ ਵੱਲ ਨੂੰ ਵੱਧ ਰਿਹਾ ਹੈ? ਇਹ ਤੁਸੀਂ ਹੀ ਧਿਆਨ ਦੇਣਾ ਹੈ, ਕਿਸੇ ਹੋਰ ਨੇ ਧਿਆਨ ਨਹੀਂ ਦੇਣਾ। ਜੇ ਕੋਈ ਹੋਰ ਧਿਆਨ ਦੇਗਾ ਤਾਂ ਉਹ ਗੱਲਾਂ ਕਰੇਗਾ, ਤੁਹਾਡੀ ਬਦਕੋਈ ਕਰੇਗਾ। ਜੇ ਤੁਸੀਂ ਖੁਦ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦੇ ਲਓ ਤੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਰੈਫਰੈਂਸ ਦੇਣਾ ਚਾਹੁੰਦਾ ਆ, ਪੜ੍ਹੀਏ ਮੇਰੇ ਨਾਲ। ਜਦੋਂ ਅਸੀਂ ਸੰਤ ਲੂਕਾ ਦੀ ਅੰਜੀਲ ਨੂੰ ਖੋਲ੍ਹਣਾ ਆ ਔਰ ਉਹਦਾ 21 ਨੰਬਰ ਅਧਿਆਇ ਔਰ ਉਹਦਾ 33 ਤੋਂ 36 ਨੰਬਰ ਪੰਕਤੀ। ਲੂਕਾ ਦਾ ਅੰਜੀਲ ਉਹਦਾ 21 ਨੰਬਰ ਅਧਿਆਇ ਉਹਦਾ 33 ਤੋਂ 36 ਨੰਬਰ ਪੰਕਤੀ ਤੱਕ ਮੈਂ ਪੜ੍ਹਨਾ ਚਾਹੁੰਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ। ਜੇ ਉਹਨੇ ਤੋੜਿਆਂ ਦਾ ਹਿਸਾਬ ਲਿਆ ਨਾ ਆ ਕੇ ਤੇ ਉਹਦਾ ਵਚਨ ਆਏ, ਉਹਦੇ ਵਚਨ ਟਲਨੇ ਨਹੀਂ ਆ, ਨਾ ਹੀ ਉਹਨੇ ਵਚਨ ਤੋਂ ਬਾਹਰ ਜਾਣਾ। ਉਹਨੇ ਇਹ ਕਾਨੂੰਨ ਤੁਹਾਡੇ ਸਾਹਮਣੇ ਲਿਖ ਦਿੱਤਾ ਆ। ਉਹਨੇ ਇਹਦੇ ਵਿੱਚ ਸਜ਼ਾਵਾਂ ਵੀ ਲਿਖ ਦਿੱਤੀਆਂ ਆ, ਇਹਦੇ ਵਿੱਚ ਮਾਫੀ ਵੀ ਲਿਖ ਦਿੱਤੀ ਆ, ਸਾਰਾ ਕੁਝ ਇਹਦੇ ਵਿੱਚ ਲਿਖ ਦਿੱਤਾ। ਹੁਣ ਅਸੀਂ ਇਨਵੈਸਟ ਕਿੱਥੇ ਕਰਨਾ? ਪਾਪ ਦੇ ਵਿੱਚ ਜਾਂ ਪਵਿੱਤਰਤਾਈ ਦੇ ਵਿੱਚ? ਸ਼ੈਤਾਨ ਦੇ ਲਈ ਇਨਵੈਸਟ ਕਰਨਾ ਜਾਂ ਖੁਦਾਵੰਦ ਦੇ ਲਈ ਆਪਣੇ ਜੀਵਨ ਨੂੰ ਇਨਵੈਸਟ ਕਰਨਾ? ਤੁਸੀਂ ਬਾਈਬਲ ਨੂੰ ਪੜ੍ਹੋ, ਯਹੂਦਾ ਨੇ ਕਿੱਥੇ ਇਨਵੈਸਟ ਕੀਤਾ ਔਰ ਉਹਦਾ ਰਿਜ਼ਲਟ ਕੀ ਆਇਆ? ਪੌਲੁਸ ਨੇ ਕਿੱਥੇ ਇਨਵੈਸਟ ਕੀਤਾ ਆਪਣਾ ਜੀਵਨ, ਆਪਣਾ ਸਮੇਂ? ਪਤਰਸ ਨੇ ਕਿੱਥੇ ਕੀਤਾ? ਦਾਨੀਅਲ ਨੇ ਕਿੱਥੇ ਕੀਤਾ? ਸ਼ਦਰਕ ਮਿਸ਼ਕ ਅਬਦਨਗੋ ਨੇ ਕਿੱਥੇ ਕੀਤਾ? ਇਬਰਾਹਿਮ ਨੇ ਕਿੱਥੇ ਕੀਤਾ? ਇਜ਼ਾਕ, ਯਾਕੂਬ, ਐਸਾਓ, ਕਿੱਥੇ ਇਹਨਾਂ ਨੇ ਇਨਵੈਸਟ ਕੀਤਾ? ਤੁਸੀਂ ਦੇਖੋ ਬਾਈਬਲ ਦੇ ਵਿੱਚ, ਤੁਹਾਨੂੰ ਫਿਰ ਪਤਾ ਲੱਗੇ। ਗਿਦੌਨ ਨੇ ਕਿੱਥੇ ਇਨਵੈਸਟ ਕੀਤਾ? ਹਾਲੇਲੂਇਆ। ਸੁਲੇਮਾਨ ਨੇ ਕਿੱਥੇ ਇਨਵੈਸਟ ਕੀਤਾ? ਆਪਣਾ ਸਮੇਂ, ਆਪਣਾ ਧਨ, ਆਪਣੀ ਦੌਲਤ। ਅਗਰ ਤੁਸੀਂ ਇਨਵੈਸਟ ਕਰਨ ਦੇ ਵਿੱਚ ਕਮਜ਼ੋਰ ਆ, ਇਹਦਾ ਮਤਲਬ ਤੁਸੀਂ ਹਲੇ ਤੱਕ ਉਹਦੇ ਪਿਆਰ ਨੂੰ ਜਾਣਿਆ ਨਹੀਂ। ਅਗਰ ਖੁਦਾਵੰਦ ਤੁਹਾਨੂੰ 2 ਘੰਟੇ ਵੀ ਦੇ ਰਿਹਾ ਪੂਰੇ ਦਿਨ ਦੇ ਵਿੱਚ ਔਰ ਤੁਸੀਂ ਉਹਦੇ ਵਿੱਚੋਂ 1.5 ਘੰਟਾ ਵੀ ਇਨਵੈਸਟ ਨਹੀਂ ਕਰਦੇ ਪਏ ਤਾਂ ਇਟ ਮੀਨਸ ਤੁਸੀਂ ਖੁਦਾ ਨੂੰ ਜਾਣਿਆ ਨਹੀਂ, ਤੁਸੀਂ ਨਾਨ ਕ੍ਰਿਸਚਨ ਆ। ਯਾਦ ਰੱਖਣਾ ਮੇਰੀ ਗੱਲ ਨੂੰ, ਮੈਂ ਤੁਹਾਨੂੰ ਨਾਨ ਕ੍ਰਿਸਚਨ ਕਹਿ ਰਿਹਾ ਆ ਕਿ ਅਗਰ ਤੁਸੀਂ, ਕਿਉਂਕਿ ਕ੍ਰਿਸਚਨ ਬੰਦਾ ਹੀ ਖੁਦਾਵੰਦ ਨੂੰ ਟਾਈਮ ਦੇਗਾ ਔਰ ਜਿਹੜਾ ਖੁਦਾਵੰਦ ਯਿਸੂ ਮਸੀਹ ਨੂੰ ਟਾਈਮ ਨਹੀਂ ਦੇ ਰਿਹਾ ਇਟ ਮੀਨਸ ਉਹ ਨਾਨ ਕ੍ਰਿਸਚਨ ਆ। ਅਗਰ ਬਾਈਬਲ ਤੁਹਾਡੇ ਹੱਥ ਦੇ ਵਿੱਚ ਆ ਜਾਂ ਤੁਹਾਡੇ ਘਰ ਦੇ ਵਿੱਚ ਆ, ਤੁਹਾਡੇ ਨਾਮ ਦੇ ਉੱਤੇ ਬੋਲਦੀ ਪਈ ਆ
ਤੇ ਤੁਸੀਂ ਉਹਨੂੰ ਪੜ੍ਹ ਨਹੀਂ ਰਹੇ ਆ ਤੇ ਇਟ ਮੀਨਸ ਤੁਸੀਂ ਨਾਨ ਕ੍ਰਿਸਚਨ ਆ, ਕਿਉਂਕਿ ਉਹ ਵੀ ਨਹੀਂ ਪੜ੍ਹਦੇ। ਹਾਲੇਲੂਇਆ। ਮੈਂ ਦੱਸ ਰਿਹਾ ਤੁਹਾਨੂੰ, ਕਈ ਲੋਕਾਂ ਦਾ ਇੱਕ ਪਖੰਡ ਹੁੰਦਾ ਆ, ਕਈ ਲੋਕਾਂ ਦਾ ਇੱਕ ਬਹਾਨਾ ਹੁੰਦਾ ਆ, ਪਾਸਟਰ ਜੀ ਦੁਆ ਮੇਰੀ ਹੈਗੀ ਆ ਪਰ ਬਾਈਬਲ ਨਹੀਂ ਮੇਰੇ ਤੋਂ ਪੜ੍ਹ ਹੁੰਦੀ। ਕਈ ਲੋਕਾਂ ਦਾ ਬਹਾਨਾ ਹੁੰਦਾ, ਪਾਸਟਰ ਜੀ ਬਾਈਬਲ ਪੜ੍ਹ ਹੋ ਜਾਂਦੀ ਪਰ ਦੁਆ ਨਹੀਂ ਕਰ ਹੁੰਦੀ। ਮੈਨੂੰ ਦੱਸਣ ਦੇ ਨਾਲ ਕੁਝ ਨਹੀਂ ਹੋਣਾ, ਤੁਹਾਨੂੰ ਹਿਸਾਬ ਉਹਨੂੰ ਦੇਣਾ ਪੈਣਾ ਆ ਔਰ ਉਹਨੇ ਤੁਹਾਡਾ ਰਿਜ਼ਲਟ ਦੱਸਣਾ ਆ। ਫਿਰ ਕੋਈ ਬਚਾ ਨਹੀਂ ਆ, ਕੋਈ ਤਰਸ ਨਹੀਂ ਆ, ਕੋਈ ਰਹਿਮ ਨਹੀਂ ਆ। ਅੱਜ ਪਾਸਟਰ ਨੂੰ ਬਹਾਨੇ ਲੱਗ ਸਕਦੇ ਆ, ਆਤਮਿਕ ਭੈਣ ਭਰਾਵਾਂ ਨੂੰ ਐਕਸਕਿਊਜ਼ ਦੇ ਹੋ ਸਕਦੇ ਆ, ਪਰ ਖੁਦਾਵੰਦ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ। ਉਹ ਕਹਿੰਦਾ ਮੈਂ ਤੈਨੂੰ ਵਚਨ ਦੇ ਦਿੱਤਾ ਆ, ਇਹਨੂੰ ਹੁਣ ਪੂਰਾ ਕਰ। ਮੈਂ ਤੈਨੂੰ ਦੱਸ ਦਿੱਤਾ ਹੈ ਤੇਰਾ ਸਮੇਂ ਕਿੱਥੇ ਇਨਵੈਸਟ ਹੋਣਾ ਚਾਹੀਦਾ। ਮੈਂ ਤੈਨੂੰ ਦੱਸ ਦਿੱਤਾ ਆ ਵਚਨ ਕਦੋਂ ਕਿੰਨਾ ਪੜ੍ਹਨਾ ਆ। ਫਿਰ ਵੀ ਤੂੰ ਨਹੀਂ ਕਰੇਗਾ, ਤੈਨੂੰ ਉਹਦਾ ਹਿਸਾਬ ਦੇਣਾ ਪਏਗਾ ਔਰ ਰਿਜ਼ਲਟ ਫਿਰ ਉਹ ਸੱਚਾ ਨਿਆਈ ਆ। ਬਾਈਬਲ ਕਹਿੰਦਾ ਉਹ ਸੱਚਾ ਨਿਆਈ ਆ, ਝੂਠਾ ਨਹੀਂ ਆ। ਉਹਨੇ ਸੱਚਾਈ ਦੇ ਨਾਲ ਨਿਆਂ ਕਰਨਾ ਆ ਤੁਹਾਡਾ। ਇਹ ਨਹੀਂ ਆ ਕਿ ਤੁਸੀਂ ਵਿਚਾਰ ਕਰਦੇ ਰਹੇ, ਨਸ਼ਾ ਕਰਦੇ ਰਹੇ ਔਰ ਉਧਰ ਲੰਗਰ ਲਗਾਉਂਦੇ ਰਹੇ ਆ, ਲੋਕਾਂ ਦੀ ਮਦਦ ਕਰਦੇ ਰਹੇ ਆ ਵੀ ਤੁਹਾਨੂੰ ਲੱਗੇ ਕਿ ਪਰਮੇਸ਼ਵਰ ਦੇ ਵੱਲੋਂ ਫੇਵਰ ਮਿਲ ਜਾਏਗਾ। ਨਹੀਂ, ਤੁਸੀਂ ਨਰਕ ਦੇ ਅਧਿਕਾਰੀ ਹੋਵੋਗੇ। ਕਹਿੰਦਾ ਜੇ ਤੁਹਾਡੇ ਅੱਗੇ 10 ਹੁਕਮ ਆ, ਤੁਸੀਂ 9 ਪੂਰੇ ਕਰਦੇ ਪਰ ਇੱਕ ਛੱਡਦੇ ਪਏ ਆ, ਉਹ ਇੱਕ ਕਰਕੇ ਵੀ ਤੁਹਾਡਾ ਬਚਾਅ ਨਹੀਂ ਹੋਣਾ। ਇੱਕ ਕਰਕੇ ਵੀ ਜਿਹੜਾ ਤੁਹਾਨੂੰ ਲੱਗਦਾ ਕਿ ਤੁਸੀਂ 9 ਪੂਰੇ ਕਰਦੇ ਪਏ ਉਹਦੇ ਕਰਕੇ ਤੁਹਾਡਾ ਬਚਾਅ ਹੋ ਜਾਊਗਾ, ਨਹੀਂ, ਉਹ ਇੱਕ ਤੁਹਾਨੂੰ ਲੈ ਬੈਠੇਗਾ। ਹਾਲੇਲੂਇਆ। ਜਦੋਂ ਹਿਸਾਬ ਲਿਆ ਜਾਣਾ ਨਾ, ਉਹ ਇੱਕ ਜਿਹੜਾ ਤੁਹਾਡੇ ਖਾਤੇ ਬੋਲਣਾ ਆ ਕਿ ਆਹ ਨਹੀਂ ਪੂਰਾ ਕੀਤਾ, ਉਹੀ ਤੁਹਾਨੂੰ ਲੈ ਬੈਠੇਗਾ। ਹਾਲੇਲੂਇਆ। ਇਹ ਹਿਸਾਬ ਦੇ ਵਿੱਚ ਆਉਣਾ ਆ ਜਦੋਂ ਨਿਆਂ ਦੇ ਅੱਗੇ ਅਸੀਂ ਖੜੇ ਹੋਣਾ ਹੈ, ਤੁਸੀਂ ਤੇ ਮੈਂ। ਉਦੋਂ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਉਹ ਇੱਕ ਹੀ ਹੁਕਮ, ਇੱਕ ਹੀ ਵਚਨ ਜਿਹੜਾ ਬੋਲਦਾ ਹੋਣਾ ਆ, ਤੁਹਾਡੇ ਖਾਤੇ ਖੜਾ ਹੋਣਾ ਆ ਕਿ ਆਹ ਨੇ ਪੂਰਾ ਕੀਤਾ। 9 ਬੇਸ਼ੱਕ ਬਹੁਤ ਚੀਕਾਂ ਮਾਰਦੇ ਹੋਣ ਕਿ ਮੈਨੂੰ ਵੀ ਪੂਰਾ ਕੀਤਾ, ਆਹ ਵੀ ਵਚਨ ਪੂਰਾ ਕੀਤਾ, ਮੈਨੂੰ ਵੀ ਪੂਰਾ ਕੀਤਾ ਆ, ਪਰ ਉਹ ਇੱਕ ਜਿਹੜਾ ਬੋਲਦਾ ਹੋਏਗਾ ਨਾ, ਉਹ 9ਵਾਂ ਦੀ ਆਵਾਜ਼ ਨੂੰ ਦਬਾ ਦੇਗਾ। ਹਾਲੇਲੂਇਆ। 10 ਕੋੜੀ ਯਿਸੂ ਮਸੀਹ ਦੇ ਕੋਲ ਆਏ, ਕਹਿੰਦੇ ਮੈਨੂੰ ਚੰਗਾ ਕਰੋ, ਸਾਡੇ ਤੇ ਦੁਆ ਕਰੋ, ਸਾਨੂੰ ਚੰਗਾ ਕਰ ਦਿਓ। ਯਿਸੂ ਮਸੀਹ ਕਹਿੰਦੇ ਆਪਣੇ ਤਾਈ ਜਾਜਕਾਂ ਤਾਈ ਦਿਖਾਓ। ਬਾਈਬਲ ਕਹਿੰਦਾ ਉਹ ਰਸਤੇ 'ਚ ਜਾਂਦੇ ਜਾਂਦੇ 10 ਸ਼ੁੱਧ ਹੋ ਗਏ, ਪਰ ਸਮੇਂ ਕਿਹਨੇ ਇਨਵੈਸਟ ਕੀਤਾ? ਇੱਕ ਨੇ, ਜਿਹੜਾ ਵਾਪਸ ਯਿਸੂ ਮਸੀਹ ਕੋਲ ਆਇਆ। ਜਦੋਂ ਨੇ ਦੇਖਿਆ ਕਿ ਮੈਂ ਸ਼ੁੱਧ ਹੋ ਗਿਆ, ਮੈਂ ਚੰਗਾ ਹੋ ਗਿਆ ਆ, ਉਹ ਸਿੱਧਾ ਹੀ ਵਾਪਸ ਆ ਗਿਆ। 9 ਅੱਗੇ ਅੱਗੇ ਦੌੜਦੇ ਗਏ, ਪਰ ਇੱਕ ਵਾਪਸ ਆਇਆ ਖੁਦਾ ਦਾ ਸ਼ੁਕਰ ਕਰਨ ਦੇ ਲਈ। ਬੋਲੋ ਹਾਲੇਲੂਇਆ। ਆਪਣੇ ਸਮੇਂ ਨੂੰ ਇਨਵੈਸਟ ਕਰਨ ਦੇ ਲਈ ਕਿ ਨਿਆਂ ਦੇ ਦਿਨ ਦੇ ਵਿੱਚ ਮੈਨੂੰ ਹਿਸਾਬ ਦੇਣਾ ਪੈਣਾ ਕਿ ਚੰਗਿਆਈ ਪਾਉਣ ਤੋਂ ਬਾਅਦ ਮੈਂ ਕੀ ਕੀਤਾ। ਉਹਦਾ ਸ਼ੁਕਰ ਕਰਨ ਆਇਆ ਜਾਂ ਫਿਰ ਆਪਣੇ ਭੋਗ ਬਿਲਾਸਾਂ ਦੇ ਵਿੱਚ ਲੱਗ ਗਿਆ। ਤੁਸੀਂ ਬਹੁਤੇ ਲੋਕ ਦੇਖੇ ਹੋਣਗੇ ਜਿਹੜੇ ਬਿਮਾਰ ਹੋਣਗੇ ਨਾ, ਜਦੋਂ ਬਿਮਾਰ ਹੋਣਗੇ ਫਿਰ ਉਹ ਜੌਬ ਨੂੰ ਵੀ ਅਹਿਮੀਅਤ ਨਹੀਂ ਦਿੰਦੇ, ਪਰਿਵਾਰ ਨੂੰ ਵੀ ਅਹਿਮੀਅਤ ਨਹੀਂ ਦਿੰਦੇ, ਕਿਸੇ ਚੀਜ਼ ਨੂੰ ਵੀ ਅਹਿਮੀਅਤ ਨਹੀਂ ਦਿੰਦੇ। ਫਿਰ ਉਹ ਚਰਚ ਨੂੰ ਅਹਿਮੀਅਤ ਦਿੰਦੇ ਆ, ਯਿਸੂ ਮਸੀਹ ਨੂੰ ਅਹਿਮੀਅਤ ਦਿੰਦੇ, ਪਰ ਜਦ ਤੱਕ ਬਿਮਾਰ ਰਹਿੰਦੇ, ਜਦ ਤੱਕ ਦੁਖੀ ਰਹਿੰਦੇ ਆ। ਜਿੱਦਾਂ ਹੀ ਖੁਦਾਵੰਦ ਉਹਨਾਂ ਨੂੰ ਚੰਗਾ ਕਰਦਾ, ਜਿੱਦਾਂ ਹੀ ਖੁਦਾਵੰਦ ਉਹਨਾਂ ਨੂੰ ਡਿਲੀਵਰ ਕਰਦਾ, ਉਸ ਦਿਨ ਤੋਂ ਬਾਅਦ ਬਸ ਫਿਰ ਕੌਣ ਯਿਸੂ ਤੇ ਕਿਹੜਾ ਚਰਚ ਤੇ ਕਿਹੜਾ ਪਾਸਟਰ। ਹਾਲੇਲੂਇਆ। ਹਿਸਾਬ ਦੇਣਾ ਪਏਗਾ। ਕਿਸੇ ਦਾ ਦਿਲ ਦੁਖਾਇਆ, ਉਹਦਾ ਹਿਸਾਬ ਦੇਣਾ ਪੈਣਾ। ਕਿਸੇ ਦੇ ਨਾਲ ਠੱਗੀ ਕੀਤੀ, ਉਹਦਾ ਹਿਸਾਬ ਦੇਣਾ ਪੈਣਾ। ਲਾਲਚ ਕੀਤਾ ਕਿਸੇ ਚੀਜ਼ ਦਾ, ਉਹਦਾ ਹਿਸਾਬ ਦੇਣਾ ਪੈਣਾ। ਬਾਈਬਲ ਕਹਿੰਦਾ ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ। ਲਾਲਚ ਕਰਨ ਵਾਲਾ ਬੰਦਾ ਸਵਰਗ ਦਾ ਅਧਿਕਾਰੀ ਨਹੀਂ। ਸ਼ਰਾਬੀ, ਪੇਟੂ ਉਹਦੇ ਰਾਜ ਦੇ ਅਧਿਕਾਰੀ ਨਹੀਂ ਆ। ਗਾਲਾਂ ਕੱਢਣ ਵਾਲੇ ਉਹਦੇ ਰਾਜ ਦੇ ਅਧਿਕਾਰੀ ਨਹੀਂ ਆ। ਬੁਰਾ ਦੇਖਣ ਵਾਲੇ ਉਹਦੇ ਰਾਜ ਦੇ ਅਧਿਕਾਰੀ ਨਹੀਂ ਆ। ਪੈਸੇ ਦੇ ਲਾਲਚ ਕਰਨ ਵਾਲਾ ਉਹਦੇ ਰਾਜ ਦਾ ਅਧਿਕਾਰੀ ਨਹੀਂ ਆ। ਖੂਨ ਕਰਨ ਵਾਲਾ ਉਹਦੇ ਰਾਜ ਦਾ ਅਧਿਕਾਰੀ ਨਹੀਂ ਆ। ਹਾਂ, ਬੁਰਾ ਕਰਨ ਵਾਲਾ ਉਹਦੇ ਰਾਜ ਦਾ ਅਧਿਕਾਰੀ ਨਹੀਂ ਆ। ਵਚਨ ਨੂੰ ਪੜ੍ਹੋ, ਤੁਹਾਨੂੰ ਪਤਾ ਲੱਗੇ ਕਿ ਉਹਦੇ ਰਾਜ ਦਾ ਅਧਿਕਾਰੀ ਅਸੀਂ ਬਣਨਾ ਕਿੱਦਾਂ ਆ। ਅਸੀਂ ਸਮੇਂ ਇਨਵੈਸਟ ਕੀਤੇ ਕਰਨਾ, ਔਰ ਅਸੀਂ ਜਦੋਂ ਹਿਸਾਬ ਦੇਣਾ ਆ ਖੁਦਾਬੰਦ ਨੂੰ ਕਿ ਜਦੋਂ ਨੇ ਤੰਦਰੁਸਤੀ ਦਿੱਤੀ ਉਸ ਤੋਂ ਬਾਅਦ ਸਮੇਂ ਕਿੱਥੇ ਇਨਵੈਸਟ ਹੋਇਆ। ਜਦੋਂ ਕੋੜ ਸ਼ੁੱਧ ਹੋ ਗਿਆ ਉਸ ਤੋਂ ਬਾਅਦ ਸਮੇਂ ਕਿੱਥੇ ਇਨਵੈਸਟ ਹੋਇਆ। ਜਦੋਂ ਖੁਦਾਵੰਦ ਨੇ ਤੁਹਾਨੂੰ ਗਿਆਨ ਦੇ ਦਿੱਤਾ, ਖੁਦਾਵੰਦ ਨੇ ਤੁਹਾਡੀ ਬੰਦ ਸਮਝ ਨੂੰ ਖੋਲ ਦਿੱਤਾ, ਫਿਰ ਤੁਹਾਨੂੰ ਪਤਾ ਲੱਗ ਗਿਆ ਬਾਈਬਲ ਪੜ੍ਹਨਾ ਜ਼ਰੂਰੀ, ਪ੍ਰਾਰਥਨਾ ਕਰਨਾ ਜ਼ਰੂਰੀ ਆ। ਫਿਰ ਕਿਉਂ ਨਹੀਂ ਕੀਤਾ, ਉਹਦਾ ਹਿਸਾਬ ਦੇਣਾ ਪੈਣਾ। ਹਾਲੇਲੂਇਆ। ਫਿਰ ਤੁਸੀਂ ਐਕਸਕਿਊਜ਼ ਨਹੀਂ ਦੇ ਸਕਦੇ। ਸਰੀਰ ਥੱਕ ਗਿਆ ਸੀਗਾ, ਨੀਂਦ ਆ ਗਈ ਸੀਗੀ, ਮੰਮੀ ਆ ਗਈ ਸੀਗੀ, ਪਰੋਣੇ ਆ ਗਏ ਸੀਗੇ। ਪਾਸਟਰ ਨੂੰ ਇਹ ਤੁਸੀਂ ਬਹਾਨੇ ਲਾ ਸਕਦੇ ਆ, ਪਰ ਖੁਦਾਵੰਦ ਦੇ ਅੱਗੇ ਨਹੀਂ। ਖੁਦਾਵੰਦ ਦੇ ਅੱਗੇ ਨਹੀਂ। ਹਾਲੇਲੂਇਆ।
ਜੇ ਤੁਸੀਂ ਨਿਰਣੇ ਕਰੋ ਤੇ ਬਹੁਤ ਕੁਝ ਕਰ ਸਕਦੇ। ਜੇ ਇੱਕ ਇਨਸਾਨ ਡਿਸੀਜਨ ਲਵੇ ਤਾਂ ਬਹੁਤ ਕੁਝ ਕਰ ਸਕਦਾ। ਜੇ ਅਸੀਂ ਸੋਚ ਸਕਦੇ ਹਾਂ ਕਿ ਆਹ ਵਾਲੀ ਲੇਟੈਸਟ ਮੂਵੀ ਆਈ ਆ ਔਰ ਇਹਦੀ ਸਟੋਰੀ ਬਹੁਤ ਅੱਛੀ ਆ, ਅਸੀਂ ਇੱਧਰੋਂ ਉੱਧਰੋਂ ਸੁਣਦੇ ਹਾਂ, ਫਿਰ ਸਾਡਾ ਦੇਖਣ ਨੂੰ ਦਿਲ ਕਰਦਾ, ਫਿਰ ਅਸੀਂ ਦੇਖਦੇ ਹਾਂ ਸਮੇਂ ਕੱਢ ਕੇ, ਪੂਰਾ 3 ਘੰਟੇ ਬਹਿ ਕੇ ਦੇਖਦੇ ਹਾਂ, 2.5 ਘੰਟੇ ਬਹਿ ਕੇ ਦੇਖਦੇ ਹਾਂ, ਕੋਈ ਕੰਮ ਨਹੀਂ ਕਰਦੇ ਉਹਦੇ ਵਿੱਚ। ਤਾਂ ਕੀ ਗੱਲ ਤੁਸੀਂ ਡਿਸੀਜਨ ਲੈ ਕੇ ਪ੍ਰੇਅਰ ਨਹੀਂ ਕਰ ਸਕਦੇ ਕਿ ਫਲਾਣੇ ਨੇ ਪ੍ਰੇਅਰ ਕੀਤੀ ਤੇ ਉਹਦਾ ਜੀਵਨ ਚੇਂਜ ਹੋ ਗਿਆ, ਫਲਾਣੇ ਨੇ ਦੁਆ ਕੀਤੀ ਉਹਦੇ ਕੋਲ ਆਹ ਮਸਾ ਆ ਗਿਆ, ਆਹ ਅਭਿਸ਼ੇਕ ਆ ਗਿਆ? ਕੀ ਤੁਸੀਂ ਸੁਪਨੇ ਨਹੀਂ ਦੇਖ ਸਕਦੇ? ਕੀ ਤੁਸੀਂ ਪਰਮੇਸ਼ਵਰ ਦੇ ਲਈ ਦਰਸ਼ਨ ਨਹੀਂ ਦੇਖ ਸਕਦੇ? ਕੀ ਤੁਸੀਂ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰੇ, ਕੀ ਤੁਸੀਂ ਇਹ ਇੱਛਾ ਨਹੀਂ ਰੱਖਦੇ ਕਿ ਪਵਿੱਤਰ ਆਤਮਾ ਤੁਹਾਨੂੰ ਗਾਈਡ ਕਰੇ ਇੱਕ ਇੱਕ ਕਦਮ ਦੇ ਉੱਪਰ? ਕੀ ਤੁਸੀਂ ਇਹ ਇੱਛਾ ਰੱਖਦੇ ਨਹੀਂ ਕਿ ਇਹ ਸਾਰਾ ਕੁਝ ਪਾਸਟਰ ਦੇ ਲਈ ਹੈ? ਨਹੀਂ, ਤੁਹਾਡੇ ਨਾਲ ਵੀ ਹੋ ਸਕਦਾ, ਤੁਹਾਡੇ ਨਾਲ ਵੀ ਹੋ ਸਕਦਾ ਆ। ਹਾਲੇਲੂਇਆ। ਇੱਛਾ ਰੱਖਣ ਵਾਲੇ ਦੀ ਇੱਛਾ ਖੁਦਾਵੰਦ ਪੂਰੀ ਕਰਦੇ ਆ। ਜਦ ਤੱਕ ਤੁਸੀਂ ਇੱਛਾ ਨਹੀਂ ਰੱਖੋਗੇ, ਕਿਉਂਕਿ ਜਿੰਨਾ ਕੁ ਤੁਸੀਂ ਵੀ ਬੀਜੋਗੇ, ਜਿੰਨੀ ਕੁ ਸੋਚ ਰੱਖੀ ਆ ਉਹਦੇ ਮੁਤਾਬਿਕ ਹੀ ਤੁਹਾਨੂੰ ਮਿਲਣਾ ਹੈ। ਜੇ 33-15 ਫੋਨ ਦੀ ਇੱਛਾ ਰੱਖੀ ਹੋਈ ਹੈ ਨਾ, ਤੇ ਤੁਹਾਨੂੰ ਟੱਚ ਸਕਰੀਨ ਨਹੀਂ ਮਿਲਣਾ, ਐਂਡਰੋਇਡ ਨਹੀਂ ਮਿਲਣਾ, ਐਪਲ ਨਹੀਂ ਮਿਲਣਾ। ਜੇ ਇੱਛਾ ਹੀ ਤੁਸੀਂ ਉਨੇ ਕਿ ਦਾਇਰੇ 'ਚ ਸੀਮਿਤ ਹੋਏ ਪਏ ਆ ਕਿ ਬਸ 15 ਮਿੰਟ ਦੁਆ ਕਰਨੀ ਆ ਔਰ ਇੱਕ ਚੈਪਟਰ ਬਾਈਬਲ ਦਾ ਪੜ੍ਹਨਾ, ਤੁਹਾਨੂੰ ਛੁਟਕਾਰੇ ਵਾਲਾ ਮਸਾ ਮਿਲ ਹੀ ਨਹੀਂ ਸਕਦਾ, ਕਿਸੇ ਨੂੰ ਬਚਾਉਣ ਵਾਲਾ ਮਸਾ ਤੁਹਾਨੂੰ ਮਿਲ ਹੀ ਨਹੀਂ ਸਕਦਾ। ਬੇਸ਼ੱਕ ਤੁਸੀਂ ਲੱਖਾਂ ਹੀ ਦੁਆ ਕਰਦੇ ਰਹੋ ਕਿ ਪ੍ਰਭੂ ਮੈਨੂੰ ਰੂਹਾਂ ਬਚਾਉਣ ਦੇ ਕਾਬਿਲ ਬਣਾ, ਮੈਂ ਤੇਰੀਆਂ ਰੂਹਾਂ ਬਚਾਵਾਂ, ਮੈਂ ਰੂਹਾਂ ਜਿੱਤਾਂ, ਕਦੀ ਵੀ ਨਹੀਂ ਜਿੱਤ ਸਕਦੇ, ਕਿਉਂਕਿ ਤੁਹਾਡੀ ਸੋਚ ਛੋਟੀ ਆ, ਵੱਡਾ ਕੰਮ ਕਰਨ ਦੀ ਸੋਚ ਨਹੀਂ ਆ। ਇਹਦਾ ਹਿਸਾਬ ਦੇਣਾ ਪੈਣਾ ਤੁਹਾਨੂੰ। ਹਾਲੇਲੂਇਆ। ਕਿਤੇ ਨਹੀਂ ਬੰਦਿਸ਼ਬਾਜ਼ੀ ਲਗਾਈ ਆ ਖੁਦਾ ਨੇ, ਕਿਸੇ ਦੇ ਉੱਪਰ ਬੰਦਿਸ਼ਬਾਜ਼ੀ ਨਹੀਂ ਲਗਾਈ ਆ, ਉਹਨੇ ਫ੍ਰੀ ਕਰ ਦਿੱਤਾ ਤੁਹਾਨੂੰ ਸਾਰੇ ਝਮੇਲਿਆਂ ਦੇ ਉੱਪਰ। ਅਗਰ ਤੁਸੀਂ ਪ੍ਰਭੂ ਦੇ ਵਿੱਚ ਅੱਜ ਵੀ ਵਹਿਮ ਭਰਮ ਕਰਦੇ ਆ, ਤੁਹਾਨੂੰ ਇਹਦਾ ਵੀ ਹਿਸਾਬ ਦੇਣਾ ਪੈਣਾ। ਬਿੱਲੀ ਰਸਤਾ ਕੱਟ ਗਈ, ਮੰਗਲਵਾਰ ਨੂੰ ਸਿਰ ਨਹੀਂ ਧੋਣਾ, ਕੱਪੜੇ ਨਹੀਂ ਧੋਣੇ, ਇਹਦਾ ਤੁਹਾਨੂੰ ਹਿਸਾਬ ਦੇਣਾ ਪੈਣਾ। ਜੇ ਅੱਜ ਵੀ ਕਰਦੇ, ਕਈ ਲੋਕ ਕਰਦੇ ਅੱਜ ਵੀ, ਹਿਸਾਬ ਦੇਣਾ ਪੈਣਾ ਤੁਹਾਨੂੰ। ਕਿਸੇ ਦੇ ਵੈਸੇ ਕਿਸੇ ਦਾ ਰਾਸਤੇ ਦੇ ਵਿੱਚ ਜਾਂਦੇ, ਤੁਹਾਡੇ ਗੇਟ ਦੇ ਅੱਗੇ ਲੰਘਦੇ, ਕਿਤੇ ਮਾਂ ਦੀ ਦਾਲ ਦਾ ਲਿਫਾਫਾ ਫਟ ਜਾਵੇ ਤੇ ਤੁਸੀਂ ਦੇਖੋ ਤਾਂ ਓਹ ਕੋਈ ਟੂਣਾ ਕਰ ਗਿਆ। ਹਿਸਾਬ ਦੇਣਾ ਪੈਣਾ। ਤੁਹਾਡਾ ਵਿਸ਼ਵਾਸ ਕਿੱਥੇ ਆ? ਤੁਹਾਡਾ ਪ੍ਰਭੂ ਕਿੱਥੇ ਆ? ਟੂਣਾ ਵੱਡਾ, ਤੁਹਾਡਾ ਪ੍ਰਭੂ ਵੱਡਾ? ਜਦ ਟੂਣਾ ਵੱਡਾ ਜਾਂ ਤੁਹਾਡਾ ਖੁਦਾ ਵੱਡਾ? ਇਹਦਾ ਮਤਲਬ ਅਗਰ ਤੁਸੀਂ ਉਸੇ ਸਮੇਂ ਸੋਚ ਲਿਆ, ਡਰ ਗਿਆ ਕਿ ਇਹ ਟੂਣਾ ਕੀਤਾ ਆ, ਮਤਲਬ ਤੁਹਾਡੀ ਪ੍ਰਾਰਥਨਾ ਜ਼ੀਰੋ ਆ, ਮਤਲਬ ਤੁਹਾਡੀ ਜ਼ਿੰਦਗੀ ਦੇ ਅੰਦਰ ਸੱਚਾਈ ਨਹੀਂ ਆ, ਤੁਹਾਡੇ ਅੰਦਰ ਖੁਦਾ ਦਾ ਵਚਨ ਨਹੀਂ ਆ, ਤੁਹਾਡੇ ਅੰਦਰ ਮਸਾ ਨਹੀਂ ਆ, ਤੁਹਾਡੇ ਅੰਦਰ ਅਭਿਸ਼ੇਕ ਨਹੀਂ ਉਹਨੂੰ ਰੱਦ ਕਰਨ ਦਾ। ਤੁਸੀਂ ਡਰ ਗਏ ਆ, ਇਟ ਮੀਨਸ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਬਣਾ ਕੇ ਰੱਖਿਆ। ਕਮਜ਼ੋਰ ਕਿੱਦਾਂ ਬਣੇ ਆ? ਜੋ ਖੁਦਾ ਨੇ ਸਮੇਂ ਦਿੱਤਾ ਉਹਨੂੰ ਸਹੀ ਜਗ੍ਹਾ ਤੇ ਇਨਵੈਸਟ ਨਹੀਂ ਕੀਤਾ। ਹਾਲੇਲੂਇਆ। ਬਾਈਬਲ ਕਹਿੰਦਾ ਉਹਨੂੰ ਡਾਂਟੋ, ਕੋਲੋਂ ਹੀ ਭੱਜ ਜਾਏਗਾ, ਕੋਹੇ ਦੂਰ ਭੱਜ ਜਾਏਗਾ। ਹਾਲੇਲੂਇਆ। ਲਿਖਿਆ ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਨਹੀਂ ਟਲਣਗੇ। ਔਰ ਅੱਗੇ ਕੀ ਲਿਖਿਆ? ਕਹਿੰਦੇ ਖਬਰਦਾਰ ਰਹੋ, ਆਪਣੇ ਆਪ ਦੇ ਉੱਪਰ ਖਬਰਦਾਰੀ ਕਰੋ, ਕਿੱਦਾਂ ਚੱਲਦੇ ਆ, ਕਿੱਦਾਂ ਬੈਠਦੇ, ਕਿੱਦਾਂ ਉੱਠਦੇ ਆ, ਕਿਹਨਾਂ ਨਾਲ ਮਿਲਦੇ ਆ, ਜਦੋਂ ਮਿਲਦੇ ਆ ਫਿਰ ਕਿਹੜੀਆਂ ਗੱਲਾਂ ਕਰਦੇ ਆ, ਕਿਹੜੇ ਸੋਚਾਂ ਸੋਚਦੇ ਆ ਔਰ ਅੱਗੇ ਕਿਹੜਾ ਪਲਾਨ ਕਰਦੇ ਪਏ ਆ। ਕਹਿੰਦੇ ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਦੇ ਨਾਲ ਅਤੇ ਸੰਸਾਰ ਦੀਆਂ ਚਿੰਤਾਵਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ। ਕਿਤੇ ਲੱਗੇ ਤੁਹਾਨੂੰ ਵਿਆਹ ਵੀ ਕਰਾ ਲਿਆ, ਹੁਣ ਬੱਚੇ ਵੀ ਹੋ ਗਏ ਆ, ਹੁਣ ਖਰਚੇ ਕਿੱਦਾਂ ਪੂਰੇ ਕਰੀਏ? ਦੁਆਵਾਂ ਦੇ ਨਾਲ ਤਾਂ ਖਰਚੇ ਪੂਰੇ ਨਹੀਂ ਹੋਣੇ ਆ। ਚਲੋ ਆਹ ਵਾਲੀ ਜੌਬ ਕਰ ਲਓ, ਸੰਡੇ ਛੁੱਟੀ ਨਹੀਂ ਆ ਤੇ ਕੋਈ ਗੱਲ ਨਹੀਂ। ਨਹੀਂ, ਤੁਹਾਨੂੰ ਹਿਸਾਬ ਦੇਣਾ ਪੈਣਾ। ਖੁਦਾਵੰਦ ਨੇ ਤੁਹਾਨੂੰ ਇਦਾਂ ਦਾ ਕੁਝ ਵੀ ਕਰਨ ਦੇ ਲਈ ਨਹੀਂ ਕਿਹਾ ਆ। ਮੈਂ ਇਹ ਨਹੀਂ ਕਹਿੰਦਾ ਵਿਆਹ ਕਰਨਾ ਪਾਪ ਆ, ਵਿਆਹ ਕਰਨਾ ਆਦਰਯੋਗ ਆ। ਹਾਲੇਲੂਇਆ। ਪਰ ਤੁਸੀਂ ਦੇਖੋ, ਤੁਸੀਂ ਜੋ ਡਿਸੀਜ਼ਨ ਲਿਆ ਆਪਣੀ ਲਾਈਫ ਦੇ ਵਿੱਚ, ਜੌਬ ਨੂੰ ਚੁਣਨ ਦਾ, ਬਿਜ਼ਨਸ ਨੂੰ ਚੁਣਨ ਦਾ, ਯਾਰ ਦੋਸਤ ਮਿੱਤਰ ਨੂੰ ਚੁਣਨ ਦਾ, ਉਹ ਡਿਸੀਜ਼ਨ ਤੁਹਾਡਾ ਸਹੀ ਆ ਜਾਂ ਗਲਤ ਆ? ਇਹਦਾ ਹਿਸਾਬ ਤੁਹਾਨੂੰ ਦੇਣਾ ਪਏਗਾ ਉਸ ਦਿਨ। ਹਾਲੇਲੂਇਆ। ਕਹਿੰਦਾ ਸੰਸਾਰ ਦੀਆਂ ਚਿੰਤਾਵਾਂ ਕੀ ਆ? ਚਿੰਤਾਵਾਂ ਖਾਣਾ ਪੀਣਾ, ਰਹਿਣਾ, ਪਾਲਣ ਪੋਸ਼ਣ, ਸੇਵਿੰਗ, ਪੈਸਾ, ਧਨ ਦੌਲਤ, ਇਹੀ ਚਿੰਤਾਵਾਂ ਆ। ਕਹਿੰਦਾ ਖਬਰਦਾਰ ਰਹੋ, ਕਿਤੇ ਜ਼ਿਆਦਾ ਕਹਿੰਦਾ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਦੇ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ, ਕਿਤੇ ਡਿੱਗ ਨਾ ਜਾਇਓ, ਕਿਤੇ ਕਮਜ਼ੋਰ ਨਾ ਪੈ ਜਾਇਓ। ਕਈ ਲੋਕ ਮੈਂ ਦੇਖਿਆ ਜਦੋਂ ਵਿਹਲੇ ਰਹਿੰਦੇ ਆ ਖੁਦਾ 'ਚ ਇੰਨਾ ਅੱਗੇ ਵੱਧ ਜਾਂਦੇ ਆ, ਔਰ ਜਦੋਂ ਕਿਤੇ ਘਰ ਦੇ ਫਿਰ ਪ੍ਰੈਸ਼ਰ ਪਾਉਂਦੇ ਆ ਵੀ ਪੈਸਾ ਵੀ ਲਿਆ, ਜਵਾਨ ਹੋ ਗਿਆ ਆ, ਜੌਬ ਕਰ, ਪੜ੍ਹਾਈ ਪੂਰੀ ਕਰ ਲਈ ਆ, ਹੁਣ ਨੌਕਰੀ ਵੀ ਕਰ, ਕੱਲੀਆਂ ਦੁਆਵਾਂ ਹੀ ਕਾਫੀ ਨਹੀਂ ਆ। ਹਾਲੇਲੂਇਆ। ਫਿਰ ਜਦੋਂ ਕਿਤੇ ਉਹ ਧੱਕੇ ਨਾਲ, ਜਦੋਂ ਘਰ ਦੇ ਜ਼ਿਆਦਾ ਪ੍ਰੈਸ਼ਰ ਪਾਉਂਦੇ, ਤੰਗ ਕਰਦੇ, ਫਿਰ ਕਿਤੇ ਉਹ ਜੌਬ ਲੱਗ ਵੀ ਜਾਂਦਾ ਆ ਤੇ ਫਿਰ ਉਹਦੀ ਪ੍ਰਾਰਥਨਾ ਦੀ ਕਟੌਤੀ,
ਫਿਰ ਉਹਦੇ ਬਾਈਬਲ ਦੀ ਕਟੌਤੀ, ਫਿਰ ਉਹਦੇ ਸੰਡੇ ਚਰਚ ਆਉਣ ਦੀ ਕਟੌਤੀ, ਫਿਰ ਟੀਮ ਦੇ ਵਿੱਚੋਂ ਬਾਹਰ, ਤੇ ਫਿਰ ਕਿਉਂਕਿ ਰੂਲ ਰੈਗੂਲੇਸ਼ਨ ਨਹੀਂ ਫੋਲੋ ਕਰਦਾ ਜਿਹੜਾ ਬੰਦਾ ਟੀਮ ਦੇ ਵਿੱਚ, ਤੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਆ। ਤੁਸੀਂ ਮੇਰੀ ਟੀਮ ਦੇ ਵਿੱਚ ਦੇਖਿਆ ਹੋਵੇਗਾ ਕਿ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਕਈ ਵਾਰ ਬਿਲਕੁਲ ਹੀ ਜ਼ੀਰੋ ਹੋ ਜਾਂਦੇ, ਘਟਾ ਦਿੱਤੇ ਜਾਂਦੇ। ਕਾਰਨ ਇਹੀ ਆ, ਜੋ ਰੂਲ ਨਹੀਂ ਫੋਲੋ ਕਰੇਗਾ, ਜੋ ਆਪਣੀ ਮਰਜ਼ੀ ਕਰੇਗਾ, ਉਹਦਾ ਹਿੱਸਾ ਨਹੀਂ ਆ ਟੀਮ ਦੇ ਵਿੱਚ, ਉਹਨੂੰ ਮੈਂ ਟੀਮ ਦੇ ਵਿੱਚ ਨਹੀਂ ਰੱਖਦਾ। ਕੁਝ ਗਲਤੀਆਂ ਹੁੰਦੀਆਂ ਆ, ਕੁਝ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਲਈ ਉਹਨਾਂ ਨੂੰ 7 ਹਫ਼ਤੇ ਦੀ, 6 ਹਫ਼ਤੇ ਦੀ, 4 ਹਫ਼ਤੇ ਦੀ ਸਜ਼ਾ ਦਿੱਤੀ ਜਾਂਦੀ ਆ, ਪਰ ਕੁਝ ਗਲਤੀਆਂ ਇੱਦਾਂ ਦੀਆਂ ਆਉਂਦੀਆਂ ਜਿਹਦੇ ਕਰਕੇ ਉਹਨਾਂ ਨੂੰ ਟੀਮ ਦੇ ਵਿੱਚੋਂ ਬਾਹਰ ਕੱਢਣਾ ਪੈਂਦਾ ਹੈ, ਤਾਂ ਜੋ ਪਾਸਟਰ ਦੇ ਉੱਪਰ ਐਲੀਗੇਸ਼ਨ ਨਾ ਆਏ, ਚਰਚ ਦੇ ਉੱਪਰ ਐਲੀਗੇਸ਼ਨ ਨਾ ਆਏ, ਜਾਂ ਚਰਚ ਮਿਨਿਸਟਰੀ ਦੇ ਉੱਪਰ ਕੋਈ ਉਂਗਲ ਨਾ ਚੱਕ ਲਵੇ। ਹਾਲੇਲੂਇਆ। ਕਹਿੰਦਾ ਕਿਤੇ ਤੁਹਾਡੇ ਮਨ ਭਾਰੀ ਨਾ ਪੈ ਜਾਣ ਇਹਨਾਂ ਸਾਰੀਆਂ ਚਿੰਤਾਵਾਂ ਦੇ ਲਈ, ਕੀ ਖਾਵਾਂਗੇ, ਕੀ ਪੀਵਾਂਗੇ, ਕੀ ਕਿੱਥੇ ਰਵਾਂਗੇ, ਕਿੱਦਾਂ ਜ਼ਰੂਰਤਾਂ ਪੂਰੀਆਂ ਹੋਗੀਆਂ। ਉਹ ਵਿਹਲੇ ਰਹਿ ਕੇ ਖੁਦਾ ਦੇ ਵਿੱਚ ਬੜਾ ਵੱਧ ਜਾਂਦੇ, ਦੁਆਵਾਂ ਪ੍ਰਾਰਥਨਾ। ਜਦੋਂ ਫਿਰ ਘਰ ਦੇ ਜ਼ੋਰ ਪਾਉਂਦੇ ਆ ਵੀ ਪੈਸਾ ਵੀ ਲਿਆ ਭਾਈ, ਵਿਹਲੇ ਰਹਿ ਕੇ ਗੁਜ਼ਾਰਾ ਨਹੀਂ ਆ, ਤੇ ਫਿਰ ਜਦੋਂ ਕਿਤੇ ਉਹ ਜੌਬ ਲੱਗਦੀ ਆ ਤਾਂ ਫਿਰ ਪ੍ਰਾਰਥਨਾ ਬੰਦ ਹੋ ਜਾਂਦੀ ਆ। ਇਹਦਾ ਤੁਹਾਨੂੰ ਹਿਸਾਬ ਦੇਣਾ ਪੈਣਾ, ਇਹਦਾ ਹਿਸਾਬ ਦੇਣਾ ਪੈਣਾ ਆ। ਯਾਦ ਰੱਖਣਾ, ਬਿਨਾਂ ਹਿਸਾਬ ਦਿੱਤੇ ਤੁਸੀਂ ਛੁੱਟ ਨਹੀਂ ਸਕਦੇ। ਤੁਸੀਂ ਦੇਖੋ ਖੁਦਾਵੰਦ ਨੇ ਤੁਹਾਨੂੰ ਕਿੱਦਾਂ ਦੀ ਜੌਬ ਦੇ ਨਾਲ ਬਲੈਸ ਕੀਤਾ ਆ, ਔਰ ਤੁਸੀਂ ਖੁਦਾਵੰਦ ਨੂੰ ਕੀ ਟਾਈਮ ਦੇ ਰਹੇ, ਕੀ ਟਾਈਮ ਦੇ ਰਹੇ। ਹਾਲੇਲੂਇਆ। ਔਰ ਅੱਗੇ ਬਾਈਬਲ ਦੇ ਵਿੱਚ ਕੀ ਲਿਖਿਆ, ਯਾਦ ਰੱਖਣਾ ਮੇਰੀਆਂ ਗੱਲਾਂ ਨੂੰ। ਕਹਿੰਦੇ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ, ਕਹਿੰਦੇ ਉਹ ਦਿਨ ਫਾਹੀ ਦੀ ਤਰ੍ਹਾਂ ਤੁਹਾਡੇ ਉੱਤੇ ਅਚਾਨਕ ਆ ਪੈਣਾ ਆ। ਕਿਹੜਾ ਦਿਨ? ਜਦੋਂ ਯਿਸੂ ਮਸੀਹ ਨੇ ਤੁਹਾਡੇ ਉੱਪਰ ਅਚਾਨਕ ਹੀ ਆ ਜਾਣਾ ਹੈ। ਅੱਜ ਵਰਲਡ ਵਾਰ ਲੱਗ ਗਈ ਹੈ, ਅੱਜ ਲੋਕਾਂ ਤੱਕ ਖਬਰ ਪਹੁੰਚਦੀ ਹੈ ਵਰਲਡ ਵਾਰ ਲੱਗੀ ਪਈ ਹੈ, ਡਰ ਪੈ ਰਿਹਾ ਹੈ। ਅੱਜ ਸਮੇਂ ਹੈਗਾ ਤੌਬਾ ਕਰਨ ਦਾ, ਕਿਤੇ ਮਿਸਾਈਲ ਇੱਧਰ ਨੂੰ ਨਾ ਆ ਕੇ ਡਿੱਗ ਜਾਵੇ ਸਾਡੇ ਘਰ ਦੇ ਉੱਪਰ, ਹਾਂ, ਕਿਤੇ ਸਾਡੇ ਨਾਲ ਇੱਧਰ ਲੱਗ ਜਾਵੇ, ਫਿਰ ਕਿੱਧਰ ਨੂੰ ਜਾਵਾਂਗੇ, ਕਿੱਦਾਂ ਬਚਾਂਗੇ। ਪਰ ਯਾਦ ਰੱਖੋ ਬਾਈਬਲ ਕਹਿੰਦਾ ਉਹ ਦਿਨ ਫਾਹੀ ਦੀ ਤਰ੍ਹਾਂ ਅਚਾਨਕ ਤੁਹਾਡੇ ਉੱਪਰ ਆ ਪੈਣਾ। ਅਚਾਨਕ ਕਿੱਦਾਂ ਆਏਗਾ? ਤੁਸੀਂ ਦੇਖੋ ਖੁਦਾਵੰਦ ਯਿਸੂ ਮਸੀਹ ਦੀ ਦਇਆ, ਯਹੋਵਾ ਪਰਮੇਸ਼ਵਰ ਦਾ ਪਿਆਰ ਤੁਹਾਡੇ ਪ੍ਰਤੀ, ਉਹਨੇ ਫਿਰ ਵੀ ਤੁਹਾਨੂੰ ਸਿੰਪਟਮ ਦਿੱਤੇ ਆ ਕਿ ਜਦੋਂ ਦੁਨੀਆ ਦਾ ਅੰਤ ਦਾ ਦਿਨ ਉਹ ਆਣਾ ਆ, ਉਦੋਂ ਕੀ ਕੀ ਹੋਣਾ ਆ। ਉਸ ਤੋਂ ਪਹਿਲਾਂ ਪ੍ਰਪੇਅਰ ਹੋ ਜਾਓ, ਇਹ ਸਮਾਂ ਆ ਗਿਆ ਆ ਪ੍ਰਪੇਅਰ ਹੋਣ ਦਾ। ਜੇ ਹੁਣ ਵੀ ਤੁਸੀਂ ਪ੍ਰਪੇਅਰ ਨਹੀਂ ਹੋਗੇ ਤੇ ਤੁਹਾਨੂੰ ਛਡਾਉਣ ਵਾਲਾ ਕੋਈ ਨਹੀਂ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ। ਯਾਦ ਰੱਖਣਾ, ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੋਏਗਾ। ਤੁਸੀਂ ਚਿल्लाओगे ਪਰ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੋਏਗਾ। ਤੁਸੀਂ ਰੋਓਗੇ ਪਰ ਹੰਝੂ ਪੁੰਝਣ ਵਾਲਾ ਕੋਈ ਨਹੀਂ ਹੋਏਗਾ। ਯਾਦ ਰੱਖਣਾ, ਅੱਜ ਹੈ ਉਹਦਾ ਨਾਮ ਯਿਸੂ ਮਸੀਹ, ਅੱਜ ਹੈ ਉਹਦਾ ਨਾਮ ਯਿਸੂ ਮਸੀਹ। ਅੱਜ ਪੁਕਾਰਨ ਦੀ ਜ਼ਰੂਰਤ ਆ, ਅੱਜ ਸਮਝਣ ਦੀ ਜ਼ਰੂਰਤ ਆ, ਅੱਜ ਧਿਆਨ ਦੇਣ ਦੀ ਜ਼ਰੂਰਤ ਆ। ਸਟਾਰਟਿੰਗ ਦੇ ਵਿੱਚ ਅਸੀਂ ਪੜ੍ਹਿਆ, ਕਹਿੰਦਾ ਖਬਰਦਾਰ ਰਹੋ ਆਪਣੀਆਂ ਜ਼ਿੰਦਗੀਆਂ ਦੇ ਪ੍ਰਤੀ, ਖਬਰਦਾਰ ਰਹੋ। ਜ਼ਿੰਦਗੀ ਬਿਤਾਉਣ ਦੇ ਚੱਕਰ ਦੇ ਵਿੱਚ ਕਹਿੰਦਾ ਨਿਸ਼ਚਤ ਤੋਂ ਹਟ ਨਾ ਜਾਇਓ, ਕਿਤੇ ਤੁਸੀਂ ਤੁਹਾਡਾ ਜਿਹੜਾ ਲਿਖਿਆ ਤੁਹਾਡੇ ਮਨ ਕਿਤੇ ਭਾਰੀ ਨਾ ਪੈ ਜਾਣ। ਖਬਰਦਾਰ ਰਹੋ ਇਹਨਾਂ ਗੱਲਾਂ ਨੂੰ ਲੈ ਕੇ। ਕਹਿੰਦੇ ਉਹ ਦਿਨ ਅਚਾਨਕ ਫਾਹੀ ਦੀ ਤਰ੍ਹਾਂ ਤੁਹਾਡੇ ਉੱਪਰ ਆ ਪੈਣਾ ਆ। ਅੱਗੇ ਲਿਖਿਆ ਕਹਿੰਦਾ ਕਿਉਂ ਜੋ ਉਹ ਸਾਰੀ ਧਰਤੀ ਦੇ ਸਭਨਾਂ ਰਹਿਣ ਵਾਲਿਆਂ ਦੇ ਉੱਤੇ ਆਵੇਗਾ। ਸਾਰਿਆਂ ਦੇ ਉੱਪਰ ਆਣਾ, ਚਾਹੇ ਉਹ ਕ੍ਰਿਸਚਨ ਆ ਚਾਹੇ ਨਾਨ ਕ੍ਰਿਸਚਨ ਹੈ, ਚਾਹੇ ਜਿਸ ਕਿਸੇ ਵੀ ਰਿਲੀਜਨ ਦੇ ਨਾਲ ਸੰਬੰਧ ਰੱਖਦਾ ਆ, ਉਹਨਾਂ ਉੱਪਰ ਵੀ ਉਹ ਆਏਗਾ। ਹਾਲੇਲੂਇਆ। ਜਿਹੜੇ ਖੁਦਾਵੰਦ ਦੇ ਵਿੱਚ ਸਮਾਂ ਇਨਵੈਸਟ ਕਰਦੇ ਉਹਨਾਂ ਦੇ ਉੱਪਰ ਵੀ ਉਹ ਦਿਨ ਆਏਗਾ, ਜਿਹੜੇ ਨਹੀਂ ਕਰਦੇ ਉਹਨਾਂ ਦੇ ਉੱਪਰ ਵੀ ਆਏਗਾ। ਜਿਹੜੇ ਪਾਪ ਕਰਦੇ ਉਹਨਾਂ ਦੇ ਉੱਪਰ ਵੀ ਆਏਗਾ, ਜਿਹੜੇ ਨਹੀਂ ਕਰਦੇ ਉਹਨਾਂ ਦੇ ਉੱਪਰ ਵੀ ਆਏਗਾ। ਜਿਹੜੇ ਨਸ਼ਾ ਕਰਦੇ, ਦਾਰੂ ਪੀਂਦੇ ਆ, ਬੀੜੀਆਂ ਪੀਂਦੇ ਆ, ਉਹਨਾਂ ਦੇ ਉੱਪਰ ਵੀ ਆਏਗਾ। ਜਿਹੜੇ ਪਵਿੱਤਰਤਾਈ ਦੇ ਵਿੱਚ ਸਮੇਂ ਇਨਵੈਸਟ ਕਰਦੇ, ਆਪਣੇ ਜੀਵਨ ਨੂੰ ਪਵਿੱਤਰ ਰੱਖਿਆ, ਉਹਨਾਂ ਦੇ ਉੱਪਰ ਵੀ ਉਹ ਆਏਗਾ ਸਮੇਂ। ਹਾਲੇਲੂਇਆ। ਔਰ ਅੱਗੇ ਕੀ ਲਿਖਿਆ, ਕਹਿੰਦੇ ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ, ਹਰ ਵੇਲੇ ਜਾਗਦੇ ਰਹੋ, ਪ੍ਰਾਰਥਨਾ ਕਰਦੇ, ਹਰ ਵੇਲੇ ਜਾਗਦੇ ਰਹੋ। ਜਦੋਂ ਸਮੇਂ ਮਿਲ ਗਿਆ ਦੁਆ 'ਚ ਬਹਿ ਜਾਓ, ਜਦੋਂ ਸਮੇਂ ਮਿਲ ਗਿਆ ਬਾਈਬਲ ਪੜ੍ਹ ਲਓ, ਮੋਬਾਈਲ ਲੈ ਕੇ ਨਾ ਬਹਿ ਜਾਓ। ਅੱਜ ਇਹੀ ਟ੍ਰੈਂਡ ਚੱਲਦਾ ਪਿਆ, ਇਹੀ ਸਿਸਟਮ ਆ। ਅਗਰ ਕਿਸੇ ਕੋਲ ਥੋੜਾ ਸਮੇਂ ਹੈਗਾ, ਉਹ ਫਟਾਫਟ ਮੋਬਾਈਲ ਲੈ ਕੇ ਬਹਿ ਜਾਂਦਾ, ਉਹ ਫਟਾਫਟ ਮੋਬਾਈਲ ਲੈ ਕੇ ਬਹਿ ਜਾਂਦੀ। ਤੁਸੀਂ ਦੇਖੋ, ਕਹਿੰਦਾ ਜਾਗਦੇ ਰਹੋ, ਕਹਿੰਦਾ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ, ਕਿਉਂਕਿ ਉਹ ਦਿਨ ਅਚਾਨਕ ਤੁਹਾਡੇ ਉੱਪਰ ਆ ਪੈਣਾ। ਤੁਹਾਨੂੰ ਪਤਾ ਨਹੀਂ ਆ, ਹੋ ਸਕਦਾ ਅੱਜ ਰਾਤ ਆ ਜਾਵੇ, ਹੋ ਸਕਦਾ ਉਹ ਕੱਲ ਆ ਜਾਵੇ, ਕਿਉਂਕਿ ਲੜਾਈ ਵੀ ਲੱਗ ਗਈ ਹੈ, ਉਹਦੀ ਅਫਵਾਹ ਵੀ ਮਤਲਬ ਤੁਹਾਡੇ ਤੱਕ ਆਵਾਜ਼ ਵੀ ਪਹੁੰਚ ਗਈ ਆ, ਖਬਰਾਂ ਵੀ ਪਹੁੰਚ ਗਈਆਂ। ਕਹਿੰਦਾ ਜਦੋਂ ਇਦਾਂ ਦੀਆਂ ਗੱਲਾਂ ਸੁਣੋ ਤੇ ਸਮਝ ਲਓ ਕਿ ਉਹ ਬੂਹੇ ਤੇ ਹੀ ਆ,
ਉਹ ਬੂਹੇ ਤੇ ਹੀ ਆ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ, ਤੁਹਾਡੀ ਸਮਝ ਦੇ ਵਿੱਚ ਆ ਰਿਹਾ। ਪਵਿੱਤਰ ਆਤਮਾ ਮੇਰੀ ਬੋਲਣ ਦੇ ਵਿੱਚ, ਤੁਹਾਡੇ ਸਾਰਿਆਂ ਦੀ ਸੁਣਨ ਸਮਝਣ ਦੇ ਵਿੱਚ ਔਰ ਅੱਜ ਦੇ ਵਚਨ ਦੇ ਅਨੁਸਾਰ ਚੱਲਣ ਦੇ ਵਿੱਚ ਮਦਦ ਕਰੇ। ਸਾਰੀ ਸੰਗਤ ਬੋਲੇ ਆਮੀਨ। ਹਾਲੇਲੂਇਆ। ਉਮੀਦ ਕਰਦਾ ਅੱਜ ਦਾ ਵਚਨ ਕੰਮ ਕਰੇਗਾ, ਹਿਰਦੇ ਛਿੱਦੇਗਾ, ਗੁਰਦਿਆਂ ਨੂੰ ਛਿੱਦੇਗਾ। ਉਹ ਤੁਹਾਡੇ ਜਿਹੜਾ ਸਮੇਂ ਆ ਉਹ ਸਹੀ ਜਗ੍ਹਾ ਦੇ ਉੱਪਰ ਇਨਵੈਸਟ ਕਰੇਗਾ। ਪਵਿੱਤਰ ਆਤਮਾ ਤੁਹਾਡੀ ਅਗਵਾਈ ਕਰੇ ਯਿਸੂ ਮਸੀਹ ਦੇ ਨਾਮ ਵਿੱਚ, ਬੋਲੋ ਆਮੀਨ। ਹਾਲੇਲੂਇਆ। ਕਹਿੰਦਾ ਬੇਨਤੀ ਕਰਦਿਆਂ ਜਾਗਦੇ ਰਹੋ। ਔਰ ਅੱਗੇ ਲਿਖਿਆ ਕਹਿੰਦਾ ਭਈ ਤੁਸੀਂ ਉਹਨਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਹਾਲੇਲੂਇਆ। ਅੱਜ ਆਪਣੀ ਜ਼ਿੰਦਗੀ ਦੇ ਵੱਲ ਝਾਤੀ ਮਾਰ ਕੇ ਦੇਖੋ। ਮੈਂ ਵਿਸ਼ਵਾਸ ਕਰਦਾ ਪਵਿੱਤਰ ਆਤਮਾ ਜੋ ਮੇਰੇ ਅੰਦਰ ਗੱਲ ਪਾਉਂਦਾ ਕਿ ਅੱਜ ਦਾ ਵਚਨ ਮੁਰੰਮਤ ਕਰੇਗਾ ਤੁਹਾਡੀ ਜ਼ਿੰਦਗੀਆਂ ਦੀ। ਅੱਜ ਦਾ ਵਚਨ ਤੁਹਾਡੇ ਰਹਿਣ ਸਹਿਣ ਦੇ ਵਿੱਚ ਬਦਲਾਵ ਕਰੇਗਾ। ਅੱਜ ਦਾ ਵਚਨ ਤੁਹਾਡੀਆਂ ਪ੍ਰਾਰਥਨਾਵਾਂ ਦੇ ਵਿੱਚ ਬਦਲਾਵ ਕਰੇਗਾ, ਸਮੇਂ ਦੇ ਵਿੱਚ ਬਦਲਾਵ ਕਰੇਗਾ। ਤੁਸੀਂ ਬਾਈਬਲ ਨੂੰ ਅੱਜ ਚੁੱਕੋਗੇ, ਘੱਟਾ ਝਾੜੂਗੇ ਉਹਦੇ ਤੋਂ ਜਿਹਨੇ ਪੜ੍ਹੀ ਨਹੀਂ ਆ। ਜਿਹੜਾ ਪਰਸਨ ਬਾਈਬਲ ਨੂੰ ਪੜ੍ਹੇ ਨੂੰ ਉਹਨੂੰ 10 ਦਿਨ ਹੋ ਗਏ ਆ, ਮਹੀਨਾ ਹੋ ਗਿਆ ਆ, 20 ਦਿਨ ਹੋ ਗਏ ਆ, ਹਫਤਾ ਹੋ ਗਿਆ, ਅੱਜ ਉਹ ਬੰਦਾ ਬਾਈਬਲ ਤੋਂ ਘੱਟਾ ਝਾੜੂਗਾ। ਆਪਣੇ ਬਾਈਬਲ ਤੋਂ ਘੱਟਾ ਝਾੜਨ ਦਾ ਮਤਲਬ ਆਪਣੀ ਜ਼ਿੰਦਗੀ ਤੋਂ ਘੱਟਾ ਝਾੜਨਾ। ਜਿਹਦੀ ਬਾਈਬਲ ਦੇ ਉੱਪਰ ਘੱਟਾ ਪਿਆ ਹੋਇਆ, ਉਹਦੀ ਜ਼ਿੰਦਗੀ ਦੇ ਉੱਪਰ ਘੱਟਾ ਪਿਆ, ਉਹਦੀਆਂ ਅੱਖਾਂ ਦੇ ਉੱਪਰ ਘੱਟਾ ਪਿਆ, ਉਹਨੂੰ ਦਿਖਦਾ ਨਹੀਂ, ਉਹ ਅੰਨਾ ਹੋਇਆ ਫਿਰਦਾ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਅੱਜ ਦਾ ਵਚਨ ਕੰਮ ਕਰੇਗਾ ਤੁਹਾਡੀ ਜ਼ਿੰਦਗੀਆਂ 'ਚ, ਯਿਸੂ ਮਸੀਹ ਦੇ ਨਾਮ 'ਚ, ਬੋਲੋ ਆਮੀਨ। ਹਾਲੇਲੂਇਆ। ਔਰ ਅੱਗੇ ਕੀ ਲਿਖਿਆ ਭਾਈ? ਕਹਿੰਦਾ ਅਸੀਂ ਖੁਦਾ ਦੇ ਅੱਗੇ ਖੜੇ ਹੋ ਸਕਾਂਗੇ ਅਗਰ ਅਸੀਂ ਜਾਗਦੇ ਰਵਾਂਗੇ ਤਾਂ। ਔਰ ਸੈਕਿੰਡ ਰੈਫਰੈਂਸ ਮੈਂ ਤੁਹਾਨੂੰ ਦੇ ਰਿਹਾ, ਦੂਸਰਾ ਤਿਮੋਥੀਅਸ ਦਾ ਪੁਸਤਕ। ਤਿਮੋਥੀਅਸ ਦਾ ਪੁਸਤਕ ਖੋਲੀਏ ਮੇਰੇ ਨਾਲ। ਦੂਸਰਾ ਤਿਮੋਥੀਅਸ ਦਾ ਪੁਸਤਕ ਔਰ ਉਹਦਾ 3 ਨੰਬਰ ਅਧਿਆਇ, ਉਹਦਾ 1 ਤੋਂ 5 ਨੰਬਰ ਪੰਕਤੀ ਤੱਕ ਸੁਣਨਾ ਬੜੇ ਧਿਆਨ ਦੇ ਨਾਲ। ਹਾਲੇਲੂਇਆ। ਇਹ ਅੰਤਰੇ ਸਮੇਂ ਦੇ ਵਿੱਚੋਂ ਅਸੀਂ ਲੰਘਦੇ ਪਏ ਹਾਂ। ਔਰ ਕੀ ਹੋਏਗਾ ਅੰਤਰੇ ਸਮੇਂ ਦੇ ਵਿੱਚ ਦੇਖਣਾ। ਤੁਹਾਨੂੰ ਹੁਣ ਲੱਗੇਗਾ ਕਿ ਪਾਦਰੀ ਸਾਹਿਬ ਤੁਹਾਡੀ ਜ਼ਿੰਦਗੀ ਦੇ ਬਾਰੇ ਜਾਣਦੇ ਪਏ ਆ, ਤੁਹਾਡੀਆਂ ਆਦਤਾਂ ਦੇ ਬਾਰੇ ਜਾਣਦੇ ਪਏ ਆ। ਤੁਹਾਨੂੰ ਇਦਾਂ ਲੱਗੇਗਾ ਕਿ ਵਚਨ ਬੋਲਦਾ ਪਿਆ। ਸੁਣਨਾ, ਇਹ ਸਮਾਂ ਅੰਤ ਦਾ ਆ, ਉਹਦੇ ਵਿੱਚੋਂ ਅਸੀਂ ਲੰਘਦੇ ਪਏ ਆ। ਅੰਤਰੇ ਦਿਨਾਂ ਦੇ ਵਿੱਚ ਬੰਦੇ ਦਾ ਦਿਲ ਕਿੱਦਾਂ ਦਾ ਹੋ ਜਾਣਾ, ਉਹਦੀਆਂ ਆਦਤਾਂ ਕਿੱਦਾਂ ਦੀਆਂ ਹੋ ਜਾਣੀਆਂ, ਉਹਦੇ ਬਾਰੇ ਲਿਖਿਆ ਪਿਆ ਅੰਤਰੇ ਦਿਨਾਂ ਦੇ ਵਿੱਚ। ਦੇਖਣਾ ਕਿਤੇ ਇਹਦੇ ਵਿੱਚੋਂ ਇੱਕ ਵੀ ਗੱਲ ਤੁਹਾਡੇ ਅੰਦਰ ਨਾ ਪਾਈ ਜਾਵੇ। ਜੇ ਪਾਈ ਜਾਂਦੀ ਆ ਤੇ ਅੱਜ ਉਹਦਾ ਆਖਰੀ ਦਿਨ ਹੋਵੇ ਯਿਸੂ ਮਸੀਹ ਦੇ ਨਾਮ 'ਚ, ਬੋਲੋ ਆਮੀਨ। ਹਾਲੇਲੂਇਆ। ਅੰਤਰੇ ਦਿਨਾਂ ਦੇ ਵਿੱਚ ਕੀ ਹੋਏਗਾ? ਜਦੋਂ ਅਸੀਂ ਦੂਸਰਾ ਤਿਮੋਥੀਅਸ ਦਾ ਪੁਸਤਕ ਉਹਦਾ 3 ਨੰਬਰ ਅਧਿਆਇ, ਉਹਦਾ 1 ਤੋਂ 5 ਨੰਬਰ ਪੰਕਤੀ ਤੱਕ ਪੜ੍ਹਦੇ ਹਾਂ ਤੇ ਸੁਣੋ ਕੀ ਲਿਖਿਆ ਬਾਈਬਲ 'ਚ। ਕਹਿੰਦਾ ਪਰ ਇਹ ਜਾਣ ਛੱਡੋ, ਮਤਲਬ ਇਹ ਜਾਣ ਛੱਡ ਭਾਈ, ਅੰਤਰੇ ਦਿਨਾਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਕਿਹੜੇ ਭੈੜੇ ਸਮੇਂ? ਕਿਹੜੇ ਭੈੜੇ ਸਮੇਂ ਆ ਜਾਣਗੇ? ਹਾਲੇਲੂਇਆ। ਲਿਖਿਆ, ਮੈਂ ਫਿਰ ਪੜ੍ਹਦਾ। ਕਹਿੰਦਾ ਪਰ ਇਹ ਜਾਣ ਛੱਡ ਭਈ ਅੰਤ ਦੇ ਦਿਨਾਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਕਹਿੰਦਾ ਕਿਉਂ ਜੋ ਮਨੁੱਖ ਆਪ ਸਵਾਰਥੀ ਹੋ ਜਾਏਗਾ, ਦੂਸਰੇ ਦੇ ਵੱਲ ਧਿਆਨ ਨਹੀਂ ਦੇਗਾ, ਆਪਣੇ ਵੱਲ ਧਿਆਨ ਦੇਗਾ। ਆਪ ਸਵਾਰਥੀ ਹੋ ਜਾਏਗਾ, ਮਾਇਆ ਦਾ ਲੋਭੀ ਹੋ ਜਾਏਗਾ। ਅੱਜ ਹੈ ਨਾ ਮਾਇਆ ਦਾ ਲਾਲਚ, ਪੈਸਾ ਕਮਾਉਣ ਦਾ, ਅਮੀਰ ਹੋਣ ਦਾ ਲਾਲਚ। ਹਾਂ, ਮੇਰੇ ਕੋਲ ਮਕਾਨ ਵੀ ਹੋਵੇ, ਘਰ ਵੀ ਹੋਵੇ, ਗੱਡੀ ਵੀ ਹੋਵੇ। ਸਵਰਗ ਦੀ ਕਿਸੇ ਨੂੰ ਨਹੀਂ ਚਿੰਤਾ, ਯਿਸੂ ਮਸੀਹ ਦੀ ਕਿਸੇ ਨੂੰ ਨਹੀਂ ਚਿੰਤਾ, ਪਵਿੱਤਰ ਆਤਮਾ ਦੀ ਕਿਸੇ ਨੂੰ ਨਹੀਂ ਚਿੰਤਾ ਕਿ ਪਵਿੱਤਰ ਆਤਮਾ ਮੇਰੇ ਕੋਲ ਹੋਵੇ। ਹਾਂ, ਪਰਮੇਸ਼ਵਰ ਦੇ ਵਚਨ ਦੇ ਗਿਆਨ ਦਾ ਵਰਦਾਨ ਮੇਰੇ ਕੋਲ ਹੋਵੇ, ਬਿਮਾਰਾਂ ਨੂੰ ਚੰਗਾ ਕਰਨ ਦਾ ਵਰਦਾਨ ਮੇਰੇ ਕੋਲ ਹੋਵੇ। ਹੈ ਕਿਸੇ ਨੂੰ ਚਿੰਤਾ? ਬਾਈਬਲ ਕਹਿੰਦਾ ਅੰਤਰ ਦਿਨਾਂ ਦੇ ਵਿੱਚ ਮਨੁੱਖ ਖੁਦ ਸਵਾਰਥੀ ਹੋ ਜਾਏਗਾ ਔਰ ਫਿਰ ਪੈਸੇ ਦਾ ਲਾਲਚ ਉਹਦੇ ਅੰਦਰ ਆ ਜਾਏਗਾ। ਔਰ ਅੱਗੇ ਕੀ ਆ? ਮੈਂ ਜੋ ਪੜ੍ਹਿਆ ਨਾ, ਇਹ ਮੈਨੂੰ ਲੱਗਾ ਕਿ ਵਾਕਈ ਦੁਨੀਆ ਦੇ ਉੱਪਰ ਇਹ ਚੀਜ਼ ਹੈਗੀ ਆ। ਫਿਰ ਲਿਖਿਆ ਸ਼ੇਖੀ ਬਾਜ਼। ਅੱਜ ਘਰ ਦੇ ਰਸੋਈ ਦੇ ਪੀਪੇ 'ਚ ਆਟਾ ਹੋਵੇ ਨਾ ਹੋਵੇ, ਪਰ ਉਹਦੇ ਕੱਪੜੇ ਪੂਰੇ A to Z ਹੋਣਗੇ, ਚਾਹੇ ਉਹ ਲੜਕੀ ਹੋਵੇ ਤੇ ਚਾਹੇ ਲੜਕਾ ਹੋਵੇ। ਤੁਹਾਨੂੰ ਉਹਦੇ ਪਤਾ ਲੱਗ ਜਾਏਗਾ, ਤੁਹਾਨੂੰ ਉਹਦੇ ਪਤਾ ਲੱਗ ਜਾਏਗਾ ਸ਼ੇਖੀਬਾਜ਼ ਲੋਕਾਂ ਦਾ। ਮੈਂ ਦੇਖੇ ਇਸ ਤਰ੍ਹਾਂ ਦੇ ਲੋਕ, ਕਿਉਂਕਿ ਮੈਂ ਜਦੋਂ ਪੜ੍ਹਿਆ, ਪਵਿੱਤਰ ਆਤਮਾ ਨੇ ਮੈਨੂੰ ਇਹ ਪੜ੍ਹਾਇਆ ਤੇ ਮੈਂ ਦੇਖਿਆ, ਮੈਂ ਕਿਹਾ ਵਾਹ, ਇਹ ਤਾਂ ਗੱਲਾਂ ਪ੍ਰੋਪਰ ਦੇਖਣ ਨੂੰ ਮਿਲਦੀਆਂ ਪਈਆਂ। ਮਤਲਬ ਅੰਤ ਦੇ ਸਮੇਂ ਦੇ ਵਿੱਚੋਂ ਅਸੀਂ ਲੰਘਦੇ ਪਏ ਹਾਂ। ਦੇਖੋ, ਮਨੁੱਖ ਆਪ ਸਵਾਰਥੀ ਹੋ ਜਾਏਗਾ। ਅੱਜ ਤੁਸੀਂ ਦੇਖ ਲਓ, ਅਗਰ ਕਿਸੇ ਦਾ ਐਕਸੀਡੈਂਟ ਵੀ ਹੋਇਆ ਨਾ, ਲੋਕ ਵੀਡੀਓ ਬਣਾਉਣ ਲੱਗ ਜਾਣਗੇ, ਪਰ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਣਗੇ ਛੇਤੀ।
ਆਪਣੇ ਪਰਿਵਾਰ ਦਾ ਬਚਾਅ ਦੇਖਣਗੇ, ਪਰ ਦੂਸਰੇ ਦਾ ਬੰਦਾ ਬੱਚਾ ਚਾਹੇ ਕੋਈ ਮਰਦਾ ਹੋਵੇ ਕੋਈ ਦਿੱਕਤ ਨਹੀਂ ਆ। ਇਹ ਆਪ ਸਵਾਰਥੀ ਆ। ਹਾਲੇਲੂਇਆ। ਸੁਣੋ ਅੱਗੇ ਬਾਈਬਲ ਕੀ ਕਹਿੰਦਾ। ਕਹਿੰਦਾ ਉਹ ਮਾਇਆ ਦੇ ਲਾਲਚ ਦੇ ਵਿੱਚ ਆ ਜਾਣਗੇ। ਅੱਜ ਦੇ ਲੋਕ ਹੋਏ ਆ ਮਾਇਆ ਦੇ ਲਾਲਚ ਦੇ ਵਿੱਚ। ਔਰ ਅੱਗੇ ਲਿਖਿਆ ਸ਼ੇਖੀਬਾਜ਼ ਹੋਣਗੇ, ਉਹ ਹੰਕਾਰੀ ਹੋ ਜਾਣਗੇ। ਅੱਜ ਤੁਸੀਂ ਘਮੰਡੀ ਲੋਕ ਵੀ ਦੇਖੋਗੇ, ਕੁਫਰ ਬਕਣ ਵਾਲੇ ਵੀ ਲੋਕ ਹੋਣਗੇ, ਉਹ ਹੈਗੇ ਆ ਅੱਜ ਵੀ। ਮੂੰਹ ਦੇ ਵਿੱਚੋਂ ਦੇਖੋ ਕੀ ਬੋਲਦੇ ਪਏ ਲੋਕ। ਹਾਂ, ਚਰਚ ਦੇ ਵਿੱਚ ਬੈਠ ਕੇ ਔਰ ਬਾਹਰ ਬੈਠ ਕੇ। ਜਿਹੜੇ ਚਰਚ ਨਹੀਂ ਵੀ ਆਉਂਦੇ ਉਹਨਾਂ ਦੇ ਵੱਲ ਵੀ ਦੇਖ ਲਓ, ਕਿੱਦਾਂ ਆਪਣੇ ਮੂੰਹ ਦੇ ਵਿੱਚੋਂ ਕੁਫਰ ਬੋਲਦੇ। ਕੁਫਰ ਮਤਲਬ ਜਦੋਂ ਕਿਸੇ ਦੀ ਨਿੰਦਿਆ ਕਰਦੇ, ਕਿਸੇ ਦੇ ਬਾਰੇ ਬੁਰਾ ਬੋਲਦੇ ਆ, ਕਿਸੇ ਨੂੰ ਗਾਲਾਂ ਕੱਢਦੇ ਆ, ਕਿਸੇ ਦੇ ਬਾਰੇ ਗਲਤ ਅਫਵਾਹਾਂ ਫੈਲਾਉਂਦੇ, ਚੁਗਲੀ ਕਰਦੇ ਆ। ਮਤਲਬ ਇਹ ਕੁਫਰ ਹੀ ਬੋਲਦੇ ਆਪਣੇ ਮੂੰਹ ਦੇ ਵਿੱਚੋਂ। ਐਦਾਂ ਦੇ ਲੋਕ ਹੋ ਜਾਣਗੇ। ਫਿਰ ਮਾਪਿਆਂ ਦੇ ਅਣ ਆਗਿਆਕਾਰੀ, ਮਾਂ-ਬਾਪ ਦੀ ਆਗਿਆਕਾਰੀ ਕਰਨ ਵਾਲੇ ਨਹੀਂ, ਅਣ ਆਗਿਆਕਾਰੀ ਹੋ ਜਾਏਗੇ ਲੋਕ ਪੀੜ੍ਹੀ ਐਦਾਂ ਦੀ ਹੋ ਜਾਣੀ ਆ। ਲੋਕ ਐਦਾਂ ਦੀ ਹੋ ਜਾਣੇ, ਜਵਾਨ ਪੀੜ੍ਹੀ ਐਦਾਂ ਦੀ ਹੋ ਜਾਣੀ ਆ, ਮਾਪਿਆਂ ਦੇ ਅਣ ਆਗਿਆਕਾਰੀ। ਔਰ ਅੱਜ ਤੁਸੀਂ ਦੇਖਦੇ ਵੀ ਆ ਅਣ ਆਗਿਆਕਾਰੀ ਬੱਚਿਆਂ ਨੂੰ, ਅਣ ਆਗਿਆਕਾਰੀ ਲੋਕਾਂ ਨੂੰ। ਔਰ ਲਿਖਿਆ ਨਾ ਸ਼ੁਕਰੇ। ਖੁਦਾਵੰ ਨੇ ਜੋ ਕੁਝ ਦਿੱਤਾ ਆ ਉਹਦੇ ਲਈ ਸ਼ੁਕਰ ਨਹੀਂ ਕਰਨਾ, ਜੋ ਨਹੀਂ ਮਿਲਿਆ ਨਾ ਉਹਦੇ ਲਈ ਬੁੜਬੁੜਾਹਟ ਕਰੀ ਜਾਣੀ ਆ। ਖੁਦਾ ਨੇ ਤੰਦਰੁਸਤੀ ਦਿੱਤੀ ਆ, ਉਹਦੇ ਲਈ ਸ਼ੁਕਰ ਨਹੀਂ ਕਰਨਾ। ਪ੍ਰਭੂ ਗੱਡੀ ਨਹੀਂ ਦਿੱਤੀ, ਪ੍ਰਭੂ ਗੱਡੀ ਨਹੀਂ ਦਿੱਤੀ, ਪ੍ਰਭੂ ਅਮੀਰ ਨਹੀਂ ਕੀਤਾ। ਹਾਂ, ਪ੍ਰਭੂ ਨੂੰ ਮੰਨ ਕੇ ਸਾਨੂੰ ਕੀ ਮਿਲਿਆ? ਹਾਂ, ਉਹਨੇ ਤੁਹਾਨੂੰ ਜੀਵਨ ਦੇ ਦਿੱਤਾ, ਉਹਨੇ ਤੁਹਾਨੂੰ ਸਾਹ ਦੇ ਦਿੱਤੇ ਆ। ਤੁਹਾਡੀ ਬੰਦ ਬੁੱਧ ਹਲੇ ਤੱਕ ਖੁੱਲੀ ਨਹੀਂ ਹੈ ਜਾਣਨ ਦੇ ਲਈ ਕਿ ਉਹਨੇ ਤੁਹਾਨੂੰ ਧਰਤੀ ਦੇ ਉੱਪਰ ਜਿਉਂਦੇ ਰਹਿਣ ਦੇ ਲਈ ਤੌਬਾ ਬਖਸ਼ੀ ਪਈ ਆ। ਸਮੇਂ ਦੇ ਦਿੱਤਾ ਉਹਨੇ ਤੌਬਾ ਬਖਸ਼ਣ ਨੂੰ। ਤੁਸੀਂ ਕਾਰ, ਗੱਡੀ, ਮਕਾਨ ਦੇ ਪਿੱਛੇ ਪਏ ਹੋਏ ਆ। ਹਾਲੇਲੂਇਆ। ਮਕਾਨ ਨਾਲ ਨਹੀਂ ਉਠਾਇਆ ਜਾਣਾ ਸਵਰਗ ਦੇ ਵਿੱਚ, ਕਾਰ ਦੇ ਵਿੱਚ ਬਹਿ ਕੇ ਨਹੀਂ ਜਾਣਾ ਸਵਰਗ ਦੇ ਵਿੱਚ, ਪੈਸਾ ਜੇਬਾਂ 'ਚ ਪਾ ਕੇ ਨਹੀਂ ਲੈ ਕੇ ਜਾਣਾ। ਮੈਂ ਜੋ ਦੇਖਿਆ ਆਪਣੀ ਅੱਖਾਂ ਦੇ ਨਾਲ, ਕਫਨ ਦੇ ਵਿੱਚ ਬੋਡੀ ਨੂੰ ਰੱਖ ਕੇ ਖਾਲੀ ਲੈ ਜਾਂਦੇ। ਜੇ ਕੋਈ ਦਾਰੂ ਪੀਂਦਾ ਮਰ ਜਾਂਦਾ ਤੇ ਪਊਆ ਵੀ ਰੱਖ ਦਿੰਦੇ ਕਈ ਲੋਕ। ਦੇਖੇ ਮੰਦ ਬੁੱਧੀ ਲੋਕ ਏਦਾਂ ਦੇ ਮੈਂ। ਹਾਲੇਲੂਇਆ। ਤੁਸੀਂ ਦੇਖੋ ਲੋਕਾਂ ਦੀ ਬੁੱਧੀ ਕਿੰਨੀ ਭ੍ਰਸ਼ਟ ਹੋਈ ਫਿਰਦੀ ਆ। ਕੀ ਉਹਨੇ ਪੀਣੀ ਆ ਜਾ ਕੇ? ਦੱਸੋ। ਏਦਾਂ ਦੇ ਵੀ ਲੋਕ ਆ। ਕਈ ਡੈਡ ਬੋਡੀ ਨੂੰ ਮੱਥਾ ਟੇਕਦੇ ਰਹੋਗੇ। ਅੰਤਰੇ ਦਿਨਾਂ ਦੇ ਵਿੱਚੋਂ ਲੰਘਦੇ, ਖਬਰਦਾਰ ਰਹਿਣ ਦੀ ਜ਼ਰੂਰਤ ਆ। ਲਿਖਿਆ ਲੋਕ ਫਿਰ ਨਾ ਸ਼ੁਕਰੇ ਹੋ ਜਾਣਗੇ, ਅਪਵਿੱਤਰ ਹੋ ਜਾਣਗੇ। ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖੋ ਪਵਿੱਤਰ ਰਹਿਣਾ ਕਿੰਨਾ ਮੁਸ਼ਕਿਲ ਆ। ਸਭ ਤੋਂ ਵੱਡੀ ਜੰਗ ਜਿੱਤਣ ਦੇ ਬਰਾਬਰ ਆ ਪਵਿੱਤਰ ਰਹਿਣਾ। ਔਰ ਲਿਖਿਆ ਲੋਕ ਅਪਵਿੱਤਰ ਹੋ ਜਾਣਗੇ। ਤੁਸੀਂ ਦੇਖੋ ਮੋਬਾਈਲ ਆ, ਇੰਟਰਨੈਟ ਆ, ਸੋਸ਼ਲ ਮੀਡੀਆ ਆ, ਤੁਸੀਂ ਕਿੱਦਾਂ ਪਵਿੱਤਰ ਰਹਿ ਸਕਦੇ? ਤੁਸੀਂ ਘਰ ਦੇ ਵਿੱਚ ਇਕੱਲੇ ਆ, ਸ਼ੈਤਾਨ ਪੂਰਾ ਹੈਵੀ ਹੋ ਜਾਏਗਾ ਤੁਹਾਡੇ ਉੱਪਰ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਨਹੀਂ, ਅਗਰ ਤੁਸੀਂ ਸਮੇਂ ਇਨਵੈਸਟ ਨਹੀਂ ਕਰਦੇ ਬਾਈਬਲ ਪੜ੍ਹਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ। ਹਾਲੇਲੂਇਆ। ਔਰ ਅੱਗੇ ਲਿਖਿਆ ਨਿਰਮੋਹ ਪੱਥਰ ਦਿਲ ਹੋ ਜਾਣਗੇ ਉਹ ਲੋਕ। ਅੱਜ ਤੁਸੀਂ ਦੇਖਦੇ ਆ। ਹਾਂ, ਲਿਖਿਆ ਪਰਾਇਆ ਦੀ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ ਸੁਭਾਅ ਦੇ ਹੋ ਜਾਣਗੇ, ਨੇਕੀ ਦੇ ਵੈਰੀ ਹੋ ਜਾਣਗੇ, ਭਲਾਈ ਕਰਨ ਦੇ ਵੈਰੀ ਹੋ ਜਾਣਗੇ। ਬਾਈਬਲ ਦੇ ਵਚਨ ਨੂੰ ਪੂਰਾ ਕਰਨਾ ਭਲਾਈ ਦੇ ਕੰਮ ਆ। ਕਹਿੰਦਾ ਨੇਕੀ ਦੇ ਵੈਰੀ ਹੋ ਜਾਣਗੇ, ਨਮਕ ਹਰਾਮ ਹੋ ਜਾਣਗੇ। ਅੱਜ ਤੁਸੀਂ ਦੇਖਦੇ ਆ ਕਿਸੇ ਨੌਕਰ ਨੂੰ ਤੁਸੀਂ ਕੰਮ ਤੇ ਰੱਖੋ ਆਪਣੇ ਘਰ ਦੇ ਵਿੱਚ, ਉਹੀ ਮਕਾਨ ਮਾਲਕ ਨੂੰ ਮਾਰ ਕੇ ਤਾਂ ਚੋਰੀ ਕਰਕੇ ਤਾਂ ਭੱਜ ਕੇ ਫਰਾਰ ਹੋ ਜਾਂਦੇ। ਹਾਂ, ਨਮਕ ਹਰਾਮ ਹੋ ਜਾਣਗੇ, ਕਾਲੇ ਹੋ ਜਾਣਗੇ ਵੀ ਜਲਦੀ ਹੋ ਜਾਵੇ ਸਾਰਾ ਕੁਝ, ਹੁਣੇ ਹੀ ਹੋ ਜਾਵੇ। ਲਿਖਿਆ ਘਮੰਡੀ ਹੋ ਜਾਣਗੇ, ਪਰਮੇਸ਼ਵਰ ਦੇ ਨਾਲ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ। ਤੂੰ ਇਹਨਾਂ ਤੋਂ ਕਹਿੰਦਾ ਪਰੇ ਰਹੀਂ। ਹਾਲੇਲੂਇਆ। ਤੂੰ ਇਹਨਾਂ ਤੋਂ ਕਹਿੰਦਾ ਪਰੇ ਰਹੀਂ। ਇਸ ਤਰ੍ਹਾਂ ਦੇ ਲੋਕਾਂ ਤੋਂ ਔਰ ਇਦਾਂ ਦੀਆਂ ਆਦਤਾਂ ਤੇਰੇ ਅੰਦਰ ਨਾ ਪਾਈਆਂ ਜਾਣ। ਹਾਲੇਲੂਇਆ। ਉਮੀਦ ਕਰਦਾ ਤੁਹਾਡੀ ਸਮਝ ਦੇ ਵਿੱਚ ਆ ਗਿਆ ਹੋਣਾ ਕਿ ਅੰਤਰੇ ਦਿਨਾਂ ਦੇ ਵਿੱਚ ਐਦਾਂ ਹੋ ਸਕਦਾ ਆ। ਇਹ ਵਾਲੀਆਂ ਗੱਲਾਂ ਤੁਹਾਡੇ ਅੰਦਰ ਵੀ ਆ ਸਕਦੀਆਂ ਆ ਅਗਰ ਤੁਸੀਂ ਖਬਰਦਾਰ ਨਹੀਂ ਰਹੋਗੇ ਤਾਂ। ਔਰ ਇਹ ਤੁਹਾਡੀ ਪਵਿੱਤਰਤਾ ਨੂੰ ਖਰਾਬ ਕਰ ਦੇਣਗੀਆਂ, ਖੁਦਾਵੰਦ ਦੇ ਨਾਲ ਤੁਹਾਡੇ ਸਮੇਂ ਨੂੰ ਖਰਾਬ ਕਰ ਦੇਣਗੀਆਂ, ਰਿਸ਼ਤੇ ਨੂੰ ਖਰਾਬ ਕਰ ਦੇਣਗੀਆਂ। ਇਹ ਵਾਲੀਆਂ ਗੱਲਾਂ ਇਸ ਤੋਂ ਅੱਗੇ ਵੀ ਪੜ੍ਹ ਲੈਣਾ, ਸਮੇਂ ਨਹੀਂ ਆ ਕਿ ਸਾਰਾ ਪੜਾਵਾਂ। ਲਾਸਟ ਵਰਸ ਦੇ ਵਿੱਚੋਂ ਚੱਲਦੇ ਹਾਂ, ਜਦੋਂ ਤੁਸੀਂ ਮੇਰੇ ਨਾਲ ਸੰਤ ਮੱਤੀ ਦਾ ਅੰਜੀਲ ਓਪਨ ਕਰਨਾ ਔਰ ਉਹਦਾ 12 ਨੰਬਰ ਅਧਿਆਇ। ਸੰਤ ਮੱਤੀ ਦਾ ਅੰਜੀਲ ਉਹਦਾ 12 ਨੰਬਰ ਅਧਿਆਇ, ਉਹਦਾ 35, 36 ਔਰ 37 ਨੰਬਰ ਪੰਕਤੀ। ਗੱਲ ਚੱਲਦੀ ਆ, ਟਾਈਟਲ ਆ ਹਿਸਾਬ ਦੇਣਾ ਪੈਣਾ ਆ ਸਾਨੂੰ। ਖੁਦਾਵੰਦ ਦੇ ਕੋਲ ਜਾਣਾ ਆ, ਖੁਦਾਵੰਦ ਦੇ ਨਾਲ ਮੁਲਾਕਾਤ ਕਰਨੀ ਆ, ਪਰ ਸਾਨੂੰ
ਹਿਸਾਬ ਦੇਣਾ ਪੈਣਾ ਆ ਕਿ ਉਹ ਮੁਲਾਕਾਤ ਸਦਾ ਦੀ ਮੁਲਾਕਾਤ ਬਣਨੀ ਆ ਜਾਂ ਸਿਰਫ ਕੁਛ ਹੀ ਝਲਕ ਮਿਲਣੀ ਆ ਸਾਨੂੰ ਖੁਦਾਵੰਦ ਨੂੰ ਦੇਖਣ ਦੀ। ਹਾਲੇਲੂਇਆ। ਇਹ ਡਿਪੈਂਡ ਕਰਦਾ ਤੁਹਾਡੇ ਉੱਪਰ ਕਿ ਤੁਸੀਂ ਇਨਵੈਸਟ ਕੀ ਕਰਦੇ ਪਏ ਆ। ਸੁਣੋ ਵਚਨ ਕੀ ਆਖਦਾ, ਕਹਿੰਦਾ ਭਲਾ ਮਨੁੱਖ ਭਲੇ ਖਜ਼ਾਨੇ ਦੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਆ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਦੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਆ। ਹੁਣ ਆਪਣੀ ਜ਼ਿੰਦਗੀ ਦੇ ਵੱਲ ਗੌਰ ਕਰੋ ਜ਼ਰਾ। ਜਦੋਂ ਚਾਰ ਲੋਕ ਬਹਿ ਜਾਂਦੇ ਫਿਰ ਅਸੀਂ ਕਿਹੜੀਆਂ ਗੱਲਾਂ ਆਪਣੇ ਅੰਦਰੋਂ ਕੱਢਦੇ ਹਾਂ? ਜਦੋਂ ਅਸੀਂ ਸਹੇਲੀਆਂ ਇਕੱਠੀਆਂ ਹੁੰਦੀਆਂ ਦੋ ਜਾਣੀਆਂ ਫਿਰ ਅਸੀਂ ਮੂੰਹ ਦੇ ਵਿੱਚੋਂ ਕਿਹੜੀਆਂ ਗੱਲਾਂ ਕੱਢਦੇ ਹਾਂ? ਮਤਲਬ ਜੋ ਕੱਢਦੇ ਆ ਉਹੀ ਤੁਹਾਡੇ ਅੰਦਰ ਆ, ਉਹੀ ਗੰਦ ਤੁਹਾਡੇ ਅੰਦਰ ਭਰਿਆ ਜੋ ਮੂੰਹ ਦੇ ਉੱਪਰ ਆਉਂਦਾ ਆ। ਬਾਈਬਲ ਇਦਾਂ ਕਹਿੰਦਾ ਅਗਰ ਚੰਗਾ ਤੁਹਾਡੇ ਅੰਦਰ ਭਰਿਆ ਆ ਤੇ ਚੰਗੀਆਂ ਗੱਲਾਂ ਹੀ ਤੁਹਾਡੇ ਅੰਦਰੋਂ ਬਾਹਰ ਆਉਣੀਆਂ ਆ। ਹਾਲੇਲੂਇਆ। ਤੁਹਾਡੀ ਸੰਗਤੀ ਕਿਹਦੇ ਨਾਲ ਆ? ਅਗਰ ਕੋਈ ਤੁਹਾਡੇ ਨਾਲ ਬੁਰੀ ਗੱਲ ਕਰਦਾ ਉਹਨੂੰ ਤੁਸੀਂ ਟੋਕੋ, ਉਹਨੂੰ ਤੁਸੀਂ ਰੋਕੋ ਕਿ ਮੇਰੇ ਨਾਲ ਅਗਰ ਤੂੰ ਆਪਣੀ ਦੋਸਤੀ ਨੂੰ ਕਾਇਮ ਰੱਖਣਾ ਆ ਤੇ ਇਹਨਾਂ ਗੱਲਾਂ ਨੂੰ ਛੱਡਣਾ ਪੈਣਾ, ਜਾਂ ਇਹਨਾਂ ਗੱਲਾਂ ਨੂੰ ਛੱਡ ਦੇ ਜਾਂ ਮੈਨੂੰ ਛੱਡ ਦੇ, ਦੋਵਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਪੈਣਾ। ਹਾਲੇਲੂਇਆ। ਤੁਹਾਡੀ ਜ਼ਿੰਦਗੀ 'ਚ ਜੋ ਆ ਰਿਹਾ ਆ ਤੇ ਜੋ ਜਾ ਰਿਹਾ ਉਹਦੇ ਲਈ ਖਬਰਦਾਰ ਰਹਿਣ ਦੀ ਜ਼ਰੂਰਤ ਆ। ਹਾਲੇਲੂਇਆ। ਕਹਿੰਦੇ ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖਜ਼ਾਨੇ 'ਚੋਂ ਚੰਗੀਆਂ ਗੱਲਾਂ ਔਰ ਮਾੜਾ ਮਨੁੱਖ ਆਪਣੇ ਦਿਲ ਦੇ ਮਾੜੇ ਖਜ਼ਾਨੇ ਦੇ ਵਿੱਚੋਂ ਮਾੜੀਆਂ ਗੱਲਾਂ ਬਾਹਰ ਕੱਢਦਾ ਆ। ਔਰ ਅੱਗੇ ਲਿਖਿਆ ਕਹਿੰਦਾ ਪਰ ਮੈਂ ਤੁਹਾਨੂੰ ਆਖਦਾ ਆ ਭਈ ਮਨੁੱਖ ਹਰੇਕ ਅਕਰਥ ਗੱਲ ਜੋ ਬੋਲਣ ਨਿਆਂ ਦੇ ਦਿਨ ਉਹਦਾ ਹਿਸਾਬ ਦੇਣਗੇ। ਬੋਲੋ ਹਾਲੇਲੂਇਆ। ਚਾਹੇ ਤੁਸੀਂ ਸਮੇਂ ਖੁਦਾ ਨੇ ਤੁਹਾਨੂੰ ਦਿੱਤਾ ਤੁਸੀਂ ਉਹਨੂੰ ਖਰਾਬ ਕਰ ਦਿੱਤਾ, ਚਾਹੇ ਖੁਦਾ ਨੇ ਤੁਹਾਨੂੰ ਪੈਸਾ ਦਿੱਤਾ ਪੈਸੇ ਨਾਲ ਬਲੈਸ ਕੀਤਾ ਪਰ ਤੁਸੀਂ ਆਪਣੇ ਭੋਗ ਵਿਲਾਸਾਂ ਦੇ ਵਿੱਚ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੇ ਲਈ ਆਪਣੀ ਐਸ਼ਪ੍ਰਸਤੀ ਦੇ ਲਈ ਹੀ ਉਹਦਾ ਇਸਤੇਮਾਲ ਕੀਤਾ, ਤੁਹਾਨੂੰ ਉਹਦਾ ਹਿਸਾਬ ਦੇਣਾ ਪੈਣਾ। ਮੈਂ ਨਹੀਂ ਕਹਿੰਦਾ ਆਪਣੇ ਪਰਿਵਾਰ ਦੀ ਕੇਅਰ ਨਾ ਕਰੋ, ਪਰ ਖੁਦਾ ਦੇ ਪਰਿਵਾਰ ਦੀ ਵੀ, ਖੁਦਾ ਦੇ ਲੋਕਾਂ ਦੀ ਵੀ, ਖੁਦਾ ਦੇ ਜਿਹੜੇ ਯਤੀਮ ਲੋਕ ਆ ਖੁਦਾ ਦਾ ਪਰਿਵਾਰ ਆ, ਜਿਹੜੇ ਬੇਸਹਾਰਾ ਲੋਕ ਆ, ਜਿਹੜੇ ਪਰਦੇਸੀ ਲੋਕ ਆ, ਹਾਂ ਜਿਹੜੇ ਬਿਮਾਰ ਲੋਕ ਆ ਉਹ ਖੁਦਾ ਦਾ ਪਰਿਵਾਰ ਆ। ਜੇ ਅਸੀਂ ਖੁਦਾ ਦੇ ਪਰਿਵਾਰ ਦਾ ਵੀ ਧਿਆਨ ਨਹੀਂ ਰੱਖਾਂਗੇ ਸਾਨੂੰ ਹਿਸਾਬ ਦੇਣਾ ਪੈਣਾ। ਬੋਲੋ ਹਾਲੇਲੂਇਆ। ਅੱਗੇ ਲਿਖਿਆ ਮੈਂ ਤੁਹਾਨੂੰ ਆਖਦਾ ਮਨੁੱਖ ਅਕਾਰਥ ਗੱਲ ਜੋ ਬੋਲਣ ਨਿਆਂ ਦੇ ਦਿਨ ਉਹਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਵੇਗਾ। ਬੋਲੋ ਹਾਲੇਲੂਇਆ। ਆਪਣੀਆਂ ਗੱਲਾਂ ਤੋਂ ਸਾਨੂੰ ਹਿਸਾਬ ਦੇਣਾ ਪੈਣਾ। ਜੋ ਮੂੰਹ ਦੇ ਵਿੱਚੋਂ ਬੋਲਤਾ, ਜੋ ਇਹਨਾਂ ਕੰਨਾਂ ਦੇ ਨਾਲ ਸੁਣ ਲਿਆ ਜਾਂ ਇਹਨਾਂ ਅੱਖਾਂ ਦੇ ਨਾਲ ਦੇਖ ਲਿਆ, ਜਾਂ ਇਸ ਮੂੰਹ ਦੇ ਵਿੱਚੋਂ ਜੋ ਸ਼ਬਦ ਅਸੀਂ ਉਚਾਰ ਦਿੱਤੇ ਆ, ਜਾਂ ਇਹਨਾਂ ਅੱਖਾਂ ਦੇ ਨਾਲ ਜੋ ਕਰ ਲਿਆ, ਇਹਨਾਂ ਪੈਰਾਂ ਦੇ ਨਾਲ ਜਿਹੜੇ ਰਾਹਾਂ 'ਚ ਦੌੜ ਕੇ ਚਲੇ ਗਏ ਆ ਉਹਦਾ ਹਿਸਾਬ ਦੇਣਾ ਪੈਣਾ। ਇਸ ਸਰੀਰ ਦੇ ਨਾਲ ਕੀ ਕੀਤਾ ਉਹਦਾ ਹਿਸਾਬ ਦੇਣਾ ਪੈਣਾ। ਇਸ ਆਤਮਾ ਨੂੰ ਆਤਮਾ ਦੇ ਨਾਲ ਅਸੀਂ ਕੀ ਕੀਤਾ ਹੈ, ਕੀ ਕਰਵਾਇਆ ਆ, ਉਹਦਾ ਹਿਸਾਬ ਦੇਣਾ ਪੈਣਾ। ਪਵਿੱਤਰ ਆਤਮਾ ਦੀ ਮੰਨੀ ਜਾਂ ਆਪਣੇ ਆਤਮਾ ਦੀ ਮੰਨੀ, ਉਹਦਾ ਹਿਸਾਬ ਦੇਣਾ ਪੈਣਾ ਆ। ਬਾਈਬਲ ਕਹਿੰਦਾ ਅੰਤ ਦੇ ਦਿਨਾਂ 'ਚ ਨਿਆਂ ਦੇ ਦਿਨਾਂ ਦੇ ਵਿੱਚ ਮਨੁੱਖ ਨੂੰ ਉਹਦਾ ਹਿਸਾਬ ਦੇਣਾ ਪਏਗਾ। ਜੌਬ 'ਚ ਬਲੈਸ ਕੀਤਾ, ਤੰਦਰੁਸਤੀ ਮਿਲੀ ਆ, ਖੁਦਾਵੰਦ ਨੇ ਪੈਸੇ ਵੱਲੋਂ ਬਲੈਸ ਕੀਤਾ ਆ, ਸਮੇਂ ਵੱਲੋਂ ਤੁਹਾਨੂੰ ਬਲੈਸ ਕੀਤਾ ਆ, ਸਮੇਂ ਦਿੱਤਾ ਆ, ਉਹਦਾ ਹਿਸਾਬ ਦੇਣਾ ਪੈਣਾ ਆ ਪਰਮੇਸ਼ਵਰ ਨੂੰ। ਸਾਨੂੰ ਹਿਸਾਬ ਦੇਣਾ ਪੈਣਾ ਖੁਦਾ ਨੂੰ, ਕਿਉਂਕਿ ਮੈਂ ਇਹ ਬਿਲੀਵ ਕਰਦਾ ਇੱਕ ਪੱਤਾ ਵੀ ਖੁਦਾ ਦੀ ਮਰਜ਼ੀ ਤੋਂ ਬਿਨਾਂ ਹਿਲਦਾ ਨਹੀਂ। ਅਸੀਂ ਤਾਂ ਫਿਰ ਇਨਸਾਨ ਆ। ਹਾਲੇਲੂਇਆ। ਅਸੀਂ ਫਿਰ ਵੀ ਇਨਸਾਨ ਆ ਤੇ ਸਾਨੂੰ ਕਿੰਨਾ ਆਪਣੀ ਖਬਰਦਾਰੀ ਕਰਨ ਦੀ ਜ਼ਰੂਰਤ ਹੈ ਕਿ ਉਹਦੀਆਂ ਨਜ਼ਰਾਂ ਜਿਹੜੀਆਂ ਧਰਤੀ ਦੇ ਉੱਪਰ ਲੱਗੀਆਂ ਰਹਿੰਦੀਆਂ ਕਿ ਅਸੀਂ ਕੀ ਕਰਦੇ ਪਏ ਆ। ਔਰ ਪਰਮੇਸ਼ਰ ਨੇ ਸਾਨੂੰ ਸਮੇਂ ਦਿੱਤਾ ਆ ਦੁਆ ਕਰਨ ਦਾ, ਪਰ ਅਸੀਂ ਕਰ ਨਹੀਂ ਰਹੇ। ਮੋਬਾਈਲ ਲੈ ਕੇ ਬੈਠੇ ਪਏ, ਟੀਵੀ ਲੈ ਕੇ ਬੈਠੇ ਪਏ, ਯਾਰਾਂ ਦੋਸਤਾਂ ਦੇ ਵਿੱਚ ਬੈਠੇ ਪਏ, ਯਾਰ ਦੋਸਤ ਸਾਡੇ ਵਿੱਚ ਬੈਠੇ ਪਏ। ਪਰ ਪਰਮੇਸ਼ਰ ਨੇ ਉਹ ਸਮੇਂ ਸਾਨੂੰ ਪ੍ਰਾਰਥਨਾ ਦਾ ਦਿੱਤਾ, ਉਹ ਸਮੇਂ ਸਾਨੂੰ ਬਾਈਬਲ ਪੜ੍ਹਨ ਦਾ ਦਿੱਤਾ। ਤੁਸੀਂ ਕਿੱਦਾਂ ਕਹਿੰਦੇ ਸਾਡੇ ਕੋਲੋਂ ਪ੍ਰਾਰਥਨਾ ਦਾ ਸਮੇਂ ਨਹੀਂ ਆ, ਬਾਈਬਲ ਪੜ੍ਹਨ ਦਾ ਸਮੇਂ ਨਹੀਂ ਆ, ਹਾਂ ਪ੍ਰੇਅਰ ਕਰਨ ਦਾ ਸਮੇਂ ਨਹੀਂ ਆ। ਜਿਹਦੇ ਬੰਦੇ ਕੋਲ ਰੋਟੀ ਖਾਣ ਦਾ ਸਮੇਂ ਹੈਗਾ, ਮੈਂ ਕਹਿੰਦਾ ਉਹ ਬੰਦਾ ਝੂਠਾ ਆ ਜੇ ਉਹ ਕਹਿੰਦਾ ਮੇਰੇ ਕੋਲ ਪ੍ਰਾਰਥਨਾ ਕਰਨ ਦਾ ਸਮੇਂ ਨਹੀਂ ਆ। ਜੇ ਉਹ ਕਹਿੰਦਾ ਮੇਰੇ ਕੋਲ ਬਾਈਬਲ ਪੜ੍ਹਨ ਦਾ ਸਮੇਂ ਨਹੀਂ ਆ, ਉਹ ਬੰਦਾ ਝੂਠਾ ਆ, ਢੋਂਗੀ ਆ। ਕਿਉਂਕਿ ਜੇ ਤੁਸੀਂ ਰੋਟੀ ਵੀ ਨਾ ਖਾਓ, ਤੁਹਾਡੇ ਕੋਲ ਸਮੇਂ ਨਾ ਹੋਵੇ, ਫਿਰ ਤੁਸੀਂ ਸੱਚੇ ਆ। ਤੁਸੀਂ ਰੋਟੀ ਵੀ ਨਾ ਖਾਓ, ਪਾਣੀ ਵੀ ਨਾ ਪੀਓ, ਫਿਰ ਤੁਸੀਂ ਕਹੋ ਕਿ ਮੇਰੇ ਕੋਲ ਟਾਈਮ ਨਹੀਂ ਆ ਦੁਆ ਕਰਨ ਦਾ, ਔਰ ਫਿਰ ਤੁਸੀਂ ਸੱਚੇ ਨਿਆਈ ਦੇ ਕੋਲੋਂ ਸੱਚਾ ਨਿਆਂ ਪਾਓਗੇ। ਹਾਲੇਲੂਇਆ। ਤੁਸੀਂ ਕਿੱਦਾਂ ਕਹਿ ਸਕਦੇ ਮੇਰੇ ਕੋਲੋਂ ਟਾਈਮ ਨਹੀਂ ਆ ਜੇ ਤੁਸੀਂ ਰੋਟੀ ਖਾਣ ਦੇ ਲਈ ਟਾਈਮ ਕੱਢਦੇ ਆ, ਸਬਜ਼ੀਆਂ ਲਿਆਉਣ ਦੇ ਲਈ ਆਪਣੇ ਪਰਿਵਾਰ ਦੇ ਲਈ ਟਾਈਮ ਕੱਢਦੇ ਆ, ਹਾਂ ਰਾਸ਼ਨ ਲਿਆਉਣ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਟਾਈਮ ਕੱਢਦੇ ਆ। ਤੁਸੀਂ ਵੀ ਕਿਸੇ ਦੇ ਬੱਚੇ ਆ, ਆਪਣੇ ਮਾਂ-ਬਾਪ ਦੇ ਲਈ ਕਰਦੇ ਪਏ ਆ, ਤੁਹਾਡਾ ਵੀ ਬਾਪ ਹੈਗਾ ਆ,
ਉਹਦੇ ਲਈ ਕੀ ਕਰਦੇ ਪਏ, ਕੀ ਇਨਵੈਸਟ ਕਰਦੇ ਪਏ। ਹਾਲੇਲੂਇਆ। ਉਮੀਦ ਕਰਦਾ ਹਾਂ ਅੱਜ ਦਾ ਵਚਨ ਜਿਹੜਾ ਹੈ ਨਾ, ਇਹ ਕੰਮ ਕਰੇਗਾ 100 ਦਾ 100 ਗੁਣਾ। ਯਾਦ ਰੱਖਣਾ ਮੇਰੀ ਗੱਲ ਨੂੰ, ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ, ਡੈਫੀਨੇਟਲੀ ਕੰਮ ਕਰੇਗਾ। ਅਗਰ ਤੁਸੀਂ ਇਹਨੂੰ ਇਗਨੋਰ ਕਰੋਗੇ ਤੇ ਖੁਦਾ ਤੁਹਾਨੂੰ ਇਗਨੋਰ ਕਰੇਗਾ। ਅਗਰ ਤੁਸੀਂ ਇਹਦੇ ਵੱਲ ਧਿਆਨ ਦਿਓਗੇ, ਖਬਰਦਾਰੀ ਕਰੋਗੇ, ਫੋਕਸ ਕਰੋਗੇ, ਤੇ ਡੈਫੀਨੇਟਲੀ ਉਹ ਤੁਹਾਨੂੰ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਜਾਂ ਤੁਸੀਂ ਖੜੇ ਹੋਵੋਗੇ, ਉਹ ਤੁਹਾਡਾ ਫੇਵਰ ਕਰੇਗਾ। ਬੋਲੋ ਆਮੀਨ, ਹਾਲੇਲੂਇਆ। ਧਿਆਨ ਦੇਗਾ। ਜਦੋਂ ਲੰਗਰ ਵਰਤਾਉਣ ਵਾਲਾ ਨਾ, ਜਦੋਂ ਪਹਿਲਾਂ ਫਟਾਫਟ ਵਰਤਾਉਂਦਾ ਰਵੇ, ਪਰ ਜਦੋਂ ਉਹਦੇ ਆਪਣੇ ਆ ਜਾਂਦੇ ਨਾ, ਫਿਰ ਬੜਾ ਲੱਭ ਕੇ ਪਾਉਂਦਾ ਕੁਛ। ਇਹ ਆ ਆਪਣਿਆਂ ਦੇ ਲਈ ਫੇਵਰ, ਪਰ ਖੁਦਾ ਸਾਰਿਆਂ ਦਾ ਫੇਵਰ ਕਰਦਾ ਆ ਜਿਹੜੇ ਵਫਾਦਾਰੀ ਦੇ ਨਾਲ ਉਹਦੇ ਵਿੱਚ ਚੱਲਦੇ ਆ, ਜਿਹੜੇ ਪ੍ਰਾਰਥਨਾ ਵੀ ਕਰ ਰਹੇ, ਬਾਈਬਲ ਵੀ ਪੜ੍ਹ ਰਹੇ ਆ ਔਰ ਆਪਣੇ ਜੀਵਨ ਨੂੰ ਬਾਈਬਲ ਦੇ ਅਨੁਸਾਰ ਚਲਾਇਆ। ਖੁਦਾ ਉਹਨਾਂ ਦਾ ਫੇਵਰ ਕਰੇਗਾ। ਦੁੱਖਾਂ ਦੇ ਵਿੱਚ, ਸੁੱਖਾਂ ਦੇ ਵਿੱਚ, ਪਰੇਸ਼ਾਨੀਆਂ ਦੇ ਵਿੱਚ ਖੁਦਾ ਖੁਦ ਖੜ ਜਾਏਗਾ ਤੁਹਾਡੇ ਸਾਹਮਣੇ। ਉਹ ਤੱਤੀ ਹਵਾ ਵੀ ਨਹੀਂ ਲੱਗਣ ਦੇਗਾ ਤੁਹਾਨੂੰ। ਬੋਲੋ ਆਮੀਨ, ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਅੱਜ ਦੇ ਵਚਨ ਤੋਂ ਆਸ਼ੀਸ਼ ਪਾਈ ਆ। ਖੁਦਾਵੰਦ ਤੁਹਾਨੂੰ ਇਸੇ ਤਰੀਕੇ ਦੇ ਨਾਲ ਆਸ਼ੀਸ਼ ਔਰ ਬਰਕਤ ਦਿੰਦਾ ਜਾਵੇ ਔਰ ਤੁਸੀਂ ਬਰਕਤ ਲੈਂਦੇ ਜਾਵੋ, ਆਪਣੀਆਂ ਜ਼ਿੰਦਗੀਆਂ ਨੂੰ ਬਹਾਲ ਕਰਦੇ ਜਾਵੋ। ਇੱਕ ਨੂੰ 1 ਤੋੜਾ ਮਿਲਿਆ, ਇੱਕ ਨੂੰ 2 ਮਿਲੇ, ਇੱਕ ਨੂੰ 5 ਮਿਲੇ, ਪਰ ਤਿੰਨਾਂ ਨੂੰ ਹਿਸਾਬ ਦੇਣਾ ਪਿਆ, ਤਿੰਨਾਂ ਨੂੰ ਹਿਸਾਬ ਦੇਣਾ ਪਿਆ। ਔਰ ਤੁਹਾਨੂੰ ਤੇ ਮੈਨੂੰ ਵੀ ਹਿਸਾਬ ਦੇਣਾ ਪੈਣਾ। ਬੇਸ਼ੱਕ ਅਸੀਂ ਚਰਚ ਦੇ ਵਿੱਚ ਪਹਿਲੇ ਅਹੁਦੇ ਤੇ ਆ, ਦੂਜੇ ਅਹੁਦੇ ਤੇ ਆ, ਤੀਜੇ ਦੇ ਵਿੱਚ ਆ, ਸੰਗਤ ਦੇ ਵਿੱਚ ਬੈਠਦੇ ਆ, ਟੀਮ ਦੇ ਵਿੱਚ ਆ, ਹਾਂ ਉਹ ਐਲਡਰ ਆ, ਜੋ ਵੀ ਤੁਸੀਂ ਅਹੁਦੇ ਦੇ ਵਿੱਚ ਆ, ਹਿਸਾਬ ਦੇਣਾ ਪਏਗਾ ਤੁਹਾਨੂੰ। ਖੁਦਾਵੰਦ ਨੇ ਜੋ ਤੋੜਾ ਤੁਹਾਨੂੰ ਦਿੱਤਾ ਹੈ, ਜੋ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਆ ਚਰਚ ਦੇ ਵਿੱਚ, ਅਗਰ ਕੋਈ ਫੋਟੋਆਂ ਵੀ ਖਿੱਚਦਾ ਆ, ਅਗਰ ਕੋਈ ਕੈਮਰਾ ਵੀ ਆਪਰੇਟ ਕਰਦਾ, ਮਤਲਬ ਖੁਦਾ ਨੇ ਤੁਹਾਨੂੰ ਇਹ ਤੋੜਾ ਦਿੱਤਾ ਆ। ਖੁਦਾ ਦੇ ਲਈ ਅਗਰ ਕੋਈ ਵਜਾ ਰਿਹਾ ਹੈ ਉਹਦੀ ਮਹਿਮਾ ਕਰਨ ਦੇ ਲਈ, ਉਹਦੇ ਨਾਮ ਨੂੰ ਉੱਚਾ ਕਰਨ ਦੇ ਲਈ, ਵਰਸ਼ਿਪ ਦੇ ਵਿੱਚ ਅਗਰ ਕੋਈ ਗਾ ਰਿਹਾ, ਕੋਈ ਵਜਾ ਰਿਹਾ, ਕਿਸੇ ਦੇ ਅਹਿਸਾਨ ਨਹੀਂ ਕਰਦਾ ਪਿਆ, ਉਹਨੂੰ ਤੋੜਾ ਮਿਲਿਆ ਆ ਇਹ। ਔਰ ਤੁਸੀਂ ਦੇਖੋ ਉਹਨੂੰ ਵਧਾਉਣ ਦੇ ਲਈ ਅਸੀਂ ਕੀ ਕਰਦੇ ਪਏ ਹਾਂ, ਕਿ ਉਸ ਤੋੜੇ ਦੇ ਵਿੱਚ ਅਸੀਂ ਵਾਧਾ ਕਰ ਰਹੇ ਹਾਂ। ਜੇ ਕੋਈ ਬਿਨਾਂ ਹਾਰਮੋਨੀਅਮ ਤੋਂ ਅੱਜ ਵੀ ਗਾ ਰਿਹਾ ਆ ਤੇ ਉਹ 2 ਸਾਲ ਬਾਅਦ ਵੀ ਬਿਨਾਂ ਹਾਰਮੋਨੀਅਮ ਤੋਂ ਗਾ ਰਿਹਾ ਆ, ਇਹਦਾ ਮਤਲਬ ਉਹਨੇ ਤੋੜੇ ਦੇ ਵਿੱਚ ਵਾਧਾ ਨਹੀਂ ਕੀਤਾ। ਯਾਦ ਰੱਖਣਾ ਮੇਰੀ ਗੱਲ ਨੂੰ, ਹਾਲੇਲੂਇਆ। ਪਾਣੀ ਚੱਲਦਾ ਰਵੇ ਤਾਂ ਤਰੱਕੀ ਕਰਦਾ ਆ, ਹਾਂ ਸਾਫ਼ ਰਹਿੰਦਾ ਆ। ਜਿਹੜਾ ਬੰਦਾ ਤਰੱਕੀ ਕਰਦਾ ਰਵੇ ਨਾ, ਉਹ ਫਿਰ ਆਪਣੀ ਲਾਈਫ ਤੋਂ ਬੋਰ ਨਹੀਂ ਹੁੰਦਾ, ਅੱਗੇ ਤੋਂ ਅੱਗੇ ਐਕਸਪੀਰੀਅੰਸ ਕਰਦਾ ਰਹਿੰਦਾ, ਸਿੱਖਦਾ ਰਹਿੰਦਾ ਕਿ ਮੈਂ ਕਿੱਦਾਂ ਖਬਰਦਾਰੀ ਕਰਨੀ, ਕਿੱਦਾਂ ਬਚਾਅ ਕਰਨਾ ਹੈ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਆਖਰੀ ਪ੍ਰਾਰਥਨਾ ਦੇ ਵਿੱਚ ਚੱਲਦੇ। ਤੁਹਾਡੇ ਲਈ ਬਰਕਤ ਦੀ ਦੁਆ ਆ। ਅਗਰ ਕੋਈ ਪ੍ਰਾਰਥਨਾ ਕਰਵਾਉਣਾ ਚਾਹੁੰਦਾ ਤੇ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦਾ, ਉਹਦੇ ਲਈ ਦੁਆ ਮੰਗੀ ਜਾਏਗੀ। ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਸਮੇਂ ਦੇ ਲਈ ਜੋ ਸਾਡੇ ਸਾਰੇ ਦੀ ਜ਼ਿੰਦਗੀ 'ਚ ਬਖਸ਼ਿਆ। ਸ਼ੁਕਰਗੁਜ਼ਾਰ ਹਾਂ ਪ੍ਰਭੂ, ਤੁਹਾਡੇ ਲੋਕਾਂ ਨੇ ਜੋ ਬੜੇ ਅਦਬ ਦੇ ਨਾਲ ਅੱਜ ਦੇ ਵਚਨ ਨੂੰ ਸੁਣਿਆ, ਸਮਝਿਆ ਤੇ ਉਹਦੇ ਅਨੁਸਾਰ ਚੱਲਣ ਦਾ ਨਿਰਣੇ ਲਿਆ ਆ। ਮੇਰੇ ਪ੍ਰਭੂ ਪਵਿੱਤਰ ਆਤਮਾ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਗਵਾਈ ਕੀਤਾ ਆਪਣੇ ਲੋਕਾਂ ਦੇ ਨਾਲ ਗੱਲ ਕਰਨ ਦੇ ਲਈ। ਮੇਰਾ ਬਲੀਵ ਆ ਪ੍ਰਭੂ, ਜਿੰਨਿਆਂ ਨੇ ਅੱਜ ਦਾ ਵਚਨ ਨੂੰ ਸੁਣਿਆ ਆ ਔਰ ਜਿੰਨਿਆਂ ਨੇ ਸੁਣਨਾ ਆ, ਸਾਰਿਆਂ ਦੇ ਹਿਰਦੇ ਚੇਂਜ ਹੋਣ ਪ੍ਰਭੂ, ਸਾਰਿਆਂ ਦੇ ਆਤਮਾ ਚੇਂਜ ਹੋਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੇਰੇ ਪ੍ਰਭੂ ਪ੍ਰਾਰਥਨਾ ਦਾ ਸਮੇਂ ਤੁਸੀਂ ਸਾਨੂੰ ਦੇ ਰਹੇ ਆ, ਅਸੀਂ ਉਹਦੇ ਵਿੱਚ ਪ੍ਰਾਰਥਨਾ ਕਰੀਏ। ਜੋ ਸਮੇਂ ਤੁਸੀਂ ਸਾਨੂੰ ਦੇ ਰਹੇ ਹੋ ਉਹਦੇ ਵਿੱਚ ਅਸੀਂ ਬਾਈਬਲ ਪੜ੍ਹੀਏ। ਜੋ ਸਮੇਂ ਤੁਸੀਂ ਸਾਨੂੰ ਦੇ ਰਹੇ ਆ ਉਹਦੇ ਵਿੱਚ ਅਸੀਂ ਖੁਦਾਵੰਦ ਤੁਹਾਡੇ ਵਚਨ ਦਾ ਫੈਲਾਵ ਕਰੀਏ। ਮੇਰੇ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤਾਂ ਜੋ ਅਸੀਂ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋ ਸਕੀਏ ਔਰ ਤੁਹਾਡੇ ਕੋਲੋਂ ਫੇਵਰ ਪਾ ਸਕੀਏ। ਮੇਰੇ ਪ੍ਰਭੂ ਸ਼ੁਕਰਗੁਜ਼ਾਰ ਹੈ ਅੱਜ ਤੱਕ ਖੁਦਾਵੰਦ ਅੱਛਾ ਖਾਣ ਨੂੰ ਦਿੱਤਾ, ਅੱਛਾ ਪਾਉਣ ਨੂੰ ਦਿੱਤਾ, ਅੱਛਾ ਰਹਿਣ ਨੂੰ ਦਿੱਤਾ ਔਰ ਔਕਾਤ ਤੋਂ ਵੱਧ ਕੇ ਬਰਕਤ ਦਿੱਤੀ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਸ਼ੁਕਰਗੁਜ਼ਾਰ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਪ੍ਰਭੂ। ਸੁਣਨ ਵਾਲੀਆਂ ਜ਼ਿੰਦਗੀਆਂ ਬਰਕਤਾਂ ਦੇ ਨਾਲ ਮਾਲਾ ਮਾਲ ਹੋ ਜਾਣ ਪ੍ਰਭੂ। ਇੰਨੀ ਬਰਕਤ ਦਿਓ ਕਿ ਰੱਖਣ ਨੂੰ ਥਾਂ ਨਾ ਹੋਵੇ ਪ੍ਰਭੂ। ਆਪਣੇ ਲਈ ਖੁਦਾਵੰਦ ਇਸਤੇਮਾਲ ਕਰੋ ਖੁਦਾਵੰਦ, ਤੁਹਾਡਾ ਜੀਵਨ ਦਿੱਤਾ ਹੋਇਆ ਪ੍ਰਭੂ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਹੋਵੇ। ਸ਼ੁਕਰਗੁਜ਼ਾਰੀ ਦੇ ਨਾਲ ਅੱਜ ਦੀ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ ਔਰ ਅੱਜ ਦੇ ਇਸ ਸਮੇਂ ਦੇ ਵਿੱਚ ਤੁਸੀਂ ਬਰਕਤ ਪਾਈ ਹੈ, ਤੁਸੀਂ ਆਸ਼ੀਸ਼ ਪਾਈ ਹੈ। ਮੇਰਾ ਬਲੀਵ ਆ ਔਰ ਤੁਸੀਂ ਖੁਦਾਵੰਦ ਨੂੰ ਪਿਆਰ ਕਰਨ ਵਾਲੇ ਲੋਕ ਆ। ਯਾਦ ਰੱਖਣਾ ਖੁਦਾਵੰਦ ਤੁਹਾਨੂੰ ਪਿਆਰ ਕਰਨ ਵਾਲਾ ਔਰ ਤੁਸੀਂ ਖੁਦਾਵੰਦ ਨੂੰ ਪਿਆਰ ਕਰਨ ਵਾਲੇ ਲੋਕ ਆ। ਬਸ ਤੁਸੀਂ ਨਿਸ਼ਾਨੇ ਤੋਂ ਭਟਕ ਗਏ ਸੀ, ਇਸੇ ਲਈ ਖੁਦਾਵੰਦ ਨੇ ਅੱਜ ਵਚਨ ਦੇ ਦੁਆਰਾ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਤੁਹਾਡੇ ਨਾਲ ਬੜੇ ਅਦਬ ਦੇ ਨਾਲ ਪਿਆਰ ਦੇ ਨਾਲ ਗੱਲ ਕੀਤੀ ਆ ਔਰ ਤੁਸੀਂ ਇਹਨੂੰ ਇਗਨੋਰ ਨਹੀਂ ਕਰਨਾ, ਇਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨਾ ਤਾਂ ਜੋ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਤੁਸੀਂ ਖੁਦਾਵੰਦ ਦੇ ਸਾਹਮਣੇ ਖੜੇ ਹੋ ਸਕੋ ਔਰ ਖੁਦਾਵੰਦ ਤੁਹਾਡਾ ਫੇਵਰ ਕਰੇ। ਬੋਲੋ ਆਮੀਨ, ਹਾਲੇਲੂਇਆ।
मैं पास्टर ऑस्टिन सैमुअल खुदाबंद यीशु मसीह के नाम च तुहानू शांति भेजदा हां। कबूल करो, खुदाबंद तुहानू आशीष और बरकत देवे। ब्लेस यू, गॉड ब्लेस, आमीन।